ਹੈਲੋ ਕੈਨੇਡਾ ਦੇ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਅਸੀਂ ਇੱਕ ਖਾਸ ਮਕਸਦ ਦੇ ਨਾਲ ਇਸ ਐਪੀਸੋਡ ਦੀ ਸ਼ੁਰੂਆਤ ਕਰਨ ਲੱਗੇ ਹਾਂ। ਜਿਸ ਵੀ ਕਿਸੇ ਖਿੱਤੇ ਦੇ ਵਿੱਚ ਤੁਸੀਂ ਰਹਿ ਰਹੇ ਹੋ, ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਬਹੁਤ ਵੱਡੀ ਕਰੋਪੀ ਜਿਹੜੀ ਹੈ, ਕੁਦਰਤੀ ਕਰੋਪੀ ਕਹਿ ਲਓ, ਧਰਤੀ ਦੇ ਉੱਤੇ ਆਣ ਪਈ ਹੈ, ਜਿਸ ਨੂੰ ਕਿ ਆਪਾਂ ਕਰੋਨਾ ਵਾਇਰਸ ਦੇ ਨਾਮ ਦੇ ਨਾਲ ਜਾਣਦੇ ਹਾਂ। ਕੋਵਿਡ-19 ਕਰਕੇ ਬਹੁਤ ਸਾਰੇ ਮੁਲਕਾਂ ਦੇ ਬਹੁਤ ਸਾਰੇ ਲੋਕ ਜਿਹੜੇ ਹਨ ਜੀ, ਉਹ ਲੋਕਡਾਊਨ ਜਾਂ ਅੰਦਰ ਜਾਂ ਐਮਰਜੈਂਸੀ ਕਰਕੇ ਜਾਂ ਕਰਫਿਊ ਕਰਕੇ ਉਹਨਾਂ ਨੂੰ ਅੰਦਰ ਰਹਿਣਾ ਪੈ ਰਿਹਾ ਹੈ। ਸੋ ਬੜਾ ਵੱਡਾ ਇਹ ਇੱਕ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਇਨਸਾਨਾਂ ਲਈ ਜਾਂ ਸਾਰੇ ਜੀਵਾਂ ਦੇ ਲਈ ਇੱਕ ਬੜਾ ਵੱਡਾ ਇੱਕ ਇਹ ਧੱਕਾ ਵੀ ਹੈ, ਇੱਕ ਬਹੁਤ ਵੱਡਾ ਇੱਕ ਉਹਨਾਂ ਨੂੰ ਇੱਕ ਸਬਕ ਵੀ ਹੈ, ਔਰ ਬਹੁਤ ਵੱਡਾ ਇੱਕ ਇਹ ਉਹਨਾਂ ਦੇ ਉੱਤੇ ਇੱਕ ਵਿਪਤਾ ਦੀ ਘੜੀ ਵੀ ਹੈ। ਸੋ ਅਜਿਹੇ ਸਮਿਆਂ ਦੇ ਵਿੱਚ ਕੁਝ ਲੋਕ ਹੁੰਦੇ ਨੇ, ਕੁਝ ਸ਼ਖਸੀਅਤਾਂ ਹੁੰਦੀਆਂ ਨੇ, ਕੁਝ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਨਿਕਲਦੀਆਂ ਨੇ ਸਮਾਜ ਸੇਵਾ ਲਈ, ਲੋਕ ਭਲਾਈ ਦੇ ਕੰਮਾਂ ਲਈ, ਮਾਨਵਤਾ ਮਨੁੱਖਤਾ ਦੀ ਸੇਵਾ ਦੇ ਲਈ, ਜਾਂ ਇਉਂ ਕਹਿ ਲਓ ਕਿ ਆਪਾ ਵਾਰਨ ਦੇ ਜਜ਼ਬੇ ਰੱਖਣ ਵਾਲੇ ਕੁਝ ਲੋਕ ਜਿਹੜੇ ਹਨ ਜੀ, ਅਜਿਹੇ ਸਮਿਆਂ ਦੇ ਵਿੱਚ ਪਰਵਾਹ ਨਾ ਕਰਦੇ ਹੋਏ ਆਪਣੀਆਂ ਜ਼ਿੰਦਗੀਆਂ ਦੀ ਦੂਜਿਆਂ ਤੱਕ ਕਿਵੇਂ ਮਦਦ ਪਹੁੰਚਾ ਰਹੇ ਨੇ। ਅਜਿਹਾ ਹੀ ਅੱਜ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਉਹਨਾਂ ਸ਼ਖਸੀਅਤਾਂ ਨੂੰ ਪਹੁੰਚਾਉਣ ਦਾ, ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਗਾਥਾ ਤੁਹਾਡੇ ਤੱਕ ਪਹੁੰਚਾਉਣ ਦਾ ਸਾਡਾ ਮਕਸਦ ਹੈ। ਅਤੇ ਕੁਝ ਇੱਕ ਜਿਹੜੇ ਚਿੰਤਾਵਾਂ ਜਾਂ ਜਿਹੜੇ ਕੁਝ ਵਿਸ਼ੇ ਨੇ ਜਿਹੜੇ ਚਿੰਤਾ ਦਾ ਕਾਰਨ ਬਣਦੇ ਨੇ, ਜਾਂ ਜਿਨ੍ਹਾਂ ਦੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾ ਦੀ ਜਿਹੜੀ ਹੈ ਉਹ ਹੋ ਸਕਦੀ ਹੈ, ਅਜਿਹੇ ਕੁਝ ਵਿਸ਼ਿਆਂ ਦੇ ਉੱਤੇ ਗੱਲ ਵੀ ਹੋਏਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਇਸ ਹੈਲੋ ਕੈਨੇਡਾ ਦੇ ਪ੍ਰੋਗਰਾਮ ਦੇ ਵਿੱਚ ਹੁਣ ਸੱਦਾ ਦਿੰਦਾ ਸਾਡੇ ਸਾਰੀ ਜਿਹੜੀ ਟੀਮ ਹੈ ਉਹਨਾਂ ਨੂੰ, ਔਰ ਇੱਕ ਇੱਕ ਕਰਕੇ ਸਾਡੀ ਜਿਹੜੀ ਟੀਮ ਹੈ ਫਿਰ ਉਹ ਤੁਹਾਡੇ ਰੂਬਰੂ ਹੋਏਗੀ। ਸੋ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੋ ਮੈਂ ਸੁਖਵਿੰਦਰ ਵੀਰ ਜੀ, ਤੁਹਾਡਾ ਯੂਨਾਈਟਿਡ ਸਿਕਸ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢ ਕੇ ਅੱਜ ਸਾਡੇ ਦਰਮਿਆਨ ਹਾਜ਼ਰ ਹੋਏ ਹੋ। ਇਸੇ ਤਰ੍ਹਾਂ ਟਿਮੀ ਸੋਨੀ ਭਾਜੀ ਜੈਪੁਰ ਤੋਂ, ਫੀਡਿੰਗ ਹੈਂਡਸ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਲੋਗੋ ਨਾਲ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੰਜੀਵ ਜੱਗੀ ਜੀ ਦਿੱਲੀ ਤੋਂ ਸਾਡੇ ਨਾਲ ਹਾਜ਼ਰ ਨੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਜੀਵ। ਔਰ ਜਸਮੀਤ ਕੌਰ ਸ਼ਾਨ, ਜਸ ਕੇ ਸ਼ਾਨ ਚੰਡੀਗੜ੍ਹ ਤੋਂ ਸਾਡੇ ਨਾਲ ਨੇ, ਸੋ ਤੁਹਾਡਾ ਵੀ ਅੰਨਦਾਨ ਮਹਾਦਾਨ ਜਿਹੜਾ ਤੁਸੀਂ ਚਲਾ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਫॉर ਬੀਇੰਗ ਪਾਰਟ ਆਫ ਦਿਸ ਸ਼ੋ। ਅਤੇ ਮੋਹਿੰਦਰ ਕੌਰ ਕਟਾਰੀਆ ਜੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਾਣੀ ਪਛਾਣੀ ਸ਼ਖਸੀਅਤ ਨੇ, ਮੋਟੀਵੇਸ਼ਨਲ ਸਪੀਕਰ, ਔਰ ਚੰਡੀਗੜ੍ਹ ਦੇ ਵਿੱਚ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਅਕੈਡਮੀਜ਼ ਦੇ ਵਿੱਚ ਐਜ਼ ਅ ਸਪੀਕਰ, ਐਜ਼ ਅ ਟ੍ਰੇਨਰ ਜਿੱਥੇ ਸੇਵਾ ਨਿਭਾ ਰਹੇ ਨੇ, ਉੱਥੇ ਨਾਲ ਦੀ ਨਾਲ ਸਮਾਜ ਭਲਾਈ ਦੇ ਕੰਮਾਂ 'ਚ ਵੀ ਬਿਜ਼ੀ ਨੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਆਉਣ ਦੇ ਲਈ। ਸੋ ਅੱਜ ਦੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਕੁਝ ਇੱਕ ਚਲੰਤ ਮਸਲਿਆਂ ਦੇ ਉੱਤੇ। ਕੋਵਿਡ ਜਿਹੜਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਮਹਾਮਾਰੀ ਹੈ। ਸੋ ਤੁਸੀਂ ਆਪਣੇ ਆਪਣੇ ਖਿੱਤਿਆਂ ਦੇ ਵਿੱਚ, ਆਪਣੇ ਆਪਣੇ ਇਲਾਕਿਆਂ ਦੇ ਵਿੱਚ ਰਹਿੰਦੇ ਹੋਏ ਇਸ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰ ਰਹੇ ਹੋ। ਇੱਕ ਤੇ ਲੋਕ ਜੂਝ ਰਹੇ ਨੇ, ਤੁਸੀਂ ਉਹਨਾਂ ਤੋਂ ਵੀ ਅਗਲੇ ਇੱਕ ਜੁਝਾਰੂ ਦਾ ਰੋਲ ਅਦਾ ਕਰ ਰਹੇ ਹੋ, ਉਹਨਾਂ ਜੂਝ ਰਹੇ ਲੋਕਾਂ ਨੂੰ ਮਦਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚਾਉਣ ਦੀ। ਸੋ ਜੇਕਰ ਕੋਵਿਡ ਵਾਰੀਅਰਸ ਦੇ ਵਿੱਚ ਨਾਮ ਆਏਗਾ ਕਿਸੇ ਦਾ ਵੀ, ਜਾਂ ਐਸੈਂਸ਼ੀਅਲ ਵਰਕਰ ਦੇ ਵਿੱਚ ਕਿਸੇ ਦਾ ਨਾਮ ਆਏਗਾ, ਤਾਂ ਤੁਹਾਡਾ ਨਾਮ ਵੀ ਜਿਹੜਾ ਉਸ ਦੇ ਵਿੱਚ ਮੂਹਰਲੀ ਕਤਾਰ ਦੇ ਵਿੱਚ ਸ਼ਾਮਲ ਹੈ, ਕਿਉਂਕਿ ਤੁਸੀਂ ਉਹਨਾਂ ਲੋਕਾਂ ਤੱਕ ਫੂਡ ਜਾਂ ਸੇਵਾ ਜਿਹੜੀ ਹੈ ਆਪਣੇ ਆਪਣੇ ਰੂਪ 'ਚ ਪਹੁੰਚਾ ਰਹੇ ਹੋ, ਜਾਂ ਕਿਸੇ ਨੂੰ ਤੁਸੀਂ ਕੰਸਲਟੈਂਸੀ ਕਰ ਰਹੇ ਹੋ ਜਿਹੜੇ ਕਿ ਸ਼ਾਇਦ ਆਵਾਜ਼ਾਰ ਨੇ, ਜਾਂ ਜਿਨ੍ਹਾਂ ਦੇ ਕੋਲ ਇਸ ਵਕਤ ਅਜਿਹਾ ਭੋਜਨ ਆਦਿ ਜਾਂ ਕੁਝ ਸੇਵਾਵਾਂ ਸਹੂਲਤਾਂ ਜਿਹੜੀਆਂ ਨਹੀਂ ਉਹਨਾਂ ਨੂੰ ਮੁਹੱਈਆ। ਸੋ ਮੈਂ ਸੁਖਵਿੰਦਰ ਵੀਰ ਜੀ ਤੋਂ ਸ਼ੁਰੂ ਕਰਾਂਗਾ। ਸਭ ਤੋਂ ਪਹਿਲਾਂ ਤੁਸੀਂ ਯੂਨਾਈਟਿਡ ਸਿਕਸ ਨੂੰ ਜਿਹੜਾ ਹੈ ਜੀ ਚਲਾ ਰਹੇ ਹੋ, ਸੋ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ। ਸੋ ਤੁਸੀਂ ਦੱਸੋ ਥੋੜਾ ਜਿਹਾ ਕਿ ਯੂਨਾਈਟਿਡ ਸਿਕਸ ਜਿਹੜੀ ਆ ਉਹ ਨਾਰਥ ਅਮਰੀਕਾ ਜਾਂ ਵਰਲਡ ਦੇ ਵਿੱਚ ਕਿਵੇਂ ਕੰਮ ਕਰ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਸੁਖਵਿੰਦਰ ਵੀਰ ਜੀ। ਹਾਂਜੀ, ਸਭ ਤੋਂ ਪਹਿਲਾਂ ਮੇਜਰ ਸਿੰਘ ਵੀਰ ਜੀ, ਤੁਹਾਨੂੰ ਤੇ ਜਿੰਨੇ ਵੀ ਪਾਰਟੀਸਪੈਂਟਸ ਨੇ ਤੇ ਪਲੱਸ ਜਿੰਨੇ ਵੀ ਦਰਸ਼ਕ ਇਸ ਟਾਈਮ ਹੈਲੋ ਕੈਨੇਡਾ ਟੀਵੀ ਸ਼ੋਅ ਨੂੰ ਦੇਖ ਰਹੇ ਨੇ, ਸਾਰਿਆਂ ਨੂੰ ਸੁਖਵਿੰਦਰ ਸਿੰਘ ਯੂਨਾਈਟਿਡ ਸਿਕਸ ਵੱਲੋਂ ਸਤਿ ਸ੍ਰੀ ਅਕਾਲ ਜੀ। ਯੂਨਾਈਟਿਡ ਸਿਕਸ 1999 ਦੇ ਵਿੱਚ ਹੋਂਦ ਵਿੱਚ ਆਈ ਸੀ ਜੀ, USA ਤੋਂ। 9/11 ਤੋਂ ਥੋੜਾ ਚਿਰ ਪਹਿਲਾਂ ਦੀ ਗੱਲ ਹੈ ਇਹ। ਸੋ ਉੱਥੇ ਕੁਛ ਜਿਹੜੇ ਆਪਣੇ ਇਮੀਗ੍ਰਾਂਟਸ ਆਏ ਹੋਏ ਸੀ USA 'ਚ, ਉਹਨਾਂ ਨੇ ਸੋਚਿਆ ਕਿ ਅਸੀਂ ਕੰਮ ਤਾਂ ਕਰ ਰਹੇ ਹਾਂ, ਪਰ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਆਪਣੀਆਂ ਰੂਟਸ ਨਾਲ ਜੋੜ ਕੇ ਰੱਖਿਆ ਜਾਵੇ। ਸੋ ਇਸੇ ਤਰੀਕੇ ਨਾਲ ਉਹਨਾਂ ਨੇ ਯੂਨਾਈਟਿਡ
ਸਿਕਸ ਵੀ ਇੱਕ ਇਕੱਠੇ ਸਿੱਖਾਂ ਦਾ ਸਮੂਹ ਦੇ ਤੌਰ ਤੇ ਇਹ ਚੀਜ਼ ਸ਼ੁਰੂ ਕੀਤੀ। ਉਹਨਾਂ ਨੇ ਪਹਿਲਾਂ ਘਰ ਤੋਂ ਜਿੱਦਾਂ ਬੱਚਿਆਂ ਨੂੰ ਮਦਰ ਲੈਂਗੁਏਜਸ ਦੀਆਂ ਕਲਾਸਿਸ, ਕੀਰਤਨ ਦੀਆਂ ਕਲਾਸਿਸ, ਪਾਠ ਕਰਨਾ, ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੁਰੂ ਕੀਤਾ। ਪਰ ਜਦੋਂ ਫਿਰ 9/11 ਹੋਇਆ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ USA ਦੇ ਵਿੱਚ 9/11 ਦੇ ਦਿਨਾਂ ਵਿੱਚ ਕਿੱਦਾਂ ਦੇ ਹਾਲਾਤ ਬਣੇ, ਮਿਸਟੇਕਨ ਆਇਡੈਂਟੀਟੀ ਕਰਕੇ ਜਾਂ ਕਿਸੇ ਵੀ ਵਜ੍ਹਾ ਕਰਕੇ ਸਿੱਖਾਂ ਤੇ ਅਟੈਕ ਹੋਣੇ ਸ਼ੁਰੂ ਹੋਏ। ਤੇ ਫਿਰ ਯੂਨਾਈਟਿਡ ਸਿਕਸ ਦੀ ਇੰਪੋਰਟੈਂਸ ਨੂੰ ਸਮਝਦਿਆਂ ਹੋਇਆਂ ਫਿਰ ਬਕਾਇਦਾ ਤੌਰ ਤੇ ਯੂਨਾਈਟਿਡ ਸਿਕਸ ਨੂੰ ਰਜਿਸਟਰ ਕਰਕੇ ਤੇ ਇਸ ਨੂੰ ਕਹਿ ਲਓ ਵੀ ਹੋਂਦ ਵਿੱਚ ਲਿਆਂਦਾ ਗਿਆ। ਤੇ ਅੱਜ ਯੂਨਾਈਟਿਡ ਸਿਕਸ 10 ਕੰਟਰੀਜ਼ ਦੇ ਵਿੱਚ, 10 ਦੇਸ਼ਾਂ ਦੇ ਵਿੱਚ ਰਜਿਸਟਰਡ ਹੈ ਜੀ ਐਜ਼ ਏ NGO। ਤੇ ਅਸੀਂ 10 ਕੰਟਰੀਜ਼ ਦੇ ਵਿੱਚ ਆਪਣੇ ਚੈਪਟਰਸ ਕਹਿ ਲਓ ਵੀ ਦੇ ਥਰੂ ਕੰਮ ਕਰ ਰਹੇ ਹਾਂ। ਬੇਸਿਕਲੀ ਯੂਨਾਈਟਿਡ ਸਿਕਸ 3 ਮੇਨ ਫੀਲਡ ਨੇ ਜਿਨ੍ਹਾਂ ਦੇ ਵਿੱਚ ਕੰਮ ਕਰਦਾ ਹੈ। ਸੋ ਸਭ ਤੋਂ ਪਹਿਲਾਂ ਹੈਗਾ ਹਿਊਮੈਨਿਟੇਰੀਅਨ ਏਡ, ਜਿਹਨੂੰ ਅਸੀਂ ਸਿੱਖ ਏਡ ਦੇ ਨਾਂ ਨਾਲ ਕਰਦੇ ਹਾਂ। ਇਹ ਕਿਸਮ ਦਾ ਕਹਿ ਲਓ ਵੀ ਸਿੱਖਾਂ ਦਾ ਰੈੱਡ ਕਰਾਸ। ਸੋ ਉਹਦੇ ਵਿੱਚ ਕਿਤੇ ਵੀ ਕੋਈ ਮੈਨ ਮੇਡ ਜਾਂ ਨੈਚੁਰਲ ਡਿਜ਼ਾਸਟਰ ਹੁੰਦਾ ਹੈ ਤਾਂ ਯੂਨਾਈਟਿਡ ਸਿਕਸ ਦੀਆਂ ਟੀਮਸ ਉੱਥੇ ਪਹੁੰਚ ਕੇ ਲੰਗਰ ਦੀ ਜਾਂ ਹੋਰ ਜੋ ਵੀ ਉਹਨਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਉਹਦੀ ਸੇਵਾ ਕਰਦੀਆਂ ਨੇ। ਸੋ ਇਹਦੇ ਵਿੱਚ ਮੈਂ ਥੋੜਾ ਇੱਕ ਮੈਂਸ਼ਨ ਕਰਦਾ ਕਿ ਯੂਨਾਈਟਿਡ ਸਿਕਸ ਯੂਨਾਈਟਿਡ ਨੇਸ਼ਨਸ ਦੇ ਨਾਲ ਐਫੀਲੀਏਟਡ ਆਰਗੇਨਾਈਜੇਸ਼ਨ ਹੈ। ਸੋ ਉਹਦੀ ਵਜ੍ਹਾ ਦੇ ਕਾਰਨ ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ ਹੈ ਤਾਂ ਸਾਨੂੰ, ਕਿਉਂਕਿ ਯੂਨਾਈਟਿਡ ਨੇਸ਼ਨਸ ਨੂੰ ਸਭ ਤੋਂ ਪਹਿਲਾਂ ਉਸ ਚੀਜ਼ ਦਾ ਪਤਾ ਲੱਗਦਾ ਤੇ ਨਾਲ ਹੀ ਯੂਨਾਈਟਿਡ ਸਿਕਸ ਨੂੰ ਪਤਾ ਲੱਗ ਜਾਂਦਾ। ਸੋ ਸਾਡੇ ਵੋਲੰਟੀਅਰ ਵਿਦਿਨ ਫਿਊ ਆਵਰਸ ਜਾਂ ਵਿਦਿਨ 1 or 2 ਡੇਜ਼ ਉੱਥੇ ਪਹੁੰਚ ਕੇ ਆਪਣਾ ਕੈਂਪ ਸਥਾਪਿਤ ਕਰ ਦਿੰਦੇ ਨੇ। ਸੈਕੰਡ ਫੀਲਡ ਹੈ ਜੀ ਯੂਨਾਈਟਿਡ ਸਿਕਸ ਦਾ ਐਡਵੋਕੇਸੀ, ਜਿਹਨੂੰ ਅਸੀਂ ਆਈਕਰਾ ਕਹਿੰਦੇ ਆ, ਇੰਟਰਨੈਸ਼ਨਲ ਸਿਵਲ ਐਂਡ ਹਿਊਮਨ ਰਾਈਟਸ ਐਡਵੋਕੇਸੀ। ਉਹਦੇ ਅੰਦਰ ਕਿਤੇ ਵੀ without any religion, without any caste, without any color, without any language, ਕਿਉਂਕਿ ਸਾਡਾ ਮਾਟੋ ਹੈ recognize the human race as one, ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਮਾਨਸ ਕੀ ਜਾਤ ਸਭ ਹੈ ਇੱਕੇ ਪਹਿਚਾਨ ਵੋ। ਸੋ ਕਿਸੇ ਦੇ ਨਾਲ ਵੀ ਦੁਨੀਆ 'ਚ ਧੱਕਾ ਹੁੰਦਾ ਹੈ, ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ, ਉਹਨਾਂ ਦੀ ਆਇਡੈਂਟੀਟੀ ਕਰਕੇ ਉਹਨਾਂ ਨੂੰ ਪਿੱਛੇ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਰਾਈਟਸ ਨੂੰ ਵਾਇਲੇਟ ਕੀਤਾ ਜਾਂਦਾ ਹੈ, ਤਾਂ ਉੱਥੇ ਯੂਨਾਈਟਿਡ ਸਿਕਸ ਦੀਆਂ ਜਿਹੜੀਆਂ ਲੀਗਲ ਟੀਮਸ ਨੇ ਉਹ ਫਿਰ ਆਪਣੇ ਤੌਰ ਤੇ ਉਹਨਾਂ ਦੀ ਹੈਲਪ ਕਰਦੀਆਂ ਨੇ। ਤੇ ਤੀਸਰਾ ਜਿਹੜਾ ਫੀਲਡ ਹੈ ਉਹ ਹੈ ਜੀ ਸੀਡ, CED, ਕਮਿਊਨਿਟੀ ਐਜੂਕੇਸ਼ਨ ਇੰਪਾਵਰਮੈਂਟ ਡਾਇਰੈਕਟੋਰੇਟ। ਉਹਦੇ ਅੰਦਰ ਅਸੀਂ ਕਮਿਊਨਿਟੀਜ਼ ਨੂੰ ਐਜੂਕੇਟ ਕਰਦੇ ਹਾਂ ਸੈਮੀਨਾਰਸ ਦੇ ਜ਼ਰੀਏ, ਵਰਕਸ਼ਾਪਸ ਦੇ ਜ਼ਰੀਏ। ਜਿਸ ਤਰ੍ਹਾਂ ਹੁਣ COVID-19 ਚੱਲ ਰਿਹਾ, ਸੋ ਸਾਡੇ ਐਵਰੀ ਵੀਕ ਵੈਬੀਨਾਰਸ ਚੱਲਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਡਾਕਟਰਸ ਆਉਂਦੇ ਨੇ, ਉਹ ਕਮਿਊਨਿਟੀ ਨੂੰ ਐਜੂਕੇਟ ਕਰਦੇ ਨੇ ਕਿਸ ਤਰ੍ਹਾਂ ਪ੍ਰੀਕਾਸ਼ਨਸ ਲੈਣੇ ਨੇ ਜਾਂ ਕਿਸ ਤਰੀਕੇ ਦੇ ਨਾਲ ਆਪਾਂ ਇਸ ਮਹਾਮਾਰੀ ਤੋਂ ਬਚ ਸਕਦੇ ਹਾਂ। ਜਾਂ ਇੱਥੇ ਕੈਨੇਡਾ ਦੇ ਵਿੱਚ ਅਸੀਂ ਬੁਲਿੰਗ ਤੇ ਵਰਕਸ਼ਾਪਸ ਕਰਦੇ ਹਾਂ, ਡਰੱਗਸ ਤੇ ਸੈਮੀਨਾਰਸ ਕਰਦੇ ਹਾਂ, ਡੋਮੈਸਟਿਕ ਵਾਇਲੈਂਸ ਤੇ ਵਰਕਸ਼ਾਪਸ ਕਰਦੇ ਹਾਂ, ਤਾਂ ਕਿ ਕਮਿਊਨਿਟੀ ਨੂੰ ਐਜੂਕੇਟ ਕੀਤਾ ਜਾਵੇ ਤੇ ਜਿਹੜੇ ਇਸ ਤਰੀਕੇ ਦੇ ਨਾਲ ਕਮਿਊਨਿਟੀ ਮੁਸ਼ਕਲਾਂ ਦੇ ਵਿੱਚ ਜਾ ਰਹੀ ਹੈ ਤਾਂ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਸੋ ਇਸ ਤਰੀਕੇ ਦੇ ਨਾਲ ਯੂਨਾਈਟਿਡ ਸਿਕਸ ਕਹਿ ਲਓ ਵੀ ਆਲ ਓਵਰ ਦਾ ਵਰਲਡ ਕੰਮ ਕਰ ਰਿਹਾ ਜੀ। बहुत अच्छे जी, वेरी
ਸਾਨੂੰ ਵੈਸੇ ਕਹਿਣ ਦੀ ਲੋੜ ਨਹੀਂ ਹੈ, ਇਟਸ ਵੈਰੀ ਇੰਪ੍ਰੈਸਿਵ ਇੰਟਰੋ ਤੁਸੀਂ ਦਿੱਤੀ ਔਰ ਸਾਰੀਆਂ ਗਤੀਵਿਧੀਆਂ ਦੇ ਬਾਰੇ ਦੱਸਿਆ। ਸੋ COVID-19 ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੈਲੰਜ ਜਿੱਥੇ ਲੈ ਕੇ ਆਇਆ, ਉੱਥੇ ਯੂਨਾਈਟਿਡ ਸਿਕਸ ਜਿਹੜੀ ਹੈ ਜੀ, ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨ ਉਹ ਵਾਲੀ ਜਿਹੜੀ ਸੀ ਗੱਲ ਕਹੀ ਹੈ, ਉਸ ਨੂੰ ਮੱਦੇਨਜ਼ਰ ਰੱਖ ਕੇ ਉਸਦੇ ਉੱਤੇ ਪਹਿਰਾ ਦਿੰਦੀ ਹੋਈ ਕਦਮ ਨਾਲ ਕਦਮ ਮਿਲਾ ਰਹੀ ਹੈ ਹਰ ਇੱਕ ਉਸ ਸ਼ਖਸ ਦੇ ਨਾਲ ਜਿਸ ਨੂੰ ਕਿ ਅੱਜ ਲੋੜ ਹੈ। ਸੋ ਮੈਂ ਹੁਣ ਅਗਲੀ ਜਿਹੜੀ ਗੱਲਬਾਤ ਹੈ ਜੀ, ਮੈਂ ਜਾਣਾ ਚਾਹਾਂਗਾ ਸਿੱਧਾ ਫੀਡਿੰਗ ਹੈਂਡਸ ਤੋਂ ਸੋਨੀ ਹੋਰਾਂ ਦੇ ਕੋਲ। ਟਿਮੀ ਸੋਨੀ ਭਾਜੀ, ਤੁਸੀਂ ਦੱਸੋ ਕਿ ਤੁਸੀਂ ਕਿਵੇਂ ਜਿਹੜੀ ਇਹ ਸ਼ੁਰੂਆਤ ਜਿਹੜੀ ਹੈ, ਕੀ ਤੁਹਾਡੇ ਮਨ 'ਚ ਆਇਆ ਕਿ ਤੁਸੀਂ ਇਹ ਜਿਹੜੀ ਗੱਲਬਾਤ ਫੀਡਿੰਗ ਹੈਂਡਸ ਦੇ ਬਾਰੇ ਥੋੜਾ ਦੱਸੋ ਜਾਣਕਾਰੀ, ਤੇ ਅੱਜ ਕੱਲ੍ਹ ਕੋਵਿਡ ਦੇ ਦਿਨਾਂ ਤੁਸੀਂ ਕਿਵੇਂ ਕੀ ਯੋਗਦਾਨ ਪਾ ਰਹੇ ਹੋ ਜੀ? ਤੋ ਮੇਰੇ ਖਿਆਲ ਮਾਈਕ ਤੁਹਾਨੂੰ, ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ ਟੂ ਦੀ ਆਲ ਪੈਨਲਿਸਟ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਐਂਡ ਟੂ ਦੀ ਆਡੀਅੰਸ। ਫੀਡਿੰਗ ਹੈਂਡਸ ਜੀ 2 ਸਾਲ ਪਹਿਲੇ, ਇਟ ਵਾਸ ਬੋਰਨ ਅਬਾਊਟ 2 years ago, 2018 ਮੇਰੇ ਫਾਦਰ ਦਾ ਬਰਥਡੇ ਆਉਂਦਾ ਹੈ ਜਨਵਰੀ ਵਿੱਚ। ਅਸੀਂ ਆਪਣੇ ਤੌਰ ਤੇ ਛੋਟੀ ਮੋਟੀ ਅਸੀਂ ਜਿਹੜੀ ਹੈਗੀ ਹੈ ਚੈਰਿਟੀ ਆਪਣੇ ਸ਼ੋਰੂਮ ਤੋਂ ਕਰਦੇ ਰਹਿੰਦੇ ਸੀ, ਗਰੀਬਾਂ ਨੂੰ ਖਾਣਾ ਦੇਣਾ, ਉੱਥੇ ਕੋਈ ਚਾਵਲ ਦੇਣੇ, ਰਾਸ਼ਨ ਦੇਣਾ। ਉਹਨਾਂ ਦਾ ਬਰਥਡੇ ਸੀ, ਮੈਂ ਕਿਹਾ ਜੀ ਕਿ ਤੁਹਾਨੂੰ ਗਰੀਬਾਂ ਨੂੰ ਰੋਟੀ ਬਣਾ ਕੇ ਖਵਾ ਦਿੰਦੇ ਆ। ਉਹ ਕਹਿੰਦੇ ਨੇ ਕਿ ਅੱਜ ਕੱਲ੍ਹ ਉਹ ਗਵਰਨਮੈਂਟ ਆਫ ਰਾਜਸਥਾਨ ਨੇ ਇੱਕ ਸਬਸਿਡਾਈਜ਼ਡ ਫੂਡ ਵੈਨਸ ਸ਼ੁਰੂ ਕੀਤੀਆਂ ਸੀ। ਉੱਥੇ ਉਹ ਬ੍ਰੇਕਫਾਸਟ 5 ਰੁਪਏ ਦਾ ਦਿੰਦੇ ਸੀ ਗਰੀਬਾਂ ਵਾਸਤੇ, ਤੇ ਖਾਣਾ 8 ਰੁਪਏ ਦਾ ਦਿੰਦੇ ਸੀ। ਤੇ ਪਾਪਾ ਨੇ ਕਿਹਾ ਇੱਕ ਵਾਰੀ ਉੱਥੇ ਜਾ ਕੇ ਪਤਾ ਕਰ ਲਓ, ਉੱਥੇ ਵੈਨ ਤੋਂ ਖਾਣਾ ਉੱਥੋਂ ਖਵਾ ਦਿੰਦੇ ਆ ਗਰੀਬਾਂ ਨੂੰ। ਤੇ ਇੱਥੇ ਲੋਕਲ ਗਵਰਨਮੈਂਟ ਹਸਪੀਟਲ ਹੈ, SMS ਹਸਪੀਟਲ, ਮੈਂ ਉੱਥੇ ਗਿਆ। ਉੱਥੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਜਿੰਨੇ ਕੂਪਨਸ ਖਰੀਦਣੇ ਨੇ ਯੂ ਕੈਨ ਬਾਏ them at 8 rupees। ਤੇ ਅਸੀਂ ਉਸ ਦਿਨ ਦਾ ਖਾਣਾ ਪੂਰਾ ਸਪਾਂਸਰ ਕੀਤਾ। ਤੇ ਉੱਥੇ ਰਿਅਲਾਈਜ਼ ਕੀਤਾ ਕਿ ਅਸੀਂ ਤਾਂ ਸੋਚ ਰਹੇ ਹਾਂ ਕਿ 8 ਰੁਪਏ ਦੀ ਕੋਈ ਕੀਮਤ ਨਹੀਂ ਹੈਗੀ, ਪਰ ਉਹ ਜਿਹੜੇ ਪਿੰਡ ਤੋਂ ਆਉਂਦੇ ਹੈਗੇ ਨੇ ਉਹਨਾਂ ਵਾਸਤੇ ਉਹ 8 ਰੁਪਏ ਵੀ ਬਹੁਤ ਵੱਡੀ ਚੀਜ਼ ਸੀ। ਉੱਥੇ ਰਿਅਲਾਈਜ਼ ਕੀਤਾ ਉਹ ਬੰਦਾ 4 ਵਾਰੀ ਪੁੱਛਦਾ ਹੈ ਜੀ 8 ਰੁਪਏ ਤੇ ਨਹੀਂ ਲੱਗਣਗੇ, ਖਾਣਾ ਤੇ ਫ੍ਰੀ ਹੈ ਨਾ ਜੀ, ਕੁਝ ਪੈਸੇ ਤੇ ਨਹੀਂ ਲੱਗਣਗੇ। ਤੇ ਮੈਂ ਫਾਦਰ ਨੂੰ ਕਿਹਾ, ਮੈਂ ਕਿਹਾ ਤੇ ਅਸੀਂ ਬਾਹਰ ਬੈਠੇ ਸੋਚ ਰਹੇ 8 ਰੁਪਏ ਦੀ ਕੋਈ ਵੈਲਿਊ ਨਹੀਂ ਹੈ, ਪਰ ਇਹਨਾਂ ਵਾਸਤੇ ਤੇ 8 ਰੁਪਏ ਵੀ ਬਹੁਤ ਵੱਡੀ ਚੀਜ਼ ਹੈ। ਤੇ ਅਸੀਂ ਕਿਹਾ ਕਿ ਬਈ ਚਲੋ ਰੋਜ਼ 100 ਖਾਣੇ ਸਪਾਂਸਰ ਕਰ ਦਿੰਦੇ ਆ। ਤੇ ਅਸੀਂ ਉੱਥੋਂ ਸ਼ੁਰੂ ਕੀਤਾ ਜੀ, ਅਸੀਂ ਰੋਜ਼ 100 ਖਾਣੇ ਉਹਨਾਂ ਨੂੰ ਖਵਾਣੇ ਸ਼ੁਰੂ ਕੀਤੇ। ਉੱਥੇ ਗ੍ਰੈਜੂਅਲੀ ਦੋਸਤਾਂ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਇਹਨੂੰ ਕੁਝ ਵੱਡਾ ਕਰਨੇ ਆ, ਕੁਝ ਵੱਡਾ ਕਰਨੇ ਆ। ਉਹ ਕਰਦੇ ਕਰਦੇ ਫਿਰ ਇਹ ਥਾਟ ਆਇਆ ਜੀ ਚਲੋ ਲੈਟਸ ਅਡਾਪਟ ਵਨ ਆਫ ਥੀਸ ਵੈਨਸ। ਅਸੀਂ ਗਵਰਨਮੈਂਟ ਨਾਲ ਗੱਲ ਕੀਤੀ ਕਿ ਜੀ ਅਸੀਂ ਇੱਕ ਵੈਨ ਨੂੰ ਅਡਾਪਟ ਕਰਨਾ ਚਾਹੁੰਦੇ ਹਾਂ ਹਸਪੀਟਲ ਦੇ ਵਿੱਚ ਜਿਹੜੀ ਖੜੀ ਹੁੰਦੀ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਅਡਾਪਟ ਕਰ ਲਓ। ਅਸੀਂ ਉੱਥੇ ਰੋਜ਼ 900 ਖਾਣੇ ਆਉਂਦੇ ਸੀ, ਅਸੀਂ ਉਸ ਤੇ ਉਹ 900 ਖਾਣੇ ਅਸੀਂ ਫ੍ਰੀ ਕਰਤੇ ਜੀ। ਔਰ ਮੈਂ ਉੱਥੇ ਤਕਰੀਬਨ 4 ਘੰਟੇ ਸਪੈਂਡ ਕਰਦਾ ਸੀ। ਸਵੇਰੇ 2 ਘੰਟੇ ਜਾਂਦਾ ਸੀ, ਦੁਪਹਿਰੀ 1.5 ਘੰਟਾ ਜਾਣਾ, ਸ਼ਾਮ ਨੂੰ ਅੱਧਾ ਪੌਣਾ ਘੰਟਾ ਜਾਣਾ। ਉੱਥੇ ਸਾਰਿਆਂ ਨੂੰ ਅਸੀਂ ਖਾਣਾ ਫ੍ਰੀ ਖਵਾਉਣਾ। ਪਹਿਲੇ ਉੱਥੇ ਸਾਰਿਆਂ ਦੇ ਹੱਥ ਧੋਣੇ, ਅਸੀਂ ਲਿਕੁਇਡ ਹੈਂਡ ਵਾਸ਼ ਯੂਜ਼ ਕਰਦੇ ਸੀ। ਔਰ ਉੱਥੇ ਫੋਰਚੂਨੇਟਲੀ ਪਾਣੀ ਸੀ ਤੇ ਉੱਥੇ ਸਾਰਿਆਂ ਦੇ ਹੱਥ ਧਵਾ ਕੇ ਤੇ ਫਿਰ ਇਹ ਕੰਮ ਕਰਦੇ ਸੀ। ਉਹ ਗ੍ਰੈਜੂਅਲੀ ਫਿਰ ਉਹ ਸਾਡਾ ਜਿਹੜਾ ਹੈਗਾ ਜੀ ਕਿ ਲੋਕੀ ਨਾਲ ਜੁੜਨ ਲੱਗ ਪਏ। ਅਸੀਂ April 2018 ਵਿੱਚ ਦੈਨ ਵੀ ਫਾਰਮਡ ਦੀ ਫਾਰਮਲ NGO ਫੀਡਿੰਗ ਹੈਂਡਸ, ਔਰ ਉੱਥੋਂ ਅਸੀਂ ਸ਼ੁਰੂਆਤ ਕੀਤੀ ਜੀ। ਉਹ ਕਹਿੰਦੇ ਨਾ ਕਿ ਕਾਰਵਾ ਬਣਦਾ ਗਿਆ, ਅਸੀਂ ਤੇ ਇਕੱਲੇ ਨਿਕਲੇ ਸੀ ਤੇ ਨਾਲ ਲੋਕੀ ਜੁੜਦੇ ਗਏ। ਔਰ ਇਹ ਸਟੇਜ ਆ ਗਈ ਸੀ ਕਿ ਅਸੀਂ ਰੋਜ਼ ਫਿਰ 1200 ਖਾਣੇ ਕਰਨ ਲੱਗ ਪਏ ਸੀ। ਐਂਡ ਸਡਨਲੀ ਫਿਰ ਜਿਸ ਵੇਲੇ ਕੋਵਿਡ ਹੋਇਆ ਤੇ ਗਵਰਨਮੈਂਟ ਨੇ ਉਹ ਸਕੀਮ ਵਿਡਰਾ ਕਰ ਲਈ 18 ਮਾਰਚ ਨੂੰ, ਔਰ ਉਹ ਵੈਨਸ ਵਿਡਰਾ ਹੋ ਗਈਆਂ। ਉਹ ਸਾਨੂੰ ਇਹ ਲੱਗਾ ਜਿਵੇਂ ਅਸੀਂ ਉਹ ਹੁੰਦਾ ਨਾ ਜੀ ਯਤੀਮ ਜੋ ਹੋ ਗਿਆ ਵੀ ਸਡਨਲੀ ਕੋਈ ਕੰਮ ਨਹੀਂ ਹੈ, ਕੀ ਹੋਇਆ, ਤੇ ਅਸੀਂ ਉਹ ਕਰ ਰਹੇ ਸੀ। ਔਰ ਉਧਰੋਂ ਫਿਰ ਲੋਕਡਾਊਨ ਸ਼ੁਰੂ ਹੋ ਗਿਆ। ਫਿਰ ਅਸੀਂ ਗਵਰਨਮੈਂਟ ਨਾਲ ਗੱਲ ਕੀਤੀ, ਗਵਰਨਮੈਂਟ ਕੋਲੋਂ ਏਜੰਸੀਜ਼ ਕੋਲੋਂ ਪਰਮਿਸ਼ਨ ਲਿੱਤੀ, ਔਰ ਫਿਰ ਦੈਨ ਵੀ ਸਟਾਰਟਡ ਸਰਵਿੰਗ ਫੂਡ ਅਗੇਨ। ਅਸੀਂ ਆਪਣਾ ਫਿਰ ਉਹਨਾਂ ਦੀ ਮਦਦ ਦੇ ਨਾਲ ਅਸੀਂ ਵਾਪਸ ਕਰਨਾ ਸ਼ੁਰੂ ਕੀਤਾ। ਸੋ ਦੈਟ ਵਾਸ ਬੇਸਿਕਲੀ ਹਾਊ ਫੀਡਿੰਗ ਹੈਂਡਸ ਕੇਮ ਇਨਟੂ ਐਗਜ਼ਿਸਟੈਂਸ। ਔਰ ਕੀ ਕੀਤਾ ਅਸੀਂ ਬਹੁਤ ਅੱਛੇ ਜੀ। ਟਾਈਮ ਜਿਹੜਾ ਜਦੋਂ ਤੱਕ ਲੋਕਡਾਊਨ ਹੋਇਆ ਸੀ ਉਦੋਂ ਤੱਕ ਅਸੀਂ 6.5 ਲੱਖ ਖਾਣੇ ਲੋਕਾਂ ਨੂੰ ਫ੍ਰੀ ਖਵਾ ਚੁੱਕੇ ਸੀ ਜੀ। ਬਹੁਤ ਅੱਛੇ ਜੀ, ਦੈਟਸ ਰੀਅਲੀ ਇੰਟਰਸਟਿੰਗ। ਔਰ ਮੇਰੇ ਖਿਆਲ ਦੇ ਵਿੱਚ ਸਾਡੇ ਬਾਕੀ ਜਿਹੜੇ ਦਰਸ਼ਕ ਨੇ ਉਹ ਵੀ ਇਸ ਗੱਲ ਤੋਂ ਜ਼ਰੂਰ ਇਨਸਪਾਇਰ ਹੋਣਗੇ ਕਿ ਕਿਵੇਂ ਸਿੰਗਲ ਹੈਂਡਡਲੀ ਤੁਸੀਂ ਇੱਕ ਪਰਿਵਾਰ ਨੇ ਜਿਹੜਾ ਇਸ ਕੰਮ ਨੂੰ ਸ਼ੁਰੂ ਕੀਤਾ ਤੇ ਅੱਜ ਇਸ ਅੰਜਾਮ ਤੇ ਪਹੁੰਚੋ ਕਿ ਕਿੰਨੇ
ਹਜ਼ਾਰਾਂ ਜਿਹੜੇ ਪਰਿਵਾਰ ਨੇ, ਹਜ਼ਾਰਾਂ ਜਿਹੜੇ ਮੂੰਹ ਨੇ, ਉਹਨਾਂ ਦੇ ਤੁਸੀਂ ਉਹਨਾਂ ਨੂੰ ਫੂਡ ਜਿਹੜਾ ਮੁਹੱਈਆ ਕਰ ਰਹੇ ਹੋ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਥੈਂਕ ਯੂ ਵੈਰੀ ਮਚ। ਤੁਸੀਂ ਇਹ ਐਫਰਟ ਜਿਹੜੇ ਕਰਦੇ ਹੋ ਔਰ ਇਸੇ ਤਰ੍ਹਾਂ ਐਫਰਟਸ ਜਾਰੀ ਰੱਖੋ, ਔਰ ਕਾਫਿਲਾ ਜਿਹੜਾ ਜੀ ਤੁਹਾਡਾ ਉਹ ਕਾਰਵਾਂ ਜਿਹੜਾ ਜੀ ਉਹ ਹੋਰ ਵੱਡਾ ਹੋਵੇ, ਇਸ ਉਮੀਦ ਦੇ ਨਾਲ ਮੈਂ ਹੁਣ ਅਗਲੇ ਸਾਡੇ ਪੈਨਲਿਸਟ ਸੰਜੀਵ ਜੱਗੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਪੱਧਰ ਦੇ ਉੱਤੇ ਜਿਹੜਾ ਹੈ ਜੀ ਉਹ ਕੀ ਕਰ ਰਹੇ ਨੇ, ਸੋ ਕੀ ਉਹਨਾਂ ਦਾ ਜਿਹੜਾ ਹੈ ਕੀ ਕਾਰਜ ਖੇਤਰ ਕੀ ਹੈ। ਸੰਜੀਵ। ਸੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਔਰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਅੱਜ ਜਿੱਦਾਂ ਮੇਜਰ ਨਾਗਰਾ ਜੀ ਨੇ ਹੁਣੇ ਕਿਹਾ ਕਿ ਅਸੀਂ ਗੱਲ ਕਰ ਰਹੇ ਹਾਂ ਅਨਸੰਗ ਹੀਰੋਜ਼ ਲਈ। ਬਟ ਜਦੋਂ ਆਪ ਸਾਰਿਆਂ ਦੇ ਮੈਨੂੰ ਵੇਰਵੇ ਪਤਾ ਲੱਗੇ ਔਰ ਆਪ ਜੀ ਦੇ ਮੈਂ ਸੁਣ ਰਿਹਾ ਚਰਚਾ, ਤੇ ਮੈਨੂੰ ਮੇਜਰ ਜੀ ਦੀ ਲਿਖੀ ਹੋਈ ਗੱਲ ਯਾਦ ਆ ਰਹੀ ਹੈ ਕਿ ਮੈਂ ਤਾਂ ਇੱਕ ਚੀਜ਼ ਹਾਂ ਨਾ ਚੀਜ਼ ਹਾਂ। ਪੂਰੀ ਗੱਲ ਤੇ ਮੇਜਰ ਜੀ ਨੂੰ ਪੂਰੀ ਪਤਾ ਹੈ, ਬਟ ਇਹ ਭਾਵਨਾ ਮੇਰੀ ਏਦਾਂ ਦੀ ਹੈ ਕਿ ਅੱਜ ਅਨਸੰਗ ਹੀਰੋਜ਼ ਤਾਂ ਠੀਕ ਅਸੀਂ ਗੱਲ ਕਰ ਰਹੇ ਹਾਂ, ਬਟ ਮੈਨੂੰ ਇਹ ਮਹਿਸੂਸ ਲੱਗ ਰਿਹਾ ਕਿ ਮੇਰੇ ਅੰਗ ਸੰਗ ਹੀਰੋਜ਼ ਨੇ ਅੱਜ। ਮੈਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬੈਠ ਕੇ ਅੱਜ ਮੈਨੂੰ ਮੌਕਾ ਦਿੱਤਾ ਆਪ ਜੀ ਨੇ ਕਿ ਮੈਂ ਇੱਕ ਆਪ ਜੀ ਦੇ ਰੂਬਰੂ ਰਹਿ ਕੇ ਆਪਣੀ ਵੀ ਗੱਲ, ਆਪਣੇ ਜੋ ਵਿਚਾਰ ਨੇ, ਜੋ ਸਬਕ ਮਿਲੇ ਨੇ, ਉਸ ਨੂੰ ਦੁਹਰਾ ਸਕਾਂ। ਸੋ ਦਾਸ ਦਾ ਤੇ ਸ਼ੁਰੂ ਤੋਂ ਧਿਆਨ ਰਿਹਾ ਜੀ ਕਿ ਬਿਕੋਜ਼ ਸੱਚੇ ਪਾਤਸ਼ਾਹ ਨੇ ਵੀ ਕਿਹਾ ਕਿ ਮਨ ਜੀਤੇ ਜਗਜੀਤ। ਸੋ ਧਿਆਨ ਹੀ ਰਿਹਾ ਕਿ ਅੱਜ ਜਿਹੜੇ ਕਨਸੈਪਟਸ ਨੇ ਜ਼ਿੰਦਗੀ ਦੇ, ਉਹਨਾਂ ਤੋਂ ਕਿਤੇ ਪੀੜ੍ਹੀ ਜਿਹੜੀ ਹੈ ਬੜੀ ਦੂਰ ਹੋ ਗਈ ਹੈ। ਔਰ ਜਿਹੜੇ ਕਨਸੈਪਟ ਸੀਗੇ, ਮੰਨ ਲਓ ਅਗਰ ਕਿਸੇ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਹੁਕਮੇ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਏ, ਇਹ ਕਨਸੈਪਟ ਸੀ ਜ਼ਿੰਦਗੀ ਦਾ। ਔਰ ਅੱਜ ਉਹਨਾਂ ਕਨਸੈਪਟਸ ਨੂੰ ਬੈਕ ਡੇਟਡ ਸਮਝਿਆ ਜਾਂਦਾ ਹੈ। ਉਹਨਾਂ ਕਨਸੈਪਟਸ ਤੋਂ ਲੋਕੀ ਦੂਰ ਹਟ ਗਏ ਨੇ ਕਿਉਂਕਿ ਅੱਜ WhatsApp Facebook ਦਾ ਦੌਰ ਆ ਗਿਆ। ਸੋ ਮੈਂ ਇੱਕ ਕੋਸ਼ਿਸ਼ ਸ਼ੁਰੂ ਕੀਤੀ, ਇੱਕ ਹਲਾ ਮਾਰਿਆ ਆਪਣੇ ਵੱਲੋਂ, ਔਰ ਇਹਨੂੰ ਕਨਸੈਪਟਸ ਨੂੰ ਮੈਂ ਲੋਕਾਂ ਦੇ ਨਾਲ ਬ੍ਰਿਜ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਇੰਸਪਾਇਰ ਕਰਨਾ ਸ਼ੁਰੂ ਕਰਤਾ ਉਹਨਾਂ ਕਨਸੈਪਟਸ ਦੇ ਰਾਹੀਂ। ਤੇ ਇਸ ਕਰਕੇ ਮੈਨੂੰ ਅੱਜ ਆਪ ਜੀ ਦੇ ਆਸ਼ੀਰਵਾਦ ਨਾਲ ਕਨਸੈਪਚੁਅਲ ਇੰਸਪੀਰੇਸ਼ਨਲ ਸਪੀਕਰ ਦੇ ਨਾਂ ਤੇ ਜਾਣਿਆ ਜਾਂਦਾ ਹੈ। ਔਰ ਸੱਚੇ ਪਾਤਸ਼ਾਹ ਨੇ ਕੁਝ ਮੌਕੇ ਬਖਸ਼ੇ ਜਿੱਥੇ ਦਰਸ਼ਨ ਜਾਂ ਹੋਰ ਵੀ ਪਾਸੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ। ਸੋ यही मेरी जी छोटी जी है अपनी इंट्रोडक्शन, जो भी आप जी कह लो। इनके बारे में आपको बताते हैं कि ये है संजीव जग्गी जी, जो कि वैचारिक प्रेरणा वक्ता है। तो आपका बहुत बहुत स्वागत हमारे इस कार्यक्रम में। और यही हम आपसे जानना चाहते हैं क्योंकि अपने दम पर गांधी जी ने सत्य और अहिंसा जैसे गुणों के कारण भारत में ही नहीं, आपने कहा कि आज के टाइम में पॉसिबल नहीं है। जी जी, आज के टाइम बिल्कुल पॉसिबल है जी। सत्य और अहिंसा ये मुद्दे धुरे हैं, पीवट हैं। जी जी, हमने आपको किए, इस्तेमाल ही नहीं किया हमने। बिल्कुल जी। एटम बम पहले सोच में आया, जी जी बिल्कुल, पहले सोच में बना वो। बर्लिन की दीवार पहले सोच में बनी, तब वो दीवार बाहर आई। बिल्कुल। जितना दंगा फसाद, जितनी अहिंसा, जितना डिप्रेशन, स्ट्रेस, टेंशन हम बाहर देख रहे हैं, पहले वो सोच में आता है, पहले वो सोच में आता है जी। तो एटम बम, गांधी जी का जो तथ्य था, जो किसी वैज्ञानिक ने जैसे आपने कहा तो वो जो था वो सोच में जी, पहले सोच बदलेगी तो कितने एटम बम खत्म हो जाएंगे। अगर सोच सकारात्मक हो जाए तो कितने एटम बम बनने से रह जाएंगे, यानी आपने एटम बम खत्म कर दिए जी। ठीक है। ਥੈਂਕ ਯੂ ਸੰਜੀਵ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ, ਸਾਰੇ ਜਿਹੜੇ ਹੈਲੋ ਕੈਨੇਡਾ ਦੇ ਦਰਸ਼ਕ ਨੇ, ਕਿ ਸੰਜੀਵ ਜੱਗੀ ਹੋਰੀ ਵੱਖ-ਵੱਖ ਜਿਹੜੇ ਟੀਵੀ ਚੈਨਲ ਨੇ ਇੰਡੀਆ ਦੇ, ਉਹਨਾਂ ਦੇ ਉੱਤੇ ਐਜ਼ ਅ ਪੈਨਲਿਸਟ ਜਾਂਦੇ ਨੇ ਔਰ ਇਹਨਾਂ ਦਾ ਆਪਣਾ ਜਿਹੜਾ ਜਿਵੇਂ ਕਨਸੈਪਚੁਅਲ ਮੋਟੀਵੇਸ਼ਨਲ ਸਪੀਕਰ ਦੇ ਤੌਰ ਦੇ ਉੱਤੇ ਇਹ ਸੇਵਾਵਾਂ ਨਿਭਾ ਰਹੇ ਨੇ। ਸੋ ਮੈਂ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸੰਜੀਵ, ਔਰ ਕੀਪ ਇਟ ਅਪ। ਸੋ ਹੁਣ ਅਸੀਂ ਆਉਂਦੇ ਹਾਂ ਥੋੜਾ ਜਿਹਾ ਜ਼ਿੰਦਗੀ ਨੂੰ, ਜਿਵੇਂ ਕਹਿੰਦੇ ਨਾ ਜੀ, ਕੋਈ ਕਹਿੰਦਾ ਕਿ ਜ਼ਿੰਦਗੀ, ਸੰਜੀਵ ਹੋਰਾਂ ਨੇ ਕਵਿਤਾ ਦੀ ਗੱਲ ਕਰ ਦਿੱਤੀ ਵਿੱਚ, ਹੈ ਨਾ, ਕਿ ਜ਼ਿੰਦਗੀ ਆਪਣੇ ਆਪ 'ਚ ਇੱਕ ਸੰਗੀਤ ਹੈ, ਇੱਕ ਗੀਤ ਹੈ। ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਨਾ ਜੀ, ਆਪਣੇ ਆਪ ਦੇ ਵਿੱਚ ਇੱਕ ਰਿਦਮ ਦੇ ਵਿੱਚ ਚੱਲਣ ਵਾਲੀ ਇੱਕ ਸਾਡੀ ਲਾਈਫ ਹੈ। ਔਰ ਉਸ ਰਿਦਮ ਨੂੰ ਇੱਕ ਡਾਂਸ ਦੀ ਫਾਰਮ ਨੂੰ ਪ੍ਰਫੁੱਲਿਤ ਕਰਨ ਵਾਲੀ ਜਿਹੜੀ ਸਾਡੀ ਛੋਟੀ ਭੈਣ ਹੈ, ਜਸਮੀਤ ਤੋਂ ਵੱਧ ਕੌਣ ਜਾਣ ਸਕਦਾ। ਸੋ ਜਸ ਕੇ ਸ਼ਾਨ ਦੇ ਨਾਮ ਨਾਲ ਡਾਂਸ ਢਾਂਚਾ ਜਿਹੜਾ ਹੈ ਜੀ, ਉਸ ਦੇ ਨਾਮ ਨਾਲ ਅੱਜ ਸਾਰੀ ਦੁਨੀਆ ਦੇ ਵਿੱਚ ਧੁੰਮਾਂ ਪਾ ਰਹੀ ਇਹਨਾਂ ਦੀ ਸੰਸਥਾ, ਔਰ ਇਹਨਾਂ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਆਪਾਂ ਉਹ ਵੀ ਹੁਣ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਡਾਂਸ ਤੋਂ ਇਲਾਵਾ ਇਹ ਹੋਰ ਕੀ ਕਰਦੇ ਨੇ। ਸੋ ਜਸਮੀਤ ਪਲੀਜ਼। ਤੁਸੀਂ ਮੈਨੂੰ ਇਸ ਲਾਇਕ ਸਮਝਿਆ ਇਸ ਪੈਨਲਿਸਟ ਦੇ ਪਾਰਟ ਬਣਨ ਲਈ, ਤੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ।
ਜਸ ਕੇ ਸ਼ਾਨ ਡਾਂਸ ਦਾ ਜਿਹੜੀ ਮੇਰੀ ਕੰਪਨੀ ਹੈਗੀ ਹੈ, ਅਸੀਂ ਡਾਂਸ ਤੇ ਫਿਟਨੈਸ ਤੇ ਥੈਰੇਪੀ ਦੇ ਉੱਤੇ ਕੰਮ ਕਰਦੇ ਹਾਂ, ਜਿਹਦੇ ਉੱਤੇ ਸਾਡਾ ਇੱਕੋ ਹੀ ਮਿਸ਼ਨ ਹੈਗਾ that everybody should move, ਕਿਉਂਕਿ ਅੱਧੀ ਪ੍ਰੋਬਲਮ ਦੁਨੀਆ ਦੀ ਮੂਵਮੈਂਟ ਨਾ ਹੋਣ ਦੇ ਕਾਰਨ ਹੈਗੀ ਹੈ, ਐਕਸ਼ਨ ਨਾ ਹੋਣ ਦੇ ਕਾਰਨ ਹੈਗੀ ਹੈ। ਤੇ ਡਾਂਸਿੰਗ ਇਜ਼ ਦ ਮੋਸਟ primordial form of expression, ਜੇ ਤੁਸੀਂ ਨੱਚਦੇ or like a acrobatic dance, I mean अपने thoughts ਨਾਲ ਨੱਚਦੇ ਰਹੋ, ਆਪਣੇ bodies ਨਾਲ ਨੱਚਦੇ ਰਹੋ, ਮਿਲਦੇ ਰਹੋ ਲੋਕਾਂ ਨੂੰ, live life to fullest। ਤੇ ਸਾਡਾ ਆਪਣਾ ਕੋਈ NGO as it is ਨਹੀਂ ਸੀਗਾ before COVID-19 happened, but ਅਸੀਂ ਆਪਣੇ ਸਟੂਡੀਓ ਦੇ ਤਰਫੋਂ ਸਾਡੇ ਡਾਚਨਿਕਸ ਜਿਹੜੇ ਸਾਡੇ ਆਪਣੇ ਮੈਂਬਰਸ ਹੈਗੇ ਨੇ, ਉਹ ਬੜੇ ਸਪੋਰਟਿਵ ਰਹੇ ਪੂਰੇ ਟਾਈਮ ਸਾਡੇ ਨਾਲ, ਤੇ ਅਸੀਂ ਹਰ ਸਾਲ ਆਪਣੀ ਤਰਫੋਂ ਜੋ ਕਰ ਸਕਦੇ ਹਾਂ ਅਸੀਂ ਕਰਦੇ ਰਹਿੰਦੇ, ਆਰਫਨੇਜ ਨਾਲ, ਸੀਨੀਅਰ ਸਿਟੀਜ਼ਨਸ ਨਾਲ। ਬਟ ਜਦੋਂ ਇਹ ਲੋਕਡਾਊਨ ਹੋਇਆ, ਇਟ ਵਾਸ ਅ ਸਡਨ ਥਿੰਗ ਫॉर ਅਸ, ਬਿਕਾਜ਼ ਅਸੀਂ ਸਾਰੇ ਇਹੀ ਸੋਚੇ ਬੈਠੇ ਸੀਗੇ ਕਿ ਇੱਥੇ ਨਹੀਂ ਆਉਂਦਾ, ਯੂ ਨੋ, ਉਹ ਚਾਈਨਾ ਚ ਹੈਗਾ ਤੇ ਚਾਈਨਾ ਠੀਕ ਹੈਗਾ ਹੋਣਾ, ਸਾਡੇ ਕੋਲ ਨਹੀਂ ਆਉਂਦਾ, ਤੇ ਚੰਡੀਗੜ੍ਹ ਤਾਂ ਬਿਲਕੁਲ ਹੀ ਨਹੀਂ ਆਉਂਦਾ। I was traveling, I was off to my work to Hyderabad, and I got to know that there's going to be a sudden lockdown. They're predicting by 16th or 17th or maybe next week. So I packed up my bags quickly, I came back. When I came back, I think it was 23rd when the lockdown hoya, and 24th 25th onwards, you know, videos आनी शुरू हो गई जिथे रिक्शा वाले रो रहे ने कि खाना नहीं हैगा, because they are daily wagers, ਉਹਨਾਂ ਕੋਲ ਜੋ ਉਹ ਕਮਾਉਂਦੇ ਨੇ ਥੋੜਾ ਜਿਹਾ ਰੱਖ ਲੈਂਦੇ ਨੇ, ਥੋੜਾ ਜਿਹਾ ਘਰ ਭੇਜ ਦਿੰਦੇ ਨੇ, ਤੇ ਥੋੜਾ ਜਿਹਾ ਆਪਣਾ ਖਾ ਪੀ ਕੇ ਜ਼ਿੰਦਗੀ ਚਲਾ ਰਹੇ ਨੇ। So one of these videos I and my friend shared, Neha Amit Singla, Neha and Amit ਉਹ ਆਪਣਾ $1 million affair ਇੱਕ ਆਪਣਾ ਚਲਾਉਂਦੇ ਨੇ ਸਿਸਟਮ, ਇਵੈਂਟ ਮੈਨੇਜਮੈਂਟ ਕੰਪਨੀ, ਤੇ ਉਹ ਤੇ ਮੈਂ ਇੱਕ ਵੀਡੀਓ ਸ਼ੇਅਰ ਕਰ ਰਹੀ ਸੀ ਖਾਲੀ ਇੱਕ ਰੈਂਡਮਲੀ, ਤੇ ਉਹਨੇ ਏਦਾਂ ਹੀ ਬੋਲਿਆ, ਜਸਟ this is sad, ਇਹ ਨਹੀਂ ਹੋ ਸਕਦਾ। I said I am really feeling a pinch ਕਿ ਇਹ ਸਾਡੇ ਆਸ-ਪਾਸ ਹੈਗੇ ਨੇ, ਜੇ ਮੈਂ 16 ਸੈਕਟਰ ਰਹਿੰਦੀ, ਮੇਰੇ 16 ਸੈਕਟਰ ਹੀ ਕਿੰਨੇ ਨੇ ਜਿਨ੍ਹਾਂ ਨੂੰ ਮੈਂ ਹੈਲਪ ਕਰਨਾ ਚਾਹਾਂਗੀ ਇਸ ਟਾਈਮ ਤੇ। So she said ਕਿ let's do it, you know, it was as random as that। ਤੇ ਅਸੀਂ ਆਪਣੇ ਪੈਸੇ ਜਿੰਨੇ ਅਸੀਂ ਕੰਟਰੀਬਿਊਟ ਕਰ ਸਕਦੇ ਸੀ, we just contributed personally on the first day, and ਅਸੀਂ ਉਹਦਾ ਨਾ ਸੋਚਿਆ ਕਿ ਅਸੀਂ ਆਪਣੇ ਫਰੈਂਡਸ ਨੂੰ ਵੀ ਇਨਕਰੇਜ ਕਰਾਂਗੇ ਕਿ ਥੋੜਾ ਜਿਹਾ ਅੱਗੇ ਆਉਣ, ਜਿੱਦਾਂ ਵੀ ਆ ਸਕਦੇ ਨੇ, ਯੂ ਨੋ। ਤੇ ਅਸੀਂ ਰਾਤੋਂ ਰਾਤ ਇਹ ਨਾ ਸੋਚਿਆ ਅੰਨਦਾਨ ਮਹਾਦਾਨ, ਬਿਕਾਜ਼ ਅਸੀਂ ਪੰਜਾਬੀ ਇਹ ਜ਼ਰੂਰ ਮੰਨਦੇ ਹਾਂ ਲੰਗਰ ਵੰਡ ਸਕੋ। So we just felt that food is something ਜਿਹੜਾ ਸਭ ਦਾ ਰਾਈਟ ਹੈਗਾ, ਤੇ ਇਹ ਬਖਸ਼ਿਸ਼ ਹਰ ਇੱਕ ਕੋਲ ਪਹੁੰਚਾਣੀ, ਇਹ ਇਨਸਾਨ ਦਾ ਜਿੱਦਾਂ ਅਸੀਂ ਖੂਨ ਰਕਤਦਾਨ ਕਰਦੇ ਹਾਂ, ਇਹ ਵੀ we can only do it। So humans have to stand for humans, you know, at that time। So we just started, and within no time, within a week's time, we had enough money coming in through our friends, to our students and all of that, कि ਅਸੀਂ ration kits ready करनी शुरू कीतियां। And the idea was कि ਅਸੀਂ cook ਖਾਣਾ ਨਾ ਖਿਲਾਈਏ, ਅਸੀਂ ਉਹਨਾਂ ਨੂੰ ਰਾਸ਼ਨ ਦੇਈਏ ਤਾਂ ਕਿ ਉਹਨਾਂ ਦਾ 10-10 12-12 ਦਿਨ ਉਹ ਆਪਣੇ ਆਪ ਜਿਹਦਾ ਕੋਲ ਕਿਚਨ ਹੈ ਉਹਦਾ ਕਿਚਨ ਨਾ ਬੰਦ ਹੋਏ। So we just started doing it। ਅਸੀਂ ਬਹੁਤ ਸਿੱਖਿਆ ਕਰਦੇ ਕਰਦੇ, ਬਹੁਤ ਚੈਲੰਜਸ ਸੀਗੇ, ਬਹੁਤ ਥੌਟ ਪ੍ਰੋਸੈਸ, ਕਿਉਂਕਿ ਅਸੀਂ ਕਦੀ ਪਹਿਲੇ ਇਹੋ ਜਿਹਾ ਕੋਈ ਕੰਮ ਕੀਤਾ ਨਹੀਂ ਸੀਗਾ। And slowly and slowly people guided us। फिर आस्ते आस्ते ਸਾਨੂੰ ਸਮਝ ਆਇਆ ਕਿ ਪੁਲਿਸ ਦੀ ਇਨਵੋਲਵਮੈਂਟ ਵੀ ਬਹੁਤ ਜ਼ਰੂਰੀ ਹੈ, because precaution was also a very major concern। ਤੇ ਅਸੀਂ ਆਪਣੇ ਵਲੰਟੀਅਰਸ ਨੂੰ ਡੇਂਜਰ 'ਚ ਨਹੀਂ ਪਾਉਣਾ ਚਾਹੁੰਦੇ ਸੀ, ਤੇ ਅਸੀਂ ਬਹੁਤ ਚੀਜ਼ਾਂ I could not leave my home because I have senior citizen parents। So ਮੇਰੇ ਲਈ ਇਹ ਸਟਰਗਲ ਸੀ ਕਿ ਮੈਂ ਕਿੱਦਾਂ ਘਰ ਬੈਠੇ ਇਹ ਪੂਰੀ ਮੁਹਿੰਮ ਚਲਾਵਾਂ ਤਾਂ ਕਿ ਉਹ ਪਰਸਨਲ ਵੀ ਰਹੇ ਤੇ ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ। So that started, and ਅਸੀਂ ਹੁਣੇ 29th of this month we completed a 60 days of feeding, and we are now 60 plus days, and we are feeding every day। ਹੁਣ ਅਸੀਂ migrants ਨਾਲ ਕੰਮ ਕਰ ਰਹੇ ਹਾਂ ਜਿਹੜੇ ਘਰ ਪਹੁੰਚਣਾ ਚਾਹੁੰਦੇ ਨੇ, ਤੇ ਚਾਹੇ ਉਹ ਆਪਣੀ ਤਰਫੋਂ ਕਿਸੇ ਕੋਲ ਟਿਕਟ ਨਹੀਂ ਹੈਗੀ, ਕਿਉਂਕਿ ਜਿਹੜਾ ਸਿੰਗਲ ਬੰਦਾ ਹੈ ਉਹ ਤਾਂ ਪਹੁੰਚ ਜਾਂਦਾ ਹੈ ਘਰ ਕਿਸੇ ਨਾ ਕਿਸੇ ਤਰੀਕੇ ਪੈਸਾ 200-400 ਰੁਪਏ ਕਲੈਕਟ ਕਰਕੇ, ਪਰ ਜਿਹਦੀ ਫੈਮਿਲੀ ਹੈਗੀ ਹੈ ਜਿਹਨੇ ਇਕੱਠੇ ਜਾਣਾ ਹੈ ਉਹ 4-5 ਹਜ਼ਾਰ ਇਕੱਠੇ ਨਹੀਂ ਕਲੈਕਟ ਕਰ ਪਾਉਂਦਾ, ਤੇ ਉੱਥੇ ਬਹੁਤ ਪ੍ਰੋਬਲਮ ਕਿੱਥੋਂ ਚੱਲ ਕੇ ਆ ਰਹੇ ਨੇ, ਉਹਨਾਂ ਨੂੰ ਖਾਣ ਨੂੰ ਨਹੀਂ ਹੈਗਾ। ਸੋ ਅਸੀਂ ਆਪਣੀ ਫੰਡਿੰਗ ਨਾਲ ਕਿਸੇ ਦੀ ਹਾਫ ਟਿਕਟ ਪੇ ਕਰ ਦਿੰਦੇ ਹਾਂ, ਕਿਸੇ ਦੀ ਬੱਸ ਅਰੇਂਜ ਕਰਾ ਦਿੰਦੇ ਹਾਂ। ਸੋ ਜੋ ਜਿੱਥੇ we can help, we are trying to do our best।
है सुना ये पूरी धरती तू चलाता है, मेरी भी सुन ले अरज मुझे घर बुलाता है। भगवान है कहाँ रे तू, है खुदा है कहाँ रे तू, है सुना तू भटके मन को राह दिखाता है, मैं भी खोया हूँ मुझे घर बुलाता है। भगवान है कहाँ रे तू, है खुदा है कहाँ रे तू। मैं पूजा करूं या नमाज़ें पढ़ूं, अरदासें करूं दिन रात, न तो मंदिर मिले न तो गिरजे मिले, तुझे ढूंढे थके मेरे नैन, तुझे ढूंढे थके मेरे नैन, तुझे ढूंढे थके मेरे नैन। जो भी रस्में हैं वो सारी मैं निभाता हूँ, इन करोड़ों की तरह मैं सर झुकाता हूँ। भगवान है कहाँ रे तू, है खुदा है कहाँ रे तू। तेरे नाम कहीं, तेरे चेहरे कहीं, तुझे पाने की राह है कहीं। हर राह चला पर तू ना मिला, तू क्या चाहे मैं समझा नहीं, तू क्या चाहे मैं समझा नहीं, तू क्या चाहे मैं समझा नहीं। सोचे बिन समझे जतन करता ही जाता हूँ, तेरी जिद सर आंखों पर रख के निभाता हूँ। भगवान है कहाँ रे तू, है खुदा है कहाँ रे तू। भगवान है कहाँ रे तू, है खुदा है कहाँ रे तू। ਬਹੁਤ ਅੱਛੇ ਜੀ, ਬਹੁਤ ਅੱਛੇ। ਸੋ ਮੈਂ ਸਮਝਦਾ ਕਿ ਤੁਸੀਂ ਬੜਾ ਵਧੀਆ ਜਿਵੇਂ ਅੰਨਦਾਨ ਮਹਾਦਾਨ ਇੱਕ ਬੜਾ ਪੁੰਨ ਦਾ ਕੰਮ ਜਿਹੜਾ ਕਰ ਰਹੇ ਹੋ। ਸੋ ਤੁਹਾਨੂੰ ਬਹੁਤ-ਬਹੁਤ ਤੁਹਾਡੀ ਟੀਮ ਨੂੰ, ਸਮੁੱਚੀ ਟੀਮ ਨੂੰ ਬਹੁਤ-ਬਹੁਤ ਸ਼ਾਬਾਸ਼ ਔਰ ਬਹੁਤ-ਬਹੁਤ ਸ਼ੁਭਕਾਮਨਾਵਾਂ। ਕੀਪ ਇਟ ਅਪ, ਇਸੇ ਤਰ੍ਹਾਂ ਤੁਸੀਂ ਕੰਮ ਕਰਦੇ ਰਹੋ। ਸੋ ਮੈਂ ਮਹਿੰਦਰ ਕੌਰ ਕਟਾਰੇ ਜੀ ਦੇ ਨਾਲ ਹੁਣ ਮੈਂ ਉਹਨਾਂ ਦਾ ਤਾਰੁਫ ਥੋੜਾ ਚਾਹਾਂਗਾ ਕਿ ਤੁਸੀਂ ਜਿਹੜਾ ਹੈ ਜੀ ਕਿਵੇਂ ਆਪਣੇ ਜਿਹੜੀ ਕਾਰਜ ਖੇਤਰ ਦੇ ਵਿੱਚ
ਇੰਨੇ ਦਿਨੀ ਖਾਸ ਤੌਰ ਦੇ ਉੱਤੇ ਕਰ ਰਹੇ ਹੋ ਕੰਮ। ਤੋਂ ਵੈਸੇ ਤੁਹਾਡੀ ਚਰਚਾ ਜਿਹੜੀ ਅਸੀਂ ਦੇਖਦੇ ਰਹਿੰਦੇ, ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਮਹਿੰਦਰ ਕੌਰ ਕਟਾਰੀਆ ਜੀ ਜਿਹੜੇ ਹਨ ਜੀ, ਇਹ ਬਹੁਤ ਅੱਛੇ ਇਹਨਾਂ ਟੀਵੀ ਸ਼ੋਅ ਵੀ ਇਹਨਾਂ ਨੇ ਹੁਣ ਰੀਸੈਂਟਲੀ ਸ਼ੁਰੂ ਕੀਤਾ, ਉਸ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਔਰ ਇਸ ਮੀਡੀਆ ਜਗਤ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ, ਵੈਲਕਮ ਟੂ ਦਿਸ ਟੀਵੀ ਸ਼ੋਅ ਫੀਲਡ, ਵੈਲਕਮ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਐਮ ਆਈ ਆਡੀਬਲ ਟੂ ਆਲ? ਹਾਂਜੀ ਹਾਂਜੀ, ਯੈਸ ਯੈਸ ਪਲੀਜ਼। ਹਾਂਜੀ, ਓਕੇ ਜੀ। ਅੱਛਾ ਜੀ, ਖੁਸ਼ੀਆਂ ਤੇ ਹਾਸੇ ਵੰਡਣਾ ਮੇਰਾ ਸ਼ੌਕ ਹੈ। ਕਹਿੰਦੇ ਨੇ ਕਿ ਜੇ ਕਿਸੇ ਨੂੰ ਤੁਸੀਂ ਖੁਸ਼ ਕਰ ਦਵੋ ਤਾਂ ਸਭ ਤੋਂ ਵੱਡੀ ਜਿਹੜੀ ਹੈ ਇੱਕ ਸਮਾਜ ਸੇਵਾ ਉਹੀ ਹੋ ਜਾਂਦੀ ਹੈ। ਤਾਂ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਲੋਕਡਾਊਨ ਦੇ ਪੀਰੀਅਡ ਦੀ, ਇਹ ਜਿਹੜਾ ਪੀਰੀਅਡ ਸੀਗਾ ਇਹ ਮਾਨਸਿਕ ਤੌਰ ਤੇ ਵੀ ਬਹੁਤ ਜ਼ਿਆਦਾ ਇੱਕ ਡਿਪਰੈਸ਼ਨ ਵਾਲਾ ਪੀਰੀਅਡ ਸੀਗਾ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਸਭ ਤੋਂ ਪਹਿਲੇ ਜਿਹੜੀ ਨੀਡ ਸੀਗੀ ਉਹ ਕਿਸ ਚੀਜ਼ ਦੀ ਸੀਗੀ, ਉਹ ਸੀ ਫੂਡ ਦੀ। ਇਮੀਡੀਏਟ ਉਹਨਾਂ ਨੂੰ ਖਾਣਾ ਚਾਹੀਦਾ ਸੀਗਾ। ਔਰ ਅਸੀਂ ਕੀ ਕੀਤਾ ਕਿ ਸਾਡੇ ਬਹੁਤ ਸਾਰੇ ਜਿਸਾ ਕੰਟੈਕਟਸ ਆਪਸ ਦੇ ਵਿੱਚ ਜਿੰਨੀ ਵੀ ਸਾਡੀ ਐਨਜੀਓਜ਼ ਨੇ, ਆਰਗੇਨਾਈਜੇਸ਼ਨ ਨੇ, ਉਹਨਾਂ ਨਾਲ ਸਾਡੇ ਕੰਟੈਕਟਸ ਬਣੇ ਹੋਏ ਸੀ ਤੇ ਜਿੱਥੇ ਨੀਡ ਹੁੰਦੀ ਸੀ ਉੱਥੇ ਅਸੀਂ ਉਸ ਆਰਗੇਨਾਈਜੇਸ਼ਨ ਦੇ ਨਾਲ ਕਨੈਕਟ ਕਰਵਾ ਦਿੰਦੇ ਸੀ। ਚਾਹੇ ਉਹ ਸਾਨੂੰ ਉੱਥੇ ਡੀਸੀ ਦੀ ਹੈਲਪ ਲੈਣੀ ਪਈ, ਚਾਹੇ ਸਾਨੂੰ ਐਡਮਿਨਿਸਟ੍ਰੇਸ਼ਨ ਦੀ, ਐਸਟੀਐਮ ਉਹਨਾਂ ਦੀ ਹੈਲਪ ਲੈਣੀ ਪਈ, ਸਭ ਦੇ ਨਾਲ ਅਸੀਂ ਕਨੈਕਸ਼ਨ ਕਰਵਾ ਦਿੱਤਾ। ਸੈਕਿੰਡ ਥਿੰਗ ਆ ਜਾਂਦੀ ਹੈ ਕਿ ਜਦੋਂ ਅਸੀਂ ਖਾਣੇ ਤੋਂ ਅੱਗੇ ਵਧੇ ਤਾਂ ਫਿਰ ਸਾਨੂੰ ਪਤਾ ਚੱਲਿਆ ਕਿ ਲੋਕਾਂ ਨੂੰ ਪ੍ਰੀਕਾਸ਼ਨਸ ਲੈਣ ਦੀ ਵੀ ਬਹੁਤ ਜ਼ਰੂਰਤ ਹੈ। ਪ੍ਰੀਕਾਸ਼ਨਸ ਦੇ ਵੀ ਸਭ ਤੋਂ ਪਹਿਲੇ ਆ ਗਏ ਯੂਜ਼ਿੰਗ ਮਾਸਕ ਲਗਾਣੇ ਬਹੁਤ ਜ਼ਰੂਰੀ ਸੀਗੇ, ਸੈਨੀਟਾਈਜ਼ਰ ਦਾ ਯੂਜ਼ ਕਰਨਾ ਬਹੁਤ ਜ਼ਰੂਰੀ ਸੀਗਾ, ਫੀਮੇਲ ਵਾਸਤੇ ਸੈਨੀਟਰੀ ਨੈਪਕਿਨ ਦੀ ਬਹੁਤ ਰਿਕੁਆਇਰਮੈਂਟ ਸੀਗੀ। ਤੇ ਅਸੀਂ ਇਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ 1 by 1 ਕਰਕੇ ਪੂਰੀ ਕਰਨੀ ਸ਼ੁਰੂ ਕਰ ਦਿੱਤੀ। ਥਰਡ ਆ ਜਾਂਦੀ ਹੈ ਕਿ ਲੋਕਾਂ ਨੂੰ ਐਜੂਕੇਟ ਕਰਨਾ। ਤੁਸੀਂ ਉਹਨਾਂ ਨੂੰ ਸਾਰੀ ਚੀਜ਼ਾਂ ਤਾਂ ਪ੍ਰੋਵਾਈਡ ਕਰਦੀਆਂ, ਲੇਕਿਨ ਇੱਕ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਬੈਠਣਾ ਔਰ ਉਹ 24 ਘੰਟੇ ਦੇ ਵਿੱਚ ਤੁਸੀਂ ਸਾਰਾ ਦਿਨ ਕੀ ਕਰੋ, ਇਹ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਮੋਟੀਵੇਸ਼ਨ ਲੋਕਾਂ ਨੂੰ ਦੇਣੀ ਜ਼ਰੂਰੀ ਸੀਗੀ। ਤੁਸੀਂ ਅਗਰ ਚੰਡੀਗੜ੍ਹ ਦੇ ਵਿੱਚ ਦੇਖਿਆ ਹੋਏਗਾ ਤੇ ਬਹੁਤ ਸਾਰੀ ਜਗ੍ਹਾ ਤੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਆਏ, ਬਹੁਤ ਸਾਰੀ ਜਗ੍ਹਾ ਤੇ ਐਸੇ ਸੀਗਾ ਕਿ ਲੜਾਈਆਂ ਹੋ ਰਹੀਆਂ ਨੇ ਔਰ ਚੋਰੀਆਂ ਵੀ ਹੋ ਰਹੀਆਂ ਨੇ ਔਰ ਮੈਂਟਲ ਡਿਪਰੈਸ਼ਨ ਦੇ ਵਿੱਚ ਕੋਈ ਸੁਸਾਈਡਲ ਕੇਸਿਸ ਵੀ ਹੋਏ ਨੇ। ਤਾਂ ਇਹ ਕੁਝ ਮੈਨੂੰ ਲੱਗਦਾ ਹੈ ਜਿਹੜੇ ਫੈਕਟਸ ਹੈ ਅਸੀਂ ਉਹਨਾਂ ਨੂੰ ਸ਼ਾਇਦ ਕਿਤੇ ਕਵਰ ਨਹੀਂ ਕਰ ਪਾਉਂਦੇ। ਤਾਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ, ਬੀਇੰਗ ਐਜ਼ ਅ ਸਪੀਕਰ, ਬੀਇੰਗ ਐਜ਼ ਅ ਸੌਫਟ ਸਕਿਲਸ ਟ੍ਰੇਨਰ, ਮੈਂ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕੀਤਾ ਔਰ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੇਰੇ ਨਾਲ ਹਰ ਡਿਪਾਰਟਮੈਂਟ ਦੇ ਨਾਲ ਮੈਂ ਕੰਮ ਕਰ ਚੁੱਕੀ ਹਾਂ, ਚਾਹੇ ਉਹ ਚੰਡੀਗੜ੍ਹ ਪੁਲਿਸ ਹੋਏ, ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਹੋਏ, ਨਾਰਕੋਟਿਕ ਕੰਟਰੋਲ ਬਿਊਰੋ ਹੋਏ। ਅਸੀਂ ਹਰ ਡਿਪਾਰਟਮੈਂਟ ਦੇ ਵਿੱਚੋਂ ਰਿਕੁਆਇਰਮੈਂਟ ਔਰ ਜਿਹੜੀ ਨੀਡ ਹੈ ਉਹਨਾਂ ਨੂੰ ਕਿਸ ਤਰ੍ਹਾਂ ਕਨੈਕਟ ਕਰਨਾ ਹੈ, ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖਿਆ। ਔਰ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਇਆ ਤਤ, ਤਾਂ ਤੁਸੀਂ ਜਿੰਨਾ ਮਿੱਠਾ ਬੋਲਦੇ ਹੋ ਤਾਂ ਤੁਹਾਡੇ ਸਾਰੇ ਦੇ ਸਾਰੇ ਜਿੰਨੀ ਵੀ ਪ੍ਰੋਬਲਮਸ ਨੇ ਉਹ ਆਪਣੇ ਆਪ ਸੋਲਵ ਹੋ ਜਾਂਦੀਆਂ ਨੇ। ਅੱਜ ਸਾਰਿਆਂ ਦੇ ਨਾਲ ਮਿਲ ਕੇ ਮੈਨੂੰ ਇਤਨਾ ਅੱਛਾ ਲੱਗਿਆ। ਦੇਖੋ ਹਰ ਕਿਸੇ ਦਾ ਜਿਹੜਾ ਇੱਕ ਪਰਪਸ ਹੈ ਉਹ ਹਿਊਮੈਨਿਟੀ ਹੈ, ਉਹ ਹੈ ਇਨਸਾਨੀਅਤ। ਤਾਂ ਜੇ ਅਸੀਂ ਇਨਸਾਨੀਅਤ ਵੱਲ ਕੰਮ ਕਰ ਰਹੇ ਹਾਂ ਤਾਂ ਇਨਸਾਨੀਅਤ ਦਾ ਮਤਲਬ ਹੈ ਕਿ ਜ਼ਿੰਦਗੀ ਜੀਣ ਦੇ ਨਿਯਮ ਉਹ ਅਸੀਂ ਹਰ ਜਗ੍ਹਾ ਤੇ ਸਿਖਾਉਂਦੇ ਆ, ਚਾਹੇ ਕੋਈ ਖਾਣਾ ਖਿਲਾ ਕੇ ਪੇਟ ਭਰ ਕੇ। ਮੈਮ ਬੜਾ ਅੱਛਾ ਦੱਸ ਰਹੇ ਸੀਗੇ ਕਿ ਅਸੀਂ ਕਿਸ ਤਰ੍ਹਾਂ ਇੱਕ ਪਲਾਨਿੰਗ ਕੀਤੀ ਕਿ ਅਸੀਂ ਕਿਸ ਤਰ੍ਹਾਂ ਖਾਣਾ ਚਲੋ ਇੱਕ ਸਟਾਰਟ ਕਰੀਏ। ਤਾਂ ਇੱਕ ਛੋਟੀ ਜਿਹੀ ਮੁਹਿੰਮ ਹੈ, ਜਦੋਂ ਤੁਸੀਂ ਇੱਕ ਇਨੀਸ਼ੀਏਟਿਵ ਲੈਂਦੇ ਹੋ ਤਾਂ ਤੁਹਾਡੇ ਨਾਲ ਆਪਣੇ ਆਪ ਇੱਕ ਟੀਮ ਬਣਦੀ ਜਾਂਦੀ ਹੈ। ਬਟ ਦਾ ਥਿੰਗ ਇਜ਼ ਕਿ ਤੁਹਾਡੀ ਜਿਹੜੀ ਸੋਚ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਐਂਡ ਤੁਹਾਡੀ ਜਿਹੜੀ ਇੱਕ ਇੰਟਰਨਲ ਮੋਟੀਵੇਸ਼ਨ ਹੈ ਜਿਹਨੂੰ ਅਸੀਂ ਸੈਲਫ ਮੋਟੀਵੇਸ਼ਨ ਕਹਿ ਦਿੰਦੇ ਹਾਂ, ਇਹ ਬਹੁਤ ਜ਼ਰੂਰੀ ਹੈ। ਔਰ ਇਸ ਟਾਈਮ ਤੇ ਸਾਨੂੰ ਜ਼ਰੂਰਤ ਸੀਗੀ ਕਿ ਆਪਣੇ ਆਪ ਨੂੰ ਸੇਫ ਵੀ ਰੱਖਣਾ ਔਰ ਫੀਲਡ ਦੇ ਵਿੱਚ ਜਾ ਕੇ ਕੰਮ ਵੀ ਕਰਨਾ, ਤਾਂ ਆਪਣੀ ਸਿਕਿਉਰਿਟੀ ਵੀ ਜ਼ਰੂਰੀ ਸੀਗੀ ਔਰ ਬਾਕੀਆਂ ਦੀ ਸਿਕਿਉਰਿਟੀ ਵੀ। ਸੋ ਇਸੇ ਤਰ੍ਹਾਂ ਸਾਡੇ ਕੰਮ ਕਰਦੇ ਗਏ ਔਰ ਕੋਸ਼ਿਸ਼ ਕੀਤੀ ਕਿ ਚਲੋ ਕੁਝ ਅੱਛਾ ਕਰ ਸਕੀਏ, ਵਧੀਆ ਕਰ ਸਕੀਏ। ਥੈਂਕ ਯੂ ਵੈਰੀ ਮਚ, ਥੈਂਕ ਯੂ ਮਹਿੰਦਰ ਕੌਰ ਕਟਾਰੀਆ ਜੀ। ਔਰ ਜਿਵੇਂ ਕਿ ਆਪਾਂ ਥੋੜਾ ਜਿਹਾ ਹੋਰ ਅੱਗੇ ਹੁਣ ਵਧੀਏ, ਸੋ ਤੁਹਾਡਾ ਸਾਰਿਆਂ ਦਾ, ਸੋ ਮੈਂ ਹੁਣ ਗੱਲ ਕਰਨੀ ਚਾਹਾਂਗਾ ਕਿ ਇਹ ਜਿਹੜੇ ਐਫਰਟਸ ਨੇ ਜੀ, ਤੁਸੀਂ ਬਹੁਤ, ਤੁਹਾਨੂੰ ਅਗਰ ਸੈਲਿਊਟ ਵੀ ਤੁਹਾਡੇ ਲਈ ਬੜਾ ਛੋਟਾ ਸ਼ਬਦ ਹੋਏਗਾ, ਸੋ ਉਹ ਇਹ ਹੈ ਕਿ ਇਹ ਐਫਰਟਸ ਕਿੰਨੀ ਕੁ ਦੇਰ ਤੱਕ ਜਾਰੀ ਰਹਿ ਸਕਦੇ ਨੇ, ਕਿਉਂਕਿ ਕੋਈ ਵੀ ਚੀਜ਼ ਹੈ, ਕੋਈ ਵੀ ਕਮੋਡਿਟੀ ਹੈ, ਉਹਦਾ ਮੁੱਲ ਹੈ, ਉਹਦਾ ਕੋਈ ਕੀਮਤ ਹੈ, ਉਹਦਾ ਪ੍ਰਾਈਸ ਹੈ, ਉਹਦਾ ਪ੍ਰਾਈਸ ਟੈਗ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੰਟੀਨਿਊ ਰੱਖਣ ਦੇ ਵਿੱਚ ਚੈਲੰਜਸ ਆਉਣਗੇ? ਸੋ ਕਿੰਨੇ ਕੁ ਸਸਟੇਨੇਬਲ ਨੇ ਇਹ ਜਿਹੜੇ ਇਵੈਂਟਸ ਜਿਹੜੀਆਂ ਨੇ, ਜਿਹੜੇ ਕੰਮ ਤੁਸੀਂ ਕਰ ਰਹੇ ਹੋ,
ਤੇ ਕਿੰਨੀ ਕੁ ਦੇਰ ਤੱਕ ਇਹਨਾਂ ਨੂੰ ਚਲਾਇਆ ਜਾ ਸਕਦਾ ਹੈ। ਤੇ ਫਿਰ ਅੱਗੇ ਚੱਲ ਕੇ ਆਪਾਂ ਗੱਲ ਕਰਾਂਗੇ। ਚੈਲੰਜਸ ਤੁਸੀਂ ਵੈਸੇ ਦੱਸ ਦਿੱਤੇ ਨੇ ਕਿ ਇਹਦੇ ਵਿੱਚ ਮੋਟੀਵੇਸ਼ਨ ਜਿਹੜੇ ਸਪੀਕਰਸ ਨੇ ਜਾਂ ਮੋਟੀਵੇਟ ਵਲੰਟੀਅਰਸ ਨੂੰ ਕਿਵੇਂ ਤੁਸੀਂ ਕਰੋਗੇ। ਸੋ ਸਭ ਤੋਂ ਪਹਿਲਾਂ ਹਾਊ ਸਸਟੇਨੇਬਲ, ਇਹ ਕਿੰਨੇ ਕੁ ਸਸਟੇਨੇਬਲ ਨੇ, ਕਿੰਨੇ ਕੁ ਇਹ ਲੰਬੇ ਦੇਰ ਤੱਕ ਇਹਨੂੰ ਆਪਾਂ ਚਲਾ ਸਕਦੇ ਹਾਂ। ਸੋ ਮੈਂ ਸੱਦਾ ਦਿਆਂਗਾ ਸੁਖਵਿੰਦਰ ਵੀਰ ਜੀ ਹੋਰਾਂ ਨੂੰ। ਸੁਖਵਿੰਦਰ ਭਾਜੀ। ਹਾਂਜੀ ਵੀਰ ਜੀ, ਦੇਖੋ ਜਦੋਂ ਤੱਕ ਲੋੜ ਹੈ ਉਦੋਂ ਤੱਕ ਇਹ ਐਫਰਟਸ ਚੱਲਣੀਆਂ ਹੀ ਚੱਲਣੀਆਂ ਤੇ ਸਾਨੂੰ ਚਲਾਉਣੀਆਂ ਪੈਣੀਆਂ ਨੇ। ਜਿਸ ਤਰ੍ਹਾਂ ਹੁਣ ਜਿਹੜੇ ਅੱਜ ਅਸੀਂ ਹਾਲਾਤ ਦੇ ਵਿੱਚ ਗੁਜ਼ਰ ਰਹੇ ਹਾਂ, ਕਿਉਂਕਿ ਅਜੇ ਤੱਕ ਕੋਈ ਵੈਕਸੀਨ ਨਹੀਂ ਸਾਨੂੰ ਦਿਸ ਰਿਹਾ ਕਿ ਕੋਈ ਵੈਕਸੀਨ ਆ ਰਿਹਾ ਹੈ ਜਾਂ ਨੀਅਰ ਫਿਊਚਰ ਦੇ ਵਿੱਚ ਆ ਵੀ ਜਾਵੇਗਾ, ਜਾਂ ਜੋ ਪ੍ਰੋਫੈਸ਼ਨਲਸ ਨੇ ਉਹ ਕਹਿੰਦੇ ਨੇ ਕਿ ਜੇ ਅੱਜ ਦੀ ਡੇਟ ਦੇ ਵਿੱਚ ਕੋਈ ਵੈਕਸੀਨ ਅਨਾਉਂਸ ਵੀ ਹੋ ਜਾਂਦਾ ਵਰਲਡ ਵਾਈਡ ਤਾਂ ਕਹਿ ਲਓ ਆਪਣੇ 6 ਤੱਕ ਪਹੁੰਚਣ ਲਈ ਉਹਨੂੰ 6 ਮਹੀਨੇ ਤੋਂ ਸਾਲ ਦਾ ਟਾਈਮ ਲੱਗ ਜਾਣਾ, ਕਿਉਂਕਿ ਇੰਨੀ ਤਾਦਾਦ ਦੇ ਵਿੱਚ ਉਹ ਵੈਕਸੀਨ ਬਣਾਉਣਾ ਤੇ ਫਿਰ ਡਿਲੀਵਰ ਕਰਨਾ ਤੇ ਫਿਰ ਇੰਜੈਕਟ ਕਰਨਾ, ਸਾਰਿਆਂ ਨੂੰ ਦੇਣਾ। ਸੋ ਇਸ ਤਰੀਕੇ ਦੇ ਨਾਲ ਹੁਣ ਅਸੀਂ ਜੇ ਯੂਨਾਈਟਿਡ ਸਿਕਸ ਦੇ ਤੌਰ ਤੇ ਦੇਖੀਏ ਤਾਂ ਅਸੀਂ 12 ਮਹੀਨੇ ਦਾ ਜੇ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਸਾਨੂੰ 12 ਮਹੀਨੇ ਹੋਰ ਇਹ ਸੇਵਾ ਇਸੇ ਤਰ੍ਹਾਂ ਕੰਟੀਨਿਊ ਰੱਖਣੀ ਪੈਣੀ ਆ ਵਰਲਡ ਵਾਈਡ, ਜਿੱਥੇ ਜਿੱਥੇ ਵੀ ਅਸੀਂ ਇਸ ਟਾਈਮ ਕੰਮ ਕਰ ਰਹੇ ਹਾਂ। ਸੋ ਇਹਦੇ ਵਿੱਚ ਵਾਕਈ ਕਿ ਹੁਣ ਚੈਲੰਜਸ ਤਾਂ ਹੁੰਦੇ ਨੇ, ਪਰ ਅਸੀਂ ਦੇਖਿਆ ਕਿ ਉਸ ਤਰ੍ਹਾਂ ਦੇ ਜੇ ਕੋਈ ਚੈਲੰਜ ਆਉਂਦਾ ਵੀ ਹੈ ਤਾਂ ਮੈਂ ਤਾਂ ਕਹਾਂਗਾ ਵੀ ਉੱਪਰ ਵਾਲੇ ਦੀ ਉਹ ਕਿਰਪਾ ਹੀ ਹੁੰਦੀ ਹੈ ਕਿ ਉਸ ਚੈਲੰਜ ਨੂੰ ਫੇਸ ਕਰਨ ਲਈ ਜਾਂ ਉਸ ਚੈਲੰਜ ਦੇ ਨਾਲ ਜੂਝਣ ਲਈ ਆਪਣੇ ਆਪ ਵਲੰਟੀਅਰਸ ਦੇ ਵਿੱਚ ਉਹ ਮੋਟੀਵੇਸ਼ਨ, ਉਹ ਇੱਕ ਚੜ੍ਹਦੀ ਕਲਾ ਦੀ ਭਾਵਨਾ ਜਾਂ ਉਹਨਾਂ ਦੇ ਵਿੱਚ ਉਹ એનર્ਜੀ ਆਪਣੇ ਆਪ ਆ ਜਾਂਦੀ ਹੈ। ਹੁਣ ਜੇ ਹੁਣ ਆਪਾਂ ਇੱਥੇ ਬਰੈਂਪਟਨ ਦੇ ਵਿੱਚ ਯੂਨਾਈਟਿਡ ਸਿਕਸ ਦਾ ਜਿਹੜਾ ਆਪਣਾ ਕਹਿ ਲਓ ਇਨੀਸ਼ੀਏਟਿਵ ਚੱਲ ਰਹੇ ਨੇ, ਤੇ ਹੁਣ ਪਹਿਲਾਂ ਸਾਨੂੰ ਲੱਗਦਾ ਸੀ ਕਿ ਠੀਕ ਹੈ ਜੀ ਪੂਰੇ ਸਿਟੀ ਨੂੰ ਅਸੀਂ ਅਡਾਪਟ ਕਰ ਰਹੇ ਹਾਂ, ਸਿਟੀ ਆਫ ਬਰੈਂਪਟਨ ਦੇ ਨਾਲ ਐਫੀਲੀਏਸ਼ਨ ਕਰ ਰਹੇ ਹਾਂ, ਉਹਨਾਂ ਦੀ ਟਾਸਕ ਫੋਰਸ ਦੇ ਵਿੱਚ ਅਸੀਂ ਐਂਟਰ ਹੋ ਗਏ, ਉਹਨਾਂ ਨੇ ਸਾਨੂੰ ਵੈਬਸਾਈਟ ਤੇ ਪਾਤਾ ਹੈ ਵੀ ਪਰ ਇੱਕ ਹੁਣ ਲੋਕਡਾਊਨ ਵੀ ਹੈ ਤੇ ਸਾਰੇ ਆਪੋ ਆਪਣੇ ਘਰਾਂ 'ਚ ਵੀ ਰਹਿਣਾ, ਮੋਰ ਦੈਨ 5 ਜਣਿਆਂ ਤੋਂ ਜ਼ਿਆਦਾ ਆਪਾਂ ਇਕੱਠੇ ਨਹੀਂ ਹੋ ਸਕਦੇ, ਵੀ ਫਿਰ ਇਹ ਕਿਸ ਤਰ੍ਹਾਂ ਸਾਡਾ ਇਹ ਸਾਰਾ ਚਲਾ ਪਾਵਾਂਗੇ। ਤੇ ਪਰ ਹੌਲੀ ਹੌਲੀ ਉਹ ਸਿਟੀ ਨੇ ਆਪਣੇ ਆਪ ਸਾਨੂੰ ਅਪਰੋਚ ਕੀਤਾ, ਉਹਨਾਂ ਨੇ ਸਾਨੂੰ ਆਪਣੇ ਵੱਲੋਂ ਹੈਲਪ ਪ੍ਰੋਵਾਈਡ ਕੀਤੀ, ਉਹਨਾਂ ਨੇ ਸਾਨੂੰ ਪੌਕਟਸ ਦਿੱਤੀਆਂ ਕਿੱਥੇ ਤੁਸੀਂ ਲੰਗਰ, ਜਿੱਦਾਂ ਹੁਣ ਸਾਨੂੰ ਗ੍ਰੇਸ ਚਰਚ ਉਹਨਾਂ ਨੇ ਦਿੱਤਾ ਕਿ ਤੁਸੀਂ ਚਰਚ ਦੇ ਵਿੱਚ ਫੂਡ ਲੈ ਕੇ ਜਾਓ, ਤੇ ਪਲੱਸ ਤੁਹਾਨੂੰ ਦੱਸੋ, ਸਿਟੀ ਨੇ ਸਾਨੂੰ ਆਪ ਪੁੱਛਿਆ ਕਿ ਦੱਸੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ, ਤੁਹਾਨੂੰ ਮਾਸਕ ਚਾਹੀਦੇ ਨੇ, ਤੁਹਾਨੂੰ ਡਰਾਈ ਰਾਸ਼ਨ ਚਾਹੀਦਾ ਹੈ ਜਾਂ ਤੁਹਾਨੂੰ ਕੰਟੇਨਰ ਚਾਹੀਦੇ ਨੇ। ਸੋ ਜਿਵੇਂ ਜਿਵੇਂ ਸਾਡੀ ਨੀਡ ਸੀ ਅਸੀਂ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਨਾਲ ਇਨਵੋਲਵ ਕਰ ਲਿਆ। ਪਰ ਸ਼ੁਰੂਆਤ ਦੇ ਵਿੱਚ ਕਹਿ ਲਓ ਕਿਉਂਕਿ ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਆ, ਸਪੈਸ਼ਲੀ ਜਦੋਂ ਤੁਸੀਂ ਡਿਜ਼ਾਸਟਰ ਦੇ ਵਿੱਚ ਕੰਮ ਕਰਨਾ ਹੈ, ਕਿ ਤੁਹਾਨੂੰ ਨਹੀਂ ਪਤਾ ਹੁੰਦਾ, ਜਿਸ ਤਰ੍ਹਾਂ ਮੈਡਮ ਕਟਾਰੀਆ ਨੇ ਕਿਹਾ ਕਿ ਜਿੱਦਾਂ ਤੁਹਾਨੂੰ ਸੇਫਟੀ ਦੇ ਵੀ ਇਸ਼ੂਜ਼ ਆ ਸਕਦੇ ਨੇ ਉੱਥੇ, ਫਿਰ ਤੁਹਾਨੂੰ ਪੁਲਿਸ ਦੇ ਨਾਲ ਜਾਂ ਹੋਰ ਜਿਹੜੀਆਂ ਸਿਕਿਉਰਿਟੀ ਸਰਵਿਸਿਜ਼ ਹੁੰਦੀਆਂ ਨੇ, ਫਰੰਟ ਲਾਈਨ ਵਰਕਰਸ ਹੁੰਦੇ ਨੇ, ਤੇ ਉਹਨਾਂ ਦੇ ਨਾਲ ਕੰਮ ਕਰਨਾ ਪੈਂਦਾ ਹੈ। ਤੇ ਜਿਸ ਤਰ੍ਹਾਂ ਹੁਣ ਅਸੀਂ ਹਸਪੀਟਲਸ ਦੇ ਵਿੱਚ ਨਿਊਯਾਰਕ ਦੇ ਵਿੱਚ ਜਦੋਂ 30,000 ਮੀਲਸ ਐਮਰਜੈਂਸੀ ਵਰਕਰਸ ਨੂੰ ਉੱਥੇ ਪਹੁੰਚਾਏ, ਤੇ ਉੱਥੇ ਸੀ ਕਿ ਹੁਣ ਹਸਪੀਟਲ ਦੇ ਵਿੱਚ ਵਲੰਟੀਅਰਸ ਨੇ ਜਾਣਾ, ਕਿਉਂਕਿ ਹਸਪੀਟਲ ਤਾਂ ਪਹਿਲਾਂ ਹੀ ਕਹਿ ਲਓ ਵੀ ਉੱਥੇ ਇੰਨਾ ਜ਼ਿਆਦਾ ਉਹ ਪ੍ਰੀਕਾਸ਼ਨਸ ਉਹਨਾਂ ਨੂੰ ਲੈਣੇ ਪੈਂਦੇ ਨੇ, ਤੇ ਉੱਥੇ ਸਾਡੇ ਵਲੰਟੀਅਰ ਜਾਣਗੇ। ਤੇ ਫਿਰ ਇਹ ਹੁੰਦਾ ਹੈ ਕਿ ਕਿਉਂਕਿ ਹੁਣ ਇੰਨਾ ਟਾਈਮ ਪੀਰੀਅਡ ਹੋ ਗਿਆ, ਮੋਰ ਦੈਨ 20 ਸਾਲ ਹੋ ਗਏ ਨੇ ਯੂਨਾਈਟਿਡ ਸਿਕਸ ਨੂੰ ਸਪੈਸ਼ਲੀ ਡਿਜ਼ਾਸਟਰ ਰਿਲੀਫ 'ਚ ਕੰਮ ਕਰਦੇ ਹਾਂ। ਸੋ ਫਿਰ ਉਸ ਤਰੀਕੇ ਦੀ ਟ੍ਰੇਨਿੰਗ ਜ਼ਰੂਰ ਵਲੰਟੀਅਰਸ ਨੂੰ ਦਿੱਤੀ ਜਾਂਦੀ ਹੈ ਜੀ, ਤਾਂ ਕਿ ਵੀ ਵਲੰਟੀਅਰਸ ਨੂੰ ਕੋਈ ਇਸ ਤਰ੍ਹਾਂ ਦਾ ਉਹ ਹੁਣ ਕਹਿ ਲਓ ਵੀ ਅਸੀਂ ਤਾਂ ਸੇਵਾ ਕਰਨ ਜਾ ਰਹੇ ਹਾਂ, ਵੀ ਮੈਂ ਸੇਵਾ, ਇਹ ਨਾ ਹੋਵੇ ਕਿ ਮੈਂ ਸੇਵਾ ਕਰਨ ਗਿਆ ਮੈਂ ਆਪ ਹੀ ਬਿਮਾਰ ਹੋ ਜਾਵਾਂ ਜਾਂ ਸਾਡਾ ਵਲੰਟੀਅਰ ਹੀ ਬਿਮਾਰ ਹੋ ਜਾਣ। ਸੋ ਇਸ ਤਰੀਕੇ ਦੇ ਨਾਲ ਕਹਿ ਲਓ ਵੀ ਅਜੇ ਇਸ ਪੈਂਡੇਮਿਕ ਜਿਹੜਾ ਅੱਜ ਦੇ ਦੌਰ 'ਚ ਆਪਾਂ ਗੁਜ਼ਰ ਰਹੇ ਹਾਂ, ਕੋਈ ਆਪਾਂ ਸਰਟਨ ਟਾਈਮ ਲਿਮਿਟ ਨਹੀਂ ਇਹਦੇ ਤੇ ਪਾ ਸਕਦੇ ਕਿ ਇੰਨੀ ਦੇਰ ਹੀ ਐਫਰਟਸ ਚੱਲਣਗੇ। ਥੈਂਕ ਯੂ ਵੈਰੀ, ਧੰਨਵਾਦ ਤੁਹਾਡਾ ਸੁਖਵਿੰਦਰ ਵੀਰ ਜੀ। ਸੋ ਮੈਂ ਸਮਝਦਾ ਕਿ ਇਹ ਜਿਹੜੇ ਚੈਲੰਜਸ ਨੇ ਉਹ ਵੀ ਵੱਡੀ ਗੱਲ ਹੈ, ਔਰ ਇਹਨਾਂ ਦਿਨਾਂ ਦੇ ਵਿੱਚ ਚੈਲੰਜਸ ਨੂੰ ਐਕਸੈਪਟ ਵੀ ਕਰਨਾ ਔਰ ਇਹਨੂੰ ਲੰਬੇ ਸਮੇਂ ਲਈ ਚਲਾਉਣ ਦੇ ਲਈ ਜਿਵੇਂ ਪਲਾਨ ਤੁਹਾਡੇ ਕੋਲ ਹੈ। ਸੋ ਮੈਂ ਟਿਮੀ ਸੋਨੀ ਭਾਜੀ ਨੂੰ ਸੱਦਾ ਦਿਆਂਗਾ ਕਿ ਉਹ ਦੱਸਣ ਕਿ ਉਹ ਕਿਵੇਂ ਇਸ ਨੂੰ ਸਸਟੇਨੇਬਿਲਿਟੀ ਜਿਹੜੀ ਹੈ, ਜਾਂ ਤੁਹਾਡੇ ਵੱਲੋਂ ਜਾਂ ਬਾਕੀ, ਜੇਕਰ ਤੁਹਾਡੇ ਕੋਲ ਜਿਵੇਂ ਕੋਈ ਐਸਾ ਕੋਈ ਆਈਡੀਆ ਹੈ ਤਾਂ ਉਹ ਵੀ ਸ਼ੇਅਰ ਕਰੋ, ਤਾਂ ਕਿ ਬਾਕੀਆਂ ਨੂੰ ਪਤਾ ਲੱਗੇ ਕਿ ਇਹ ਕਿਵੇਂ ਡੂਏਬਲ ਕਿਵੇਂ ਹੈ, ਇਹ ਕਿਵੇਂ ਇਹ ਕੰਟੀਨਿਊ ਕਿਵੇਂ ਰੱਖਿਆ ਜਾ ਸਕਦਾ ਹੈ
ਜੀ ਜੀ ਦੇਖੋ ਜੀ, ਚੈਲੰਜ ਤੇ ਬਹੁਤ ਵੱਡਾ ਹੈਗਾ, ਬਿਕੋਜ਼ ਅਸੀਂ ਤੇ ਕਦੀ ਆਪਣੀ ਲਾਈਫ ਟਾਈਮ ਵਿੱਚ ਇਸ ਤਰ੍ਹਾਂ ਦਾ ਪੈਂਡੇਮਿਕ ਹਲੀ ਦੇਖਿਆ ਨਹੀਂ ਸੀ। ਇਟਸ ਅ ਬਿਗ ਚੈਲੰਜ। ਅਸੀਂ NGO ਵੀ ਨਵੀਂ ਸੀ, ਅਸੀਂ ਜਦੋਂ ਅਸੀਂ ਗਵਰਨਮੈਂਟ ਕੋਲੋਂ ਪਰਮਿਸ਼ਨ ਲਈ, ਗਵਰਨਮੈਂਟ ਨੇ ਸਾਨੂੰ ਕਿਹਾ ਜੀ ਤੁਸੀਂ ਵੰਡਣਾ ਸ਼ੁਰੂ ਕਰੋ, ਤੇ ਅਸੀਂ ਪਹਿਲੇ ਤੇ ਘਰ ਬਣਾਉਣਾ ਸ਼ੁਰੂ ਕੀਤਾ, ਫਿਰ ਪੁਲਿਸ ਦੇ ਨਾਲ ਮਿਲ ਕੇ ਕਿੱਥੇ ਕਿੱਥੇ ਵੰਡਣਾ ਉਹ ਸ਼ੁਰੂ ਕੀਤਾ। ਬਟ ਗ੍ਰੈਜੂਅਲੀ ਕੀ ਹੈਗਾ ਜੀ ਕਿ ਚੀਜ਼ਾਂ ਵਧੀਆਂ ਗਈਆਂ, ਡਿਮਾਂਡ ਆਉਂਦੀ ਗਈ। ਫੰਡਸ ਦੀ ਇਨੀਸ਼ੀਅਲੀ ਸੀ ਕਿ ਵੀ ਫੰਡਸ ਕਿੱਥੋਂ ਆਉਣਗੇ, ਅਸੀਂ ਇੰਨਾ ਵੱਡਾ ਕਦੀ ਕਿੱਥੋਂ ਕਰਾਂਗੇ, ਬਟ ਉਹ ਪ੍ਰੋਬੇਬਲੀ ਲੋਕਾਂ ਦੇ ਵਿੱਚ ਜਜ਼ਬਾ ਐਸਾ ਸੀ ਕਿ ਅਸੀਂ ਜਿੱਥੋਂ ਜਿੱਥੋਂ ਕਿਸੇ ਨੂੰ ਕਿਹਾ ਉਹਨਾਂ ਨੇ ਸਾਨੂੰ ਫੰਡਸ ਦਿੱਤੇ। ਕੁਝ ਕੰਪਨੀ ਸੀ ਉਹਨਾਂ ਦੇ ਕੋਲ CSR ਫੰਡ ਸੀ, ਔਰ ਮੈਂ ਦੇਖਿਆ ਕਿ ਇੰਡੀਅਨਸ ਆ ਬੇਸਿਕਲੀ ਇਮੋਸ਼ਨਲ, ਤੇ ਜਿਸ ਵੇਲੇ ਇਸ ਤਰ੍ਹਾਂ ਦੀ ਕੋਈ ਚੀਜ਼ ਆਂਦੀ ਹੈਗੀ ਹੈ ਇੰਡੀਆ ਦੇ ਵਿੱਚ, ਕੁਝ ਵੀ ਹੁੰਦਾ ਹੈਗਾ, ਕੋਈ ਕਲੈਮਿਟੀ ਹੁੰਦੀ ਹੈਗੀ ਹੈ, ਤੇ ਲੋਕੀ ਅੱਗੇ ਆ ਕੇ ਜਿਹੜਾ ਹੈਗਾ ਨਾ ਜੀ ਉਹਦਾ ਡੋਨੇਟ ਕਰਦੇ ਹੈਗੇ ਨੇ। ਅਸੀਂ ਲੋਕਾਂ ਨੂੰ ਅਪੀਲ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਉਹ ਸਾਥ ਦਿੱਤਾ। ਬੇਸਿਕਲੀ ਇਹ ਹੈ ਕਿ ਇਫ ਯੂ ਵਾਂਟ ਟੂ ਸਸਟੇਨ ਇਟ, ਤੇ ਤੁਹਾਨੂੰ ਇੱਕ ਪਲਾਨ ਤੇ ਜ਼ਰੂਰ ਕਰਨਾ ਪਏਗਾ, ਕਿਉਂਕਿ ਤੁਹਾਨੂੰ ਇਹਦਾ ਐਂਡ ਤੇ ਦਿਖ ਨਹੀਂ ਰਿਹਾ ਕਿ ਐਂਡ ਕਿੱਥੇ ਹੈਗਾ। ਐਂਡ ਐਜ਼ ਐਨ NGO ਅਸੀਂ ਤੇ ਕੰਮ ਕਰਨਾ ਹੈਗਾ। ਬਹੁਤ ਸਾਰੀ ਆਰਗੇਨਾਈਜੇਸ਼ਨਸ ਆਉਂਦੀਆਂ ਨੇ ਜਿਹੜਾ ਟੈਂਪਰੇਰੀ ਕੰਮ ਕਰਦੀਆਂ ਨੇ, ਇਹਦੇ ਵਿੱਚ 20 ਦਿਨ ਕੀਤਾ, 30 ਦਿਨ ਕੀਤਾ, ਫਿਰ ਉਹ ਸਸਟੇਨ ਨਹੀਂ ਕਰ ਪਾਉਂਦੇ ਹੈਗੇ। ਸੋ ਐਜ਼ ਐਨ NGO ਵੀ ਹੈਵ ਟੂ ਪਲਾਨ ਕਿ ਅੱਛਾ ਜੀ ਅਸੀਂ ਇੰਨੇ ਜਿਹੜਾ ਹੈਗਾ ਅਸੀਂ ਇਹਨੂੰ ਅੱਗੇ ਤੱਕ ਚਲਾਉਣਾ ਹੈਗਾ, ਤੇ ਅਸੀਂ ਕਿੰਨੇ ਖਾਣੇ ਦਈਏ ਜਿਹੜਾ ਅੱਗੇ ਤੱਕ ਚੱਲ ਸਕੀਏ, ਉਹਨਾਂ ਸਸਟੇਨ ਕਰ ਸਕੀਏ। ਸੋ ਬੇਸਿਕਲੀ ਉਹ ਸਾਰਾ ਅਸੀਂ ਪਲਾਨ ਕੀਤਾ, ਅਸੀਂ ਬੈਠ ਕੇ ਪਲਾਨ ਕੀਤਾ ਜੀ, ਔਰ ਵੀ ਵਰ ਏਬਲ ਟੂ ਸਸਟੇਨ। ਔਰ ਅਸੀਂ 31 ਮਈ ਤੱਕ ਜਿਹੜਾ ਹੈਗਾ ਤਕਰੀਬਨ 1 ਲੱਖ ਖਾਣਾ ਖਵਾਇਆ ਲੋਕਾਂ ਨੂੰ, 5000 ਅਸੀਂ ਡਰਾਈ ਰਾਸ਼ਨਸ ਵੰਡੇ। ਐਂਡ ਹੁਣ ਅਸੀਂ ਡਿਸਾਈਡ ਕੀਤਾ ਕਿ ਵੀ ਸਿੰਸ ਲੋਕਾਂ ਦੇ ਕੋਲ ਹੁਣ ਥੋੜਾ ਕੰਮ ਖੁੱਲ ਗਿਆ ਹੈਗਾ, ਜਿਹੜੀ ਲੇਬਰ ਹੈਗੀ ਹੈ ਉਹਨਾਂ ਨੂੰ ਥੋੜਾ ਥੋੜਾ ਕੰਮ ਮਿਲਣਾ ਸ਼ੁਰੂ ਹੋ ਗਿਆ ਹੈਗਾ, ਸੋ ਵੀ ਸਕੇਲ ਡਾਊਨ ਅ ਲਿਟਲ ਔਨ ਦੈਟ। ਪਲੱਸ ਹੁਣ ਜਿਸ ਤਰ੍ਹਾਂ ਅਸੀਂ ਸੋਚਿਆ ਸੀ ਕਿ ਜੀ ਅਸੀਂ ਆਪਣੀ ਵੈਨਸ ਬਣਾਈਏ, ਕਿਉਂਕਿ ਪਹਿਲੇ ਤੇ ਅਸੀਂ ਗਵਰਨਮੈਂਟ ਦੀ ਵੈਨ ਦੇ ਉੱਤੇ ਕਰਦੇ ਸੀ ਸਪਾਂਸਰ, ਤੇ ਅਸੀਂ ਜਿਸ ਵੇਲੇ ਵੈਨ ਦਾ ਕੀਤਾ ਤੇ ਸਾਡੇ ਕੋਲ 2 ਸਪਾਂਸਰਸ ਆ ਗਏ, ਉਹਨਾਂ ਨੇ ਕਿਹਾ ਜੀ ਵੈਨ ਦੇ ਪੈਸੇ ਅਸੀਂ ਦਿੰਦੇ ਹਾਂ ਤੁਹਾਨੂੰ, ਤੁਸੀਂ ਵੈਨ ਬਣਾਓ, ਅੱਛਾ ਕੰਮ ਹੈਗਾ। ਸੋ ਬੇਸਿਕਲੀ ਸਸਟੇਨ ਮੁਸ਼ਕਿਲ ਹੈਗਾ, but it is not possible, and if we plan and budget ourselves और vision लेके चलिए तो ऐसे sustain कर सकते हैं। बहुत अच्छे जी, very right, so thank you very much सोनी पाजी। और so अन्नदान महादान की प्लान ने ਤੁਹਾਡੇ ਜਸਮੀਤ? ਅਸੀਂ ਪਹਿਲੇ ਵੀ ਕਦੀ ਕੁਝ ਪਲਾਨ ਨਹੀਂ ਕੀਤਾ ਸੀ, ਨਾ ਅਸੀਂ ਹੁਣ ਕਰਨ ਜੋਗੇ ਹੈਗੇ ਆ, ਨਾ ਅਸੀਂ ਕਰਨਾ ਚਾਹੁੰਦੇ ਆ, because I strongly believe ਜਦ ਤੱਕ intention strong ਹੈਗਾ ਕੰਮ ਆਪਣੇ ਆਪ ਹੋ ਹੀ ਜਾਂਦਾ ਹੈ। So I think ਜਿਹੜਾ ਸਾਡੇ ਲਈ ਬਹੁਤ important ਸੀਗਾ chapter in the whole lockdown was to understand the idea of mobilization. Now मैं जे अकेली खड़ी होवां ते मैं ਤਾਂ ਨਹੀਂ ਕਹਿ ਸਕਦੀ ਕਿ ਮੈਂ help ਕਰ ਸਕਦੀ ਹਾਂ beyond my maid servant or beyond my mali. You know, if I want to make it sustainable, I need to mobilize people who wanted to work, but they don't have an understanding कितना करिए, you know. So Andan Mahadan basically came very strong ਇੱਥੇ, ਜਿੱਥੇ ਅਸੀਂ ਲੋਕਾਂ ਨੂੰ ਬੋਲਿਆ ਕਿ for example ਸਾਨੂੰ ਪਰਾਂਠੇ ਚਾਹੀਦੇ ਆ, ਸਾਨੂੰ ਰੋਟੀਆਂ ਚਾਹੀਦੀਆਂ। So not necessarily हर कोई payment कर सकते हैं, तो हर कोई ਤੁਹਾਨੂੰ money contribution कर सकता है, which is unrealistic also to put the pressure on a middle class or an upper middle class ਜਿਹੜਾ ਖੁਦ ਨਹੀਂ ਕਮਾ ਰਿਹਾ। ਉਹ ਉਹਨਾਂ ਨੇ ਬੜਾ ਸਹੀ I think ਸੋਨੀ ਸਰ ਨੇ ਕਿਹਾ ਹੈ ਕਿ we are emotional beings. So ਜਦੋਂ ਤੁਸੀਂ ਦੇਖੋਗੇ ਸਭ ਤੋਂ ਪਹਿਲੇ middle class and upper middle class ਹੀ ਆਂਦਾ ਹੈ empathy ਤੋਂ, you know, and they will try helping, going out and seeing that they are okay, but ਉਹ ਕਦ ਤੱਕ ਕਰ ਸਕਦੇ ਨੇ? Because they also have reserve resources, their jobs are the ones ਜਿਹੜੀ ਸਭ ਤੋਂ ਪਹਿਲੇ ਜਾਂਦੀਆਂ, you know, and they are the ones who are at the stake for long, you know, and ਤੇ ਅਸੀਂ ਸਮਝਿਆ ਕਿ ਸਭ ਥੋੜਾ ਥੋੜਾ ਕਰਨਾ ਚਾਹੁੰਦੇ ਨੇ। ਕੋਈ ਮੇ ਵੀ 500 ਰੁਪਏ ਨਾਲ ਕਰਨਾ ਚਾਹੁੰਦਾ ਹੈ, ਕੋਈ ਕਹਿੰਦਾ ਮੈਂ ਖਾਲੀ ਰੋਟੀਆਂ ਹੀ ਬਣਾ ਦਿਆਂਗਾ 100 ਦਿਨ ਦੀਆਂ, ਕੋਈ ਕਹਿੰਦਾ ਮੈਂ ਮਾਸਕ ਬਣਾ ਸਕਦਾ, you know. So we opened this channel on our Facebook page, ਜਿੱਥੇ ਅਸੀਂ ਕਿਹਾ ਪਲੀਜ਼ 2 ਲੈਵਲ ਤੇ ਸਾਨੂੰ ਹੈਲਪ ਕਰੋ। ਇੱਕ ਕਿ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ ਆਪਣੀ ਤਰਫੋਂ, ਦੂਜਾ ਤੁਸੀਂ ਕਿੱਥੇ ਪ੍ਰੋਬਲਮ ਦੇਖਦੇ ਹੋ ਸਾਨੂੰ ਉੱਥੇ ਭੇਜੋ, not just because ਸਾਨੂੰ ਲੱਗਦਾ ਕਿ ਇੱਥੇ ਸਲਮਸ ਨੇ ਤੇ ਅਸੀਂ ਉੱਥੇ ਵੀ ਪਹੁੰਚ ਜਾਈਏ, ਬਿਕਾਜ਼ ਸਭ ਤੋਂ ਵੱਡੀ ਸਟਰਗਲ ਲਾਕਡਾਊਨ ਚ ਆਈ ਸੀਗੀ ਇਨੀਸ਼ੀਅਲ ਫੇਜ਼ ਵਿੱਚ ਓਵਰਫੀਡਿੰਗ at some places। ਤੇ ਜੇ ਸਾਡੇ ਕੋਲ 4 ਜਗ੍ਹਾ ਨੇ ਜਿਹੜੀ ਬੜੀ ਫੇਮਸ ਨੇ slums, you know, ਸਾਰੇ ਉੱਥੇ ਪਹੁੰਚੇ ਹੋਏ ਸੀ, ਜਿੱਥੇ NGO ਬੋਲਦੇ ਹੋ ਤੁਸੀਂ, ਸਾਨੂੰ ਬੋਲਦੇ ਹੋ, ਅਸੀਂ ਸਾਰੇ ਗਵਰਨਮੈਂਟ ਵੀ ਉੱਥੇ ਹੀ ਪਹੁੰਚ ਗਿਆ ਸੀਗਾ, you know, ਦੇਣ ਨੂੰ।
ਬਟ ਪ੍ਰੋਬਲਮ ਸੀ ਕਿ ਜਿੱਥੇ ਕੰਸਟਰਕਸ਼ਨ ਸਾਈਟ ਸੀਗੀਆਂ ਜਾਂ ਆਊਟ ਆਫ ਚੰਡੀਗੜ੍ਹ ਜਿਹੜਾ ਹਾਈਵੇ ਏਰੀਆ ਸੀਗਾ, ਜਾਂ ਜਿੱਥੇ ਵਿਡੋਜ਼ ਰਹਿੰਦੀਆਂ ਨੇ, ਜਿੱਥੇ ਉਹਨਾਂ ਨੂੰ ਕੰਮ ਹੀ ਮਿਲਦਾ ਹੈ ਫਰੋਮ ਡੂਇੰਗ ਹਾਊਸਹੋਲਡ ਵਰਕ ਐਂਡ ਸਟਫ ਲਾਈਕ ਦੈਟ, ਯੂ ਨੋ, ਤੇ ਉਹ ਪੌਕਟਸ ਨੂੰ ਕੋਈ ਦੇਖ ਹੀ ਨਹੀਂ ਰਿਹਾ ਸੀ. Nobody had that understanding government side, because government is also not to be blamed. You know, it is an overwhelming situation. None in this generation has seen, or I would say last 30 years, nobody has seen a pandemic like that. So ਅਸੀਂ ਇਹ ਕਹੀਏ ਕਿ government ਹਰ ਜਗ੍ਹਾ ਪਹੁੰਚ ਜਾਏ, ਇਹ ਵੀ ਬੜਾ unrealistic thought ਹੈਗਾ, ਜਿਹੜਾ I think we are just putting pressure because we don't want to work. You know, so I think that there is where we started to understand that resources ਹੈਗੇ ਨੇ, ਅਗਰ ਇਹਨੂੰ sustain ਕਰਨਾ ਹੈ, ਇਹਨੂੰ continuously mobilize ਕਰਨਾ ਹੈ, especially ਜੇ government ਦੀ ਮੈਂ ਗੱਲ ਕਰਾਂ, ਬਹੁਤ fund ਆਇਆ ਹੋਇਆ ਹੈ, ਏਦਾਂ ਨਹੀਂ ਕਿ fund ਨਹੀਂ ਆਇਆ, government ਕੋਲ ਚੀਜ਼ਾਂ ਵੀ ਪਈਆਂ, but not they are trained to spread it the way it has to be spread. ਹੁਣ ਜਿੱਦਾਂ ਮੈਮ ਦੱਸ ਰਹੀ ਸੀ, ਡੋਮੈਸਟਿਕ ਵਾਇਲੈਂਸ ਦਾ ਕੇਸ, ਸੁਸਾਈਡ ਦੇ ਕੇਸਿਸ, ਚਾਈਲਡ ਅਬਿਊਜ਼ ਦੇ ਕੇਸਿਸ, sanitation, very important, you know, ladies were not even able to get the sanitary napkins, contraceptives were not available easily, they were not allowed to go out, and they are totally at home. So this is like a very starky reality that we were in, that ਸੌਖਾ ਲੱਗਦਾ ਸੀ ਸੁਣਨਾ, ਜਦੋਂ ਫੀਲਡ ਤੇ ਜਾ ਕੇ ਤੁਸੀਂ ਦੇਖਦੇ ਸੀ ਸਿਚੁਏਸ਼ਨ ਕੁਝ ਹੋਰ ਹੀ ਹੁੰਦੀ ਸੀ, ਯੂ ਨੋ, ਜਦੋਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਸਕੂਲ ਕਦੋਂ ਜਾਣਾ, 10 ਦਿਨ ਤੱਕ ਖੁਸ਼ੀ ਹੁੰਦੀ ਹੈ, ਯੂ ਨੋ, ਉਸ ਤੋਂ ਬਾਅਦ ਐਂਜ਼ਾਈਟੀ ਸਟਾਰਟਸ ਬਿਲਡਿੰਗ ਅਪ. ਸੋ ਆਈ ਥਿੰਕ ਟੂ ਸਸਟੇਨ, very major thing that we need to do is to mobilize resources, because ਅਸੀਂ ਜਦੋਂ ਗਏ ਫੀਲਡ ਤੇ ਸਾਨੂੰ ਬਹੁਤ ਹੈਲਪ ਮਿਲੀ. ਹੁਣ ਜਿੱਦਾਂ ਸਾਡੇ ਨਾਲ ਜ਼ੋਮੈਟੋ ਇੰਡੀਆ ਹੈਗਾ, ਉਹ ਸਾਨੂੰ ਡਿਸਟ੍ਰੀਬਿਊਸ਼ਨ ਚ ਹੈਲਪ ਕਰ ਰਿਹਾ, ਯੂ ਨੋ, ਸੋ ਵੀ ਆਰ finding resources to buy stuff, make food, and they are helping us to distribute it, you know. ਜਿੱਥੇ art of living ਹੈਗੇ ਨੇ, ਉਹ ਆਪਣੀ ਤਰਫੋਂ ਬਹੁਤ ਕਰ ਰਹੇ ਸੀਗੇ, but not every time ਉਹਨਾਂ ਕੋਲ ਸਾਰੇ resources ਸੀਗੇ ਜਾਂ ਸਾਡੇ ਕੋਲ ਸਾਰੇ resources ਸੀਗੇ, ਤੇ ਕਦੇ ਉਹ ਕੁਝ ਅਮਾਉਂਟ ਲੈ ਕੇ ਆਉਂਦੇ ਸੀ, ਅਸੀਂ ਕੁਝ ਅਮਾਉਂਟ ਲਾਉਂਦੇ ਸੀ, ਤੇ ਇੱਕ ਬਸ ਦੋ ਤੋੜ ਦਿੰਦੇ ਹਾਂ ਅਸੀਂ, you know. So I think it's about holding hands together also. We cannot work as individuals anymore, because ਸਾਡੀ NGO ਜਾਂ ਸਾਡੇ initiative ਦੀ ਸੋਚ ਕਿਤੇ ਨਾ ਕਿਤੇ ਲਿਮਿਟ ਹੋ ਜਾਂਦੀ ਹੈ, but when we hold hands together we can be more stronger and long lived. ਬਹੁਤ ਅੱਛੇ ਜੀ, ਤੁਸੀਂ ਬੜਾ ਅੱਛਾ ਜਿਹੜਾ ਹੈ ਸੋਲੂਸ਼ਨ ਵੀ ਜਸਮੀਤ ਦੇ ਦਿੱਤਾ ਇਹਦੇ ਵਿੱਚ, ਔਰ ਯੈਸ ਇੱਕ ਚੈਲੰਜ ਜ਼ਰੂਰ ਹੈ. ਸੋ ਮੈਂ ਹੁਣ ਸੰਜੀਵ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਐਜ਼ ਅ ਕਨਸੈਪਚੁਅਲ ਮੋਟੀਵੇਸ਼ਨਲ ਸਪੀਕਰ ਤੁਸੀਂ ਜਿਹੜਾ ਇਸ ਨੂੰ ਕਿਵੇਂ ਲੈਂਦੇ ਹੋ, ਔਰ ਕਿਵੇਂ, ਜਿਵੇਂ ਕਿਉਂਕਿ ਹੁਣ ਮੋਟੀਵੇਸ਼ਨ ਦੀ ਵੀ ਗੱਲ ਆ ਰਹੀ ਹੈ, ਵਲੰਟੀਅਰਸ ਨੂੰ ਕਿਵੇਂ ਤਿਆਰ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਲੰਬਾ ਹੁੰਦਾ ਹੈ ਜਾਂ ਅਜਿਹੇ ਕੋਈ ਆਉਣ ਵਾਲੇ ਸਮੇਂ 'ਚ ਕੋਈ ਅਜਿਹੇ ਫੇਰ ਆਉਂਦੇ ਨੇ ਮਹਾਮਾਰੀਆਂ ਜਾਂ ਕੁਝ ਅਜਿਹਾ ਪਰਿਸਥਿਤੀ ਬਣਦੀ ਹੈ, ਤਾਂ ਉਹਨਾਂ ਸਮਿਆਂ ਦੇ ਲਈ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾਵੇ. ਮੈਨੂੰ ਯਾਦ ਆ ਤੁਸੀਂ ਆਪਾਂ ਇੱਕ ਦਿਨ ਆਫ ਦੀ ਏਅਰ ਕਿਤੇ ਆਪਾਂ ਗੱਲ ਕਰ ਰਹੇ ਸੀ ਫੋਨ ਦੇ ਉੱਤੇ, ਤੇ ਤੁਸੀਂ ਇੱਕ ਬੜੀ ਵਧੀਆ ਗੱਲ ਕਹੀ ਸੀ, ਜਿਹੜੀ ਸ਼ੇਅਰ ਮੈਂ ਕਰ ਦਿੰਦਾ ਤੇ ਅੱਗੇ ਤੁਸੀਂ ਲੈ ਜਿਓ. ਉਹ ਵੈਸੇ ਹੈ ਪੋਲਿਊਸ਼ਨ ਦੇ ਨਾਲ ਸੀ, ਕਿਉਂਕਿ ਆਲਾ ਦੁਆਲਾ ਕਹਿੰਦੇ ਸਾਫ਼ ਹੋ ਰਿਹਾ ਹੈ, ਪੋਲਿਊਸ਼ਨ ਫ੍ਰੀ ਹੋ ਰਿਹਾ ਹੈ, ਲੇਕਿਨ ਸੰਜੀਵ ਹੋਰਾਂ ਨੇ ਇੱਕ ਬੜੀ ਵਧੀਆ ਗੱਲ ਕਹੀ, ਜਿਹੜੀ ਕਿ ਮੇਰੇ ਖਿਆਲ ਮੈਂ ਇੱਥੇ ਕਰਦਿਆਂ ਤਾਂ ਕੋਈ ਵੱਡੀ ਉਹ ਨਹੀਂ ਹੋਏਗੀ, ਕਿ ਜਿਹੜਾ ਇਹ ਪੋਲਿਊਸ਼ਨ ਬਾਹਰ ਦਾ ਪੋਲਿਊਸ਼ਨ ਹੈ ਨਾ ਧਰਤੀ ਦਾ, ਉਸ ਤੋਂ ਵੱਡਾ ਪੋਲਿਊਸ਼ਨ ਸਾਡੇ ਜਿਹੜੇ ਇਨਸਾਨ ਹੈ ਉਹਦੇ ਸੋਚਾਂ ਜਾਂ ਦਿਮਾਗ ਦੇ ਵਿੱਚ ਹੈ. ਸੋ ਉਸ ਪੋਲਿਊਸ਼ਨ ਤੋਂ ਜੇਕਰ ਫ੍ਰੀ ਹੋ ਜਾਂਦੇ ਹਾਂ ਅਸੀਂ, ਤਾਂ ਬਾਕੀ ਚੀਜ਼ਾਂ ਆਪਣੇ ਆਪ ਸਾਫ਼ ਹੋ ਜਾਣਗੀਆਂ. ਸੋ ਵਲੰਟੀਅਰਸ ਨੂੰ ਕਿਵੇਂ ਮੋਟੀਵੇਟ ਕੀਤਾ ਜਾ ਸਕਦਾ ਹੈ ਸੰਜੀਵ? ਜੀ ਸੰਜੀਵ। ਹਾਂਜੀ, ਪਹਿਲੇ ਤੇ ਮੈਂ ਮੁਬਾਰਕ ਦਾਂਗਾ ਸਾਰੇ ਵਕਤਾਵਾਂ ਨੂੰ ਜਿਹੜੇ ਕਿ ਕਰਮ ਯੋਗੀ ਨੇ, ਠੀਕ ਹੈ, ਔਰ ਬੜਾ ਹੀ ਜਿਹੜਾ ਦੇਖ ਕੇ ਤੇ ਮੈਨੂੰ ਤਾਂ ਲੱਗ ਰਿਹਾ ਕਿ ਮੇਰੇ ਕੋਲ ਸ਼ਾਇਦ ਬੋਲ ਥੋੜੇ ਪੈ ਜਾਣਗੇ, ਵੋਕੈਬਲਰੀ ਨਹੀਂ ਹੋਏਗੀ ਮੇਰੇ ਕੋਲ ਕਿ ਮੈਂ ਉਹਨਾਂ ਨੂੰ ਸਲਾਮ ਕਰ ਸਕਾਂ, ਆਪਣਾ ਸਜਦਾ ਦੇ ਸਕਾਂ, ਪਰ ਮੁਬਾਰਕ ਨੇ ਉਹ ਲੋਕ. ਔਰ ਮੈਂ ਇੱਕ ਕੰਸੈਪਟ ਰੱਖਣਾ ਚਾਹਾਂਗਾ, ਇੱਕ ਗੱਲ ਰੱਖਣੀ ਚਾਹਾਂਗਾ ਸਾਹਮਣੇ ਸਾਰਿਆਂ ਦੇ ਜੀ, ਔਰ ਉਹ ਇਹ ਹੈ ਕਿ ਜਿਹੜੀ ਪਹਿਲੇ ਨਾ ਸਾਨੂੰ ਇਹ ਰੋਗ ਤਾਂ ਸਾਡੇ ਅੱਗੇ ਆ ਗਿਆ, ਕੋਵਿਡ ਆ ਗਿਆ, ਸਾਨੂੰ ਪਤਾ ਕਰੋਨਾ ਆ ਗਿਆ, ਸਾਨੂੰ ਰੋਗ ਦਾ ਕਾਰਨ ਪਤਾ ਹੋਏ, ਡਾਕਟਰਸ ਲੱਗੇ ਹੋਏ ਨੇ ਆਪਣਾ ਕਾਰਨ ਪਤਾ ਕਰਨ ਤੇ, ਠੀਕ ਹੈ, ਮੁਬਾਰਕ ਹੈ, ਉਹ ਲੱਗੇ, ਮੈਡੀਕਲ ਸਾਇੰਸ ਲੱਗੀ ਹੋਈ ਹੈ. ਹਾਲੇ ਤੱਕ ਕਰੋਨਾ ਨੂੰ ਜਿਹੜਾ ਅਟੈਂਡ ਕੀਤਾ ਜਾ ਰਿਹਾ ਹੈ, ਅਸੀਂ ਇਕੱਲੇ ਮੈਡੀਕਲੀ ਅਟੈਂਡ ਤਾਂ ਨਹੀਂ ਕਰ ਰਹੇ ਉਹਨੂੰ, ਕਰੋਨਾ ਨੂੰ ਅਸੀਂ ਉਹਨੂੰ ਪੋਲੀਟੀਕਲੀ ਹੈਂਡਲ ਕਰ ਰਹੇ ਹਾਂ, ਸੋਸ਼ਲੀ ਉਹਨੂੰ ਹੈਂਡਲ ਕਰ ਰਹੇ ਹਾਂ, ਉਹਨੂੰ ਸਪਿਰਿਚੁਅਲੀ ਵੀ ਹੈਂਡਲ ਕਰਨ ਦੀ ਲੋੜ ਹੈ.
ਅਸੀਂ ਸਪਿਰਿਚੁਅਲੀ ਕਿਤੇ ਉਹਨੂੰ ਹੈਂਡਲ ਕਰਨ 'ਚ ਕਿਤੇ ਪਿੱਛੇ ਘਾਟ ਸਾਡੀ ਹੈਗੀ ਹੈ ਥੋੜੀ, ਕਿਉਂਕਿ ਇਹ ਸ੍ਰਿਸ਼ਟੀ ਜਿਹੜੀ ਬਣੀ ਸੀ ਮੇਜਰ ਸਿੰਘ ਜੀ, ਇਹ ਸ੍ਰਿਸ਼ਟੀ ਜਿਹੜੀ ਬਣੀ ਸੀ ਮਿਲਵਰਤਨ ਦੇ ਕੰਸੈਪਟ ਨਾਲ, ਠੀਕ ਹੈ। ਇਨਸਾਨ ਨੇ ਇਹਨੂੰ ਮੋਨੋਪੋਲਿਸਟਿਕ ਜਾਂ ਫਿਰ ਉਹਨੂੰ ਇੱਕ ਕਹਿ ਲਓ ਕਿ ਐਕਸਪਲੋਰਟਿਵ ਕੰਪੀਟੀਟਿਵ ਵਿਊ ਪੁਆਇੰਟ ਦੇ ਨਾਲ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਇਨਸਾਨ ਦਾ ਸ੍ਰਿਸ਼ਟੀ ਦੇ ਨਾਲ ਪਰਮਾਤਮਾ ਦੇ ਨਾਲ ਕਲੈਸ਼ ਆ ਗਿਆ, ਕਿਉਂਕਿ ਇਨਸਾਨ ਮਿਲਵਰਤਨ 'ਚ ਨਹੀਂ ਰਿਹਾ। ਔਰ ਅੱਜ ਹਾਲਤ ਕੀ ਹੋਈ ਸਾਡੇ ਸਾਹਮਣੇ ਹੈ, ਅਸੀਂ ਸਾਰੇ ਦੇਖ ਰਹੇ ਹਾਂ। ਸਾਨੂੰ ਉਹਨਾਂ ਕਨਸੈਪਟਸ ਨੂੰ ਸਟਰੋਂਗ ਕਰਨਾ ਪਏਗਾ। ਠੀਕ ਹੈ, ਬਹੁਤ ਵਧੀਆ ਗੱਲ ਹੈ ਕਿ ਇੱਕ ਬੰਦੇ ਨੂੰ ਭੁੱਖ ਲੱਗੀ ਹੈ, ਇੱਕਦਮ ਹਾਹਾਕਾਰ ਮਚੀ ਹੈ, ਉਸ ਵੇਲੇ ਸਾਨੂੰ ਉਹਨਾਂ ਨੂੰ ਇਮੀਡੀਏਟਲੀ ਭੁੱਖ ਫੀਡ ਦੇਣੀ ਪਏਗੀ, ਉਹਨਾਂ ਨੂੰ ਖਾਣਾ ਦੇਣਾ ਪਏਗਾ, ਬਿਲਕੁਲ ਪਹੁੰਚਾਉਣਾ ਪਏਗਾ। ਪਰ ਜਿਵੇਂ ਅਸੀਂ ਠੰਡਾ ਪਾਣੀ ਚਾਹੀਦਾ ਹੁੰਦਾ ਤੇ ਅਸੀਂ ਫ੍ਰਿਜ ਦੇ ਵਿੱਚ ਬੋਤਲਾਂ ਉਦੋਂ ਨਹੀਂ ਰੱਖਦੇ ਜਦੋਂ ਸਾਨੂੰ ਪਿਆਸ ਲੱਗਦੀ ਹੈ। ਮੈਂ ਇਹਨਾਂ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਚਰਨਾ ਹੀ ਬੇਨਤੀ ਕਰਾਂਗਾ ਕਿ ਐਟਲੀਸਟ ਅਸੀਂ ਲੋਕ ਉਹ ਵਿਜ਼ਨ, ਜਿਹੜੀ ਸਸਟੇਨੇਬਿਲਿਟੀ ਦੀ ਗੱਲ ਕਰ ਰਹੇ ਹਾਂ ਆਪਾਂ, ਸਸਟੇਨੇਬਿਲਿਟੀ ਜਿਹੜੀ ਹੈਗੀ, ਸਸਟੇਨੇਬਿਲਿਟੀ ਅੱਜ ਦੀ ਨਹੀਂ, ਅੱਜ ਤੱਕ ਕਰੋਨਾ ਆ ਗਿਆ, ਕੱਲ ਨੂੰ ਦੂਜਾ ਕੋਈ ਆ ਜਾਏਗਾ, ਪਰਸੋਂ ਤੀਜਾ ਕੋਈ ਚੀਜ਼ ਆ ਜਾਏਗੀ। ਸੋ ਅਸੀਂ ਸਸਟੇਨੇਬਿਲਿਟੀ ਜਿਹੜੀ ਹੈ, ਸਸਟੇਨੇਬਿਲਿਟੀ ਹੈਗੀ ਹੈ ਕਿ ਅਸੀਂ ਕਿੰਨੀ ਦੂਰ ਤੱਕ ਆਪਣੀ ਮਾਨਸ ਜਾਤ ਨੂੰ ਮੇਨਟੇਨ ਕਰਕੇ ਰੱਖ ਸਕਦੇ ਹਾਂ, ਕੰਸੈਪਟਸ ਨੂੰ ਸਟਰੋਂਗ ਕਰਕੇ ਅਸੀਂ ਇੰਡੀਪੈਂਡੈਂਟ ਹੋ ਕੇ ਚੱਲ ਸਕਦੇ ਹਾਂ। ਰਾਈਟ। ਸੋ ਜਿੱਥੇ ਤੱਕ ਮੇਜਰ ਜੀ ਮੈਂ ਐਨਜੀਓ ਦਾ ਰੋਲ ਸਮਝਦਾ, ਜਿੰਨੇ ਵੀ ਮੇਰੇ ਬੈਠੇ ਨੇ ਸਾਰੇ ਮਹਾਤਮਾ, ਮੈਂ ਜਿੱਥੇ ਰੋਲ ਸਮਝਦਾ, ਇੱਕ ਨਾ ਇੱਕ ਕੋਟੇਸ਼ਨ ਆਉਂਦੀ ਹੈ, ਯੂ ਗਿਵ ਅ ਮੈਨ ਅ ਫਿਸ਼, ਹੀ ਵਿਲ ਈਟ ਇਟ, ਯੂ ਮੇਕ ਦ ਮੈਨ ਲਰਨ ਫਿਸ਼ਿੰਗ, ਹੀ ਵਿਲ ਫੀਡ ਹਿਸ ਫੈਮਿਲੀ। ਅੱਜ ਦਾ ਜਿਹੜਾ ਦੌਰ ਹੈ, ਇਮੀਡੀਏਟ ਦੌਰ ਹੈਗਾ, ਉਹ ਹੈਗਾ ਯੂ ਗਿਵ ਅ ਮੈਨ ਅ ਫਿਸ਼, ਹੀ ਵਿਲ ਈਟ ਇਟ। ਤੁਸੀਂ ਅੰਨ ਦੇ ਰਹੇ ਹੋ, ਅੰਨਦਾਨ ਦੇ ਰਹੇ ਹੋ, ਕੱਲਾ ਅੰਨਦਾਨ ਨਹੀਂ ਦੇ ਰਹੇ, ਤੁਸੀਂ ਬਲੀਦਾਨ ਵੀ ਦੇ ਰਹੇ ਹੋ ਆਪਣਾ, ਤੁਸੀਂ ਦਸਾਂ ਨਾਵਾਂ ਦੀ ਕੀਰਤ ਨੂੰ ਵੀ ਸ਼ਾਮਿਲ ਕਰ ਰਹੇ ਹੋ, ਬੜਾ ਵੱਡਾ ਕੁਰਬਾਨੀ ਹੈ ਆਪਣੇ ਆਪ 'ਚ ਜੀ। ਲੇਕਿਨ ਸਾਨੂੰ ਨਾਲ ਨਾਲ ਇਸ ਸਮਾਜ ਨੂੰ, ਇਹਨਾਂ ਐਨਜੀਓਜ਼ ਨੂੰ ਹੀ ਸਾਨੂੰ ਆਪਣਾ ਜ਼ਿੰਮੇਵਾਰੀ ਚੁੱਕਣੀ ਪਏਗੀ ਕਿ ਉਹਨਾਂ ਲੋਕਾਂ ਨੂੰ ਮੱਛਲੀ ਪਕੜਨਾ ਵੀ ਸਿਖਾਈਏ, ਜਿਹਦੇ ਨਾਲ ਕਿ ਉਹ ਸੈਲਫ ਸਫੀਸ਼ੀਐਂਟ ਹੋ ਸਕਣ, ਹਰ ਵੇਲੇ ਉਹਦੇ ਤੇ ਨਾ ਡਿਪੈਂਡ ਰਹਿਣ। ਰਾਈਟ। ਅੱਜ ਜੋ ਮੈਂ ਮਾਹੌਲ ਦੇਖ ਰਿਹਾ, ਕਹਿੰਦੇ ਨਾ ਥਿੰਕ ਗਲੋਬਲੀ ਐਕਟ ਲੋਕਲੀ। ਆਪ ਜੋ ਉੱਥੇ ਕੈਨੇਡਾ ਦੇ ਮਾਹੌਲ 'ਚ ਬੈਠੇ ਹੋ, ਮੈਂ ਇੱਥੇ ਹਿੰਦੁਸਤਾਨ ਦੇ ਮਾਹੌਲ 'ਚ ਬੈਠਾ। ਅੱਜ ਜਿਹੜੀ ਐਨਜੀਓਜ਼ ਨੇ, ਜਿਹੜੇ ਸਮਾਜਿਕ ਸੰਸਥਾਨ ਨੇ, ਬੜਾ ਦੇਖ ਕੇ ਦੁੱਖ ਹੁੰਦਾ ਹੈ ਕਿ ਉਹ ਸੰਸਥਾਨ ਜਿਹੜੇ ਨੇ ਅੱਜ ਦੀ ਡੇਟ 'ਚ ਉਹ ਮਿਲਵਰਤਨ ਦੇ ਨਾ ਕਰਕੇ ਇੱਕ ਆਪਣੀ ਆਇਡੈਂਟੀਟੀ ਬਣ ਕੇ ਰਹਿ ਗਏ। ਉਹਨਾਂ ਨੂੰ ਉਹਨਾਂ ਤੋਂ ਬਾਹਰ ਆਉਣਾ ਪਏਗਾ। ਅਗਰ ਅੱਜ ਐਨਜੀਓਜ਼ ਜਿਹੜੇ ਨੇ, ਸਰਕਾਰਾਂ ਬਹੁਤ ਅੱਛਾ ਕੰਮ ਕਰ ਰਹੀਆਂ ਆਪਣੀ ਜਗ੍ਹਾ, ਮੁਬਾਰਕ ਨੇ, ਐਨਜੀਓਜ਼ ਬਹੁਤ ਅੱਛਾ ਕੰਮ ਕਰ ਰਹੇ ਨੇ, ਬਟ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਛੋਟਾ ਕੰਸੈਪਟ। ਸਾਡੇ ਸਮਾਜ ਦੇ ਵਿੱਚ ਕਈ ਪਰਿਵਾਰ ਐਸੇ ਨੇ ਜਿਹੜੇ ਕਿ ਰੈਪੂਟੇਸ਼ਨਲ, ਉਹਨਾਂ ਦਾ ਨਾ ਫਾਈਨੈਂਸ਼ੀਅਲ ਉਹਨਾਂ ਦਾ ਇੰਨਾ ਚੰਗਾ ਨਹੀਂ ਹੁੰਦਾ, ਬਟ ਇੱਕ ਆਮ ਸਮਾਜ ਦੇ ਤੌਰ ਤੇ ਉਹਨਾਂ ਦੀ ਇਮੇਜ ਬਣੀ ਹੁੰਦੀ ਹੈ, ਇਹ ਪਰਿਵਾਰ ਬਹੁਤ ਸੁਖੀ ਹੈ, ਵਧੀਆ, ਪਰ ਉਹਨਾਂ ਅੰਦਰੋਂ ਪਤਾ ਹੁੰਦਾ ਕਿੰਨਾ ਸਟਰਗਲ ਚੱਲ ਰਿਹਾ ਉਹਨਾਂ ਦਾ। ਉਹ ਪਰਿਵਾਰ ਲਾਈਨਾਂ 'ਚ ਨਹੀਂ ਖੜੇ ਹੋ ਸਕਦੇ ਰਾਸ਼ਨ ਲਈ, ਰਾਸ਼ਨ ਦਾ ਵੰਡਿਆ ਜਾ ਰਿਹਾ। ਉਹ ਪਰਿਵਾਰ ਰਾਸ਼ਨ 'ਚ ਖੜੇ ਨਹੀਂ ਹੋ ਸਕਦੇ। ਉਹ ਪਰਿਵਾਰ ਅਗਰ ਰਾਸ਼ਨ 'ਚ ਖੜੇ ਹੋਣਗੇ, ਆਪਣੇ ਬੱਚਿਆਂ ਨੂੰ ਜਾ ਕੇ ਦੱਸ ਸਕਣਗੇ ਕਿ ਮੈਂ ਉੱਥੇ ਲਾਈਨ 'ਚ ਖੜਾ ਹੋ ਕੇ ਰਾਸ਼ਨ ਲੈ ਕੇ ਆਇਆ। ਉਹਨਾਂ ਤੱਕ ਵੀ ਸਾਨੂੰ ਪਹੁੰਚਣਾ ਪਏਗਾ। ਔਰ ਸਸਟੇਨੇਬਿਲਿਟੀ ਜਿਹੜੀ ਗੱਲ ਕਰ ਰਹੇ ਹੋ, ਉੱਥੇ ਮੈਂ ਹੁਣ ਆ ਰਿਹਾ ਆਪ ਜੀ ਨਾਲ, ਕਿ ਜਿਹੜੀ ਸਸਟੇਨੇਬਿਲਿਟੀ ਹੈਗੀ ਹੈ, ਉਹ ਹੈਗੀ ਹੈ ਕਿ ਜਿੱਦਾਂ ਸਾਨੂੰ ਨਾ ਅੱਜ ਬਹੁਤ ਹੀ ਤਰੀਕੇ ਦੇ ਨਾਲ ਸਾਨੂੰ ਮੈਨੇਜਮੈਂਟ, ਜਿੱਦਾਂ ਹੁਣ ਦੱਸ ਰਹੇ ਕਦ ਤੱਕ ਚੱਲਾਂਗੇ ਅਸੀਂ, ਸਾਨੂੰ ਇੱਕ ਮੈਨੇਜਮੈਂਟ ਪੱਖੋਂ ਲੈਣਾ ਪਏਗਾ। ਬਹੁਤ ਸਾਰੇ ਵਲੰਟੀਅਰਸ, ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਹੜੇ ਸੋਸ਼ਲ ਤੌਰ ਤੇ ਆਉਣ ਨੂੰ ਤਿਆਰ ਨੇ, ਐਨਜੀਓ ਨਾਲ ਜੁੜਨ ਨੂੰ ਤਿਆਰ ਨੇ, ਇੰਡੀਵਿਜੂਅਲੀ ਬੜੇ ਲੋਕ ਕੰਮ ਕਰ ਰਹੇ ਨੇ। ਕਈਆਂ ਨੇ ਕੀ ਕੀਤਾ, ਕਾਫੀ ਲੋਕਾਂ ਦੇ ਇਕੱਠੇ ਕਰਕੇ ਸਲੀਪਰ ਜਿਹੜੇ ਸੀ, ਜਦੋਂ ਮਾਈਗ੍ਰੈਂਟ ਲੇਬਰ ਜਾ ਰਹੇ ਸੀਗੇ ਪੈਦਲ, ਕਿਸ ਦੀ ਸੋਚ ਨਹੀਂ ਆਈ। ਔਰ ਕਈ ਲੋਕਾਂ ਨੇ ਕੀਤਾ, ਜੋੜੀਆਂ ਇਕੱਠੀਆਂ ਕਰਕੇ, ਜੁੱਤੇ ਇਕੱਠੇ ਕਰਕੇ ਉਹਨਾਂ ਨੇ ਉਹ ਸੜਕਾਂ ਤੇ ਉਹ ਲਾਤੀਆਂ ਕਿ ਜਿਹਨੂੰ ਲੋੜੇ ਲੈ ਜੇ। ਬੜੇ ਲੋਕ ਕਰ ਰਹੇ ਨੇ। ਸੋ ਐਨਜੀਓਜ਼ ਨੂੰ ਥੋੜਾ ਜਿਹਾ ਆਪਣਾ ਜਿਹੜਾ ਦਾਇਰਾ ਹੈ ਆਪਣਾ, ਉਹ ਵੱਡਾ ਕਰਨਾ ਪਏਗਾ, ਤਾਂ ਕਿ ਜਿੰਨਾ ਦਾਇਰਾ ਨਾਲ ਵੱਡਾ ਹੋਣਾ ਜਾਏਗਾ, ਉਨਾ ਹੀ ਸਸਟੇਨੇਬਿਲਿਟੀ ਫੈਕਟਰ ਹੈ ਸਟਰੋਂਗ ਹੁੰਦਾ ਜਾਏਗਾ। ਐਨਜੀਓਜ਼ ਨੂੰ ਖੁਦ ਇੱਕ ਦੂਜੇ ਦੇ ਨਾਲ ਮਿਲਵਰਤਨ ਕਰਕੇ, ਨਾ ਕਿ ਸਿਰਫ ਇੱਕ ਅਧਾਰਿਆਂ ਨਾਲ ਜਾਂ ਪੋਲੀਟੀਕਲ ਉਹਨਾਂ ਫੀਲਡਸ ਦੇ ਨਾਲ ਜਾਂ ਇੱਕ ਉਹਨਾਂ ਚੀਜ਼ਾਂ ਦੇ ਨਾਲ ਜੁੜਨਗੇ, ਤਾਂ ਉਹ ਸਸਟੇਨੇਬਿਲਿਟੀ ਫੈਕਟਰ ਹੈ ਵੀਕ ਹੋ ਜਾਏਗਾ। ਸਾਨੂੰ ਸਾਰਿਆਂ ਨਾਲ ਜੁੜ ਕੇ ਉਹਨਾਂ ਨੂੰ ਅੱਗੇ ਸਾਨੂੰ ਵਧਣਾ ਪਏਗਾ। ਸੋ ਮੇਰਾ ਇਹ ਕਹਿਣਾ ਹੈ ਇਹਦੇ 'ਚ। ਔਰ ਜਿਹੜੀ ਵਲੰਟੀਅਰਸ ਦੀ ਗੱਲ ਹੈ, ਉਹ ਵਲੰਟੀਅਰਸ ਹੋਰ ਜ਼ਿਆਦਾ ਇਨਕਰੇਜ ਹੋਣਗੇ ਅਗਰ ਐਨਜੀਓਜ਼ ਜਾਂ ਜਿਹੜੇ ਸਮਾਜਿਕ ਸੰਸਥਾਨ ਨੇ, ਉਹ ਆਪਣੇ ਥੋੜੇ ਜਿਹੇ ਜਿਹੜੇ ਪ੍ਰਿੰਸੀਪਲਸ ਨੇ, ਉਹਨਾਂ ਨੂੰ ਥੋੜਾ ਜਿਹਾ ਏਦਾਂ ਦਾ ਕਰਨ, ਜਿੱਦਾਂ ਹੁਣ ਮੇਰੇ ਭਰਾ ਨੇ ਬੜਾ ਵਧੀਆ ਕਿਹਾ, ਵੀਰ ਜੀ ਨੇ, ਕਿ ਮਾਨਸ ਕੀ ਜਾ ਸਭ ਇੱਕੋ ਪਹਿਚਾਨ ਹੋ। ਉਹਨੇ ਕੰਸੈਪਟ ਬੜਾ ਸਟਰੋਂਗ ਆਪਣੇ ਆਪ 'ਚ। ਸਾਨੂੰ ਅੱਜ ਮਾਨਸ ਕੀ ਜਾਤ ਇੱਕੋ ਪਹਿਚਾਨ ਹੋ ਕਰੋਨਾ ਨੇ ਰਿਲਾਈਜ਼ ਕਰਾਤਾ। ਅੱਜ ਉਹਨੇ 10 ਚਰਚ ਦੇ ਵਿੱਚੋਂ ਸਾਨੂੰ ਉਹ ਅਸੀਂ ਕੋਆਰਡੀਨੇਟ ਕਰ ਰਹੇ ਹਾਂ, ਅਸੀਂ ਉਹ ਚੀਜ਼ਾਂ ਕਰ ਰਹੇ ਹਾਂ, ਠੀਕ ਹੈ ਨਾ। ਤਾਂ ਸਾਨੂੰ ਇਹਨਾਂ ਦਾਇਰਿਆਂ ਤੋਂ ਬਾਹਰ ਆ ਕੇ ਵਲੰਟੀਅਰਸ, ਬਿਲਕੁਲ ਦੁਨੀਆ ਪੂਰੀ ਸਾਡੇ ਨਾਲ ਹੈ। ਔਰ ਸਾਡੇ ਦੇਖੋ ਵੀ ਤੁਸੀਂ ਐਨਜੀਓਜ਼ ਦੇ ਜਿਹੜੇ ਪੋਟੈਂਸ਼ੀਅਲ ਹੈ, ਉਹ ਹਜ਼ਾਰਾਂ ਗੁਣਾ ਵੱਧ ਜਾਏਗਾ। ਸੋ
ਉਹਨਾਂ ਚੀਜ਼ਾਂ ਵੱਲ, ਔਰ ਵਲੰਟੀਅਰ ਵੀ ਆਪਣੇ ਆਪ ਵਧਣਗੇ ਉਹਨਾਂ ਦੇ ਵਿੱਚ। ਵਲੰਟੀਅਰ ਸਾਨੂੰ ਮੋਟੀਵੇਟ ਕਰਨ ਦੀ ਬੁਲਾਉਣ ਦੀ ਲੋੜ ਨਹੀਂ ਪਏਗੀ। ਬਹੁਤ ਅੱਛੇ। ਸੋ ਮੈਂ ਹੁਣ ਔਨ ਦਿਸ ਇਸ਼ੂ ਕਟਾਰੀਆ ਮੈਮ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਤੇ ਉਸ ਤੋਂ ਬਾਅਦ ਫਿਰ ਆਪਾਂ ਲਾਸਟ ਜਿਹੜਾ ਹੈ ਜੀ ਫਿਰ ਵਾਈਂਡ ਅਪ ਕਰਾਂਗੇ ਤੁਹਾਡੇ ਜਿਹੜੇ ਮੈਸੇजेस ਜਾਂ ਜੋ ਵੀ ਤੁਸੀਂ ਕੁਝ ਕਹਿਣਾ ਚਾਹੋ। ਸੋ ਯੈਸ, ਮਹਿੰਦਰ ਕੌਰ ਕਟਾਰੀਆ ਜੀ। ਮੈਂ ਸੰਜੀਵ ਸਰ ਦੀ ਗੱਲ ਨੂੰ ਹੀ ਲੈ ਕੇ ਜਾਣਾ ਚਾਹੁੰਦੀ ਆ। ਤੁਸੀਂ ਕਿਹਾ ਕਿ ਸਰ ਨੇ ਬਹੁਤ ਅੱਛੀ ਗੱਲ ਕਹੀ ਕਿ ਪ੍ਰਦੂਸ਼ਣ ਬਾਹਰ ਨਹੀਂ ਹੈ, ਪ੍ਰਦੂਸ਼ਣ ਅੰਦਰ ਵੀ ਹੈ। ਤਾਂ ਅਗਰ ਪ੍ਰਦੂਸ਼ਣ ਦੀ ਗੱਲ ਕੀਤੀ ਜਾਏ ਤੇ ਅਸੀਂ ਗ੍ਰੀਨਰੀ ਬਾਹਰ ਨਹੀਂ ਲਗਾਣੀ, ਅਸੀਂ ਗ੍ਰੀਨਰੀ ਅੰਦਰ ਵੀ ਲਗਾਣੀ ਹੈ। ਉਹ ਸਾਡਾ ਜਿਹੜੇ ਗ੍ਰੀਨ ਬਿਹੇਵੀਅਰ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਹੈ। ਜੇ ਅਸੀਂ ਲੌਂਗ ਟਰਮ ਦੇ ਵਿੱਚ ਆਪਣੇ ਆਪ ਨੂੰ ਸਸਟੇਨ ਕਰਨਾ ਚਾਹੁੰਦੇ ਹਾਂ ਤਾਂ ਆਪਣੇ ਜਿੰਨੇ ਵੀ ਵਲੰਟੀਅਰਸ ਨੇ, ਦੇਖੋ ਪਹਿਲੇ ਆਪਣੇ ਆਪ ਨੂੰ ਇੱਕ ਰੋਲ ਮਾਡਲ ਬਣਾਉਣਾ ਬੜਾ ਜ਼ਰੂਰੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਟੀਮ ਸਾਡੇ ਨਾਲ ਖੜੀ ਰਹੇ, ਸਾਡੇ ਨਾਲ ਲੰਬੇ ਸਮੇਂ ਤੱਕ ਕੰਮ ਕਰੇ, ਤਾਂ ਜੇ 14 ਘੰਟੇ ਕੰਮ ਕਰਵਾਉਣਾ ਤਾਂ ਸਾਨੂੰ 16 ਘੰਟੇ ਕਰਕੇ ਵੀ ਦੱਸਣਾ ਪਏਗਾ। ਸਾਡਾ ਜਨੂਨ ਜਿਹੜਾ ਹੈ ਉਹ ਹਮੇਸ਼ਾ ਵਧੀਆ ਹੋਣਾ, ਔਰ ਸਾਡੇ ਚਿਹਰੇ ਤੇ ਹਮੇਸ਼ਾ ਸਮਾਈਲ ਹੋਣਾ, ਤਾਂ ਕਿ ਸਾਹਮਣੇ ਵਾਲੇ ਨੂੰ, ਤੁਹਾਡੀ ਟੀਮ ਨੂੰ ਵੀ ਇੱਕ ਰੈਗੂਲਰ ਵੇ ਤੇ ਸਟਰੈਂਥ ਮਿਲਦੀ ਰਹੇ। ਸੈਕਿੰਡ ਆ ਜਾਂਦਾ ਹੈ ਕਿ ਅਸੀਂ ਕਹਿੰਦੇ ਆ ਕਿ ਐਨਜੀਓਜ਼ ਜਿਹੜੀਆਂ ਨੇ ਉਹਨਾਂ ਦੇ ਕੋਲ ਮੋਨਿਟਰੀ ਹੈਲਪ ਜਿਹੜੀ ਹੈ ਉਹ ਇੱਕ ਲਿਮਿਟਿਡ ਹੈ, ਫੰਡਸ ਜਿਹੜੇ ਨੇ ਉਹ ਲਿਮਿਟਿਡ ਨੇ, ਲੇਕਿਨ ਉਹਨਾਂ ਫੰਡਸ ਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਯੂਟਿਲਾਈਜ਼ ਕਿਵੇਂ ਕਰਨਾ ਹੈ। ਕਨਕਲੂਜਨ ਵੱਲ ਆਪਾਂ ਜਾਣਾ ਚਾਹਾਂਗੇ। ਸੋ ਕਨਕਲੂਜਨ ਇਹ ਹੈ ਕਿ ਤੁਹਾਡੇ ਵੱਲੋਂ, ਹਾਂਜੀ, ਓਪਨ ਫॉर ਆਲ ਆਫ ਯੂ, ਸੋ ਤੁਸੀਂ ਕੋਈ ਵੀ ਆਪਣਾ ਮੈਸੇਜ ਜਾਂ ਕੋਈ ਗੱਲ ਜੀ। ਸੰਜੀਵ ਪਲੀਜ਼ ਗੋ ਹੈਡ। ਹਾਂ ਮੇਜਰ ਜੀ, ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ। ਅੱਜ ਤੱਕ ਇਹਨਾਂ ਜਿਹੜੇ ਕੰਮ ਹੋ ਰਹੇ ਨੇ, ਜਿੱਦਾਂ ਨੇਚਰ ਦੇ ਹੋ ਰਿਹਾ, ਵਰਲਡ ਐਨਵਾਇਰਨਮੈਂਟ ਡੇ ਮਨਾਇਆ 5 ਤਰੀਕ ਨੂੰ, ਹੈ ਨਾ, ਇਹਨਾਂ ਸਾਰੀ ਚੀਜ਼ਾਂ ਨੂੰ ਅਜੇ ਤੱਕ ਸਮਰਥਨ ਮਿਲਦਾ ਰਿਹਾ। ਅਸੀਂ ਸਮਰਥਨ ਬੜਾ ਹੱਲੇਸ਼ੇਰੀ ਨਾਲ ਸਾਰੇ ਪਾਸੇ, ਫੇਸਬੁੱਕ, ਵਟਸਐਪ, ਯੂਟਿਊਬ, ਸਾਰੇ ਜਿਹੜੇ ਸੋਸ਼ਲ ਨੈਟਵਰਕ ਸਾਈਟਸ ਨੇ, ਹਰ ਪਾਸੇ ਅਸੀਂ ਸਮਰਥਨ ਦਿੰਦੇ ਹਾਂ। ਅੱਜ ਹੁਣ ਵਕਤ ਆ ਗਿਆ ਸਾਨੂੰ ਸਮਰਪਣ ਦੇਣ ਦਾ। ਸਾਨੂੰ ਆਪਣੇ ਆਪ ਨੂੰ ਸਮਰਪਣ ਕਰਨਾ ਪਏਗਾ। ਅਸੀਂ ਹੁਣ ਸਮਰਥਨ ਨਾਲ ਗੱਲਾਂ ਨਹੀਂ ਹੋਣਗੀਆਂ ਸਾਡੀਆਂ ਜੀ, ਠੀਕ ਹੈ ਨਾ। ਔਰ ਜਿਹੜੀ ਗੱਲ ਕਹੀ ਉਹਨਾਂ ਨੇ ਪ੍ਰਦੂਸ਼ਣ ਵਾਲੀ, ਪ੍ਰਦੂਸ਼ਣ ਅੰਦਰ ਜਾਂ ਬਾਹਰ ਦੋਨੋਂ ਹਾਨੀਕਾਰਕ ਹੈ। ਅੱਜ ਮੈਂ ਆਪ ਜੀ ਦੇ ਅੱਗੇ ਉਹ ਵੀ ਗੱਲ ਕਰਾਂਗਾ, ਅਗਰ ਤੁਸੀਂ ਸਾਰੇ ਐਗਰੀ ਕਰੋ ਮੇਰੇ ਨਾਲ, ਮੈਂ ਚਾਹਾਂਗਾ ਕਿ ਅਸੀਂ ਇੱਕ ਐਸੀ ਹੱਲਾਸ਼ੇਰੀ ਮਾਰੀਏ, there should be a day on earth that is mind no pollution day. It is must. ਅਗਰ ਲੈਬਨਾਨ ਦੇ ਵਿੱਚ, ਅਗਰ ਬਰਲਿਨ ਦੇ ਵਿੱਚ ਵਾਲ ਬਣੀ ਸੀ ਤੇ ਪਹਿਲੇ ਉਹ ਦਿਮਾਗ ਦੇ ਵਿੱਚ ਆਈ ਸੀ, ਸੋਚ ਦੇ ਵਿੱਚ ਆਈ ਸੀ, ਔਰ ਦੀਵਾਰ ਬਣ ਗਈ। ਫਿਰ ਸੋਚ ਦੇ ਵਿੱਚ ਹੀ ਆਈ ਔਰ ਦੀਵਾਰ ਟੁੱਟ ਗਈ। ਸੋ ਇਹ ਸੋਚ ਹੈ ਜਿਹੜੀ ਸਾਡੀ, ਜਿਹੜੀ ਸਾਨੂੰ ਕਨਵਰਟ ਕਰਦੀ ਹੈ। ਬਿਲਕੁਲ, ਸੋਚ ਨੂੰ ਬਦਲਣਾ ਪਏਗਾ, ਔਰ ਸੋਚ ਤਾਂ ਹੀ ਬਦਲੇਗੀ ਜਦੋਂ ਸਮਰਪਿਤ ਭਾਵਨਾ ਕੰਮ ਕਰਾਂਗੇ। ਇਕੱਲੇ ਸਮਰਥਨ ਨਾਲ ਕੰਮ ਹੋਣ ਚੱਲਣ ਵਾਲਾ ਨਹੀਂ ਹੈ। ਵੈਰੀ ਰਾਈਟ ਜੀ। ਵਟ ਐਵਰ ਯੂ ਕੈਨ ਕਨਸੀਵ ਯੂ ਕੈਨ ਅਚੀਵ। ਸੋ ਜੇਕਰ ਅਸੀਂ ਮਨ ਧਾਰ ਲਿਆ ਤੇ ਅਸੀਂ ਉਹਨੂੰ ਪਾ ਵੀ ਲਵਾਂਗੇ। ਸੋ ਇਸ ਦੇ ਨਾਲ ਮੈਂ ਹੁਣ ਸਾਰਿਆਂ ਦੇ ਲਈ ਓਪਨ ਹੈ ਜੀ, ਔਰ ਅਖੀਰ ਦੇ ਵਿੱਚ ਤੁਸੀਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਜਾਂ ਕੋਈ ਮੈਸੇਜ ਕਨਵੇ ਕਰਨਾ ਚਾਹੋ, ਕੁਝ ਕਹਿਣਾ ਚਾਹੋ, ਕਿਉਂਕਿ ਮੇਰੇ ਖਿਆਲ ਦੇ ਵਿੱਚ ਜਿਹੜੇ ਲਾਸਟ 2 ਟੌਪਿਕ ਸੀਗੇ ਉਹ ਤੁਸੀਂ ਆਪਣੇ ਕਹਿ ਦਿੱਤੇ, ਜਾਂ ਕੋਈ ਚੀਜ਼ ਐਸੀ ਜਿਹੜੀ ਤੁਸੀਂ ਜਸਟ, ਮੈਂ ਬੇਨਤੀ ਇਹ ਵੀ ਕਰਾਂਗਾ ਕਿ ਜਸਟ 1 ਮਿੰਟ ਈਚ ਜਿਹੜਾ ਹੈ ਜੀ ਉਹੀ ਲਿਆ ਜਾਵੇ। ਸੋ ਆਪਣਾ ਮੈਡਮ ਕਟਾਰੀਆ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਮੇਰੇ ਖਿਆਲ ਡਿਸਕਨੈਕਟ ਹੋ ਗਏ ਸੀ, ਪਲੀਜ਼। ਹਾਂਜੀ ਸਰ, ਮੈਂ ਕਹਿ ਰਹੀ ਸੀਗੀ ਕਿ ਸਾਡੇ ਐਨਜੀਓਜ਼ ਦਾ ਆਪਸ ਦੇ ਵਿੱਚ ਕਨੈਕਟ ਹੋਣਾ ਬਹੁਤ ਜ਼ਰੂਰੀ ਹੈ। ਜਿਸ ਜਗ੍ਹਾ ਤੇ ਸਾਡੀ ਡਿਮਾਂਡ ਕਿਆ ਹੈ ਔਰ ਸਪਲਾਈ ਕਿਆ ਹੈ, ਅਗਰ ਇਹ ਚੀਜ਼ਾਂ ਸਾਨੂੰ ਪਤਾ ਹੋਣਗੀਆਂ ਤਾਂ ਮੈਨੂੰ ਲੱਗਦਾ ਕਿ ਅਸੀਂ ਸਸਟੇਨ ਕਰ ਸਕਦੇ ਹਾਂ ਫॉर द ਲੌਂਗਰ ਪੀਰੀਅਡ। ਔਰ ਰਿਸੋਰਸਿਸ ਆਬਵੀਅਸਲੀ ਲਿਮਿਟਿਡ ਨੇ, ਤਾਂ ਇੱਕ ਮੈਨੇਜਮੈਂਟ ਅੱਛੀ ਹੋ ਜਾਂਦੀ ਹੈ ਸਭ ਦੇ ਨਾਲ ਮਿਲ ਕੇ, ਐਂਡ ਇਟਸ ਅ ਟੀਮ ਵਰਕ। ਅਸੀਂ ਇਕੱਲੇ ਕਦੀ ਵੀ ਕੋਈ ਐਸਾ ਕੰਮ ਨਹੀਂ ਕਰ ਸਕਦੇ, ਸਮਾਜਿਕ ਤਾਂ ਬਿਲਕੁਲ ਵੀ ਨਹੀਂ। ਉਹਦੇ ਕਰਕੇ ਸਾਨੂੰ ਪੂਰੀ ਟੀਮ ਬਣਾਉਣੀ ਪਏਗੀ ਜੀ। ਬਹੁਤ ਅੱਛੇ। ਸੋ ਸੋਨੀ ਭਾਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਕਹਿੰਦਾ ਜੀ ਕਿ ਇਸ ਵੇਲੇ, ਜਿਸ ਵੇਲੇ ਪੈਂਡੇਮਿਕ ਆਇਆ ਹੈ ਤੇ ਲੋਕੀ ਇਕੱਠੇ ਹੋ ਗਏ ਨੇ, ਲੋਕਾਂ ਦੀ ਸੋਚ ਹੋ ਗਈ ਹੈ ਕਿ ਨਹੀਂ ਸਾਨੂੰ ਇਹ ਕਰਨਾ ਚਾਹੀਦਾ ਹੈਗਾ ਹੈ। ਲੋਕੀ ਪੋਲਿਊਸ਼ਨ ਦੇ ਬਾਰੇ 'ਚ ਵੀ ਸੋਚ ਰਹੇ ਨੇ। ਜਿਸ ਵੇਲੇ ਉਹਨਾਂ ਨੇ ਸਾਫ਼ ਅਸਮਾਨ ਦੇਖਿਆ ਉਹ ਕਹਿੰਦੇ ਨਾ ਕਿੰਨਾ ਸੋਹਣਾ ਲੱਗ ਰਿਹਾ ਹੈ। ਤੁਸੀਂ ਆਬਜ਼ਰਵ ਕੀਤਾ ਹੋਣਾ, ਦ ਮੋਮੈਂਟ ਲੋਕਡਾਊਨ ਖੁੱਲਿਆ ਹੈਗਾ, ਉਹੀ ਟ੍ਰੈਫਿਕ ਹੋ ਗਿਆ ਹੈ, ਉਹੀ ਮਾਈਂਡਸੈਟ ਚੇਂਜ ਹੋ ਗਿਆ ਹੈਗਾ। ਸੇਮ ਮਾਈਂਡਸੈਟ ਇਜ਼ ਗੈਟਿੰਗ ਬੈਕ। ਹਰ ਇੱਕ ਨੂੰ ਜਲਦੀ ਹੈਗੀ ਹੈ, ਹਰ ਆਪਣਾ ਵਾਪਸ ਦੌੜ ਭੱਜ ਸ਼ੁਰੂ ਹੋ ਗਈ ਹੈ। ਆਈ ਥਿੰਕ ਆਦਮੀ ਦਾ ਜਿਹੜਾ ਦਿਮਾਗ ਹੈ ਨਾ ਜੀ, ਉਹ ਹੀ ਫੋਰਗੇਟਸ ਵੈਰੀ ਫਾਸਟ। ਉਹ ਭੁੱਲ ਜਾਂਦਾ ਹੈਗਾ ਕਿ ਹੁਣੇ 10 ਦਿਨ ਪਹਿਲੇ ਕੀ ਹੋਇਆ ਸੀ। ਸੋ ਇਹ ਆਦਮੀ ਨੂੰ ਥੋੜਾ ਜਿਹਾ ਆਪਣਾ ਚੇਂਜ ਕਰਨਾ ਪਏਗਾ ਜ਼ਮਾਨੇ ਦੇ ਨਾਲ। ਥੋੜਾ ਹੀ ਲੈਵ ਟੂ ਸਲੋ ਡਾਊਨ। ਅਸੀਂ ਦੇਖਿਆ ਹੈਗਾ, ਅਸੀਂ ਲੋਕੀ ਕਹਿੰਦੇ ਜੀ
ਅਸੀਂ ਆਪਣੇ ਸਾਡਾ ਬਜ਼ੁਰਗ ਗੁਜ਼ਰ ਗਏ ਨੇ ਜੀ, ਅਸੀਂ ਉਹਨਾਂ ਦੀ ਯਾਦ ਵਿੱਚ ਖਾਣਾ ਖਿਲਾਉਣਾ ਚਾਹੁੰਦੇ ਹਾਂ ਜੀ। ਅੱਛਾ ਜੀ, ਤੁਸੀਂ ਆ ਜਾਓ ਜੀ, ਤੁਸੀਂ ਆਪਣੇ ਹੱਥੋਂ। ਨਹੀਂ ਜੀ, ਉਹ ਟਾਈਮ ਨਹੀਂ ਹੈਗਾ ਜੀ, ਤੁਸੀਂ ਖਵਾ ਦੇਣਾ ਜੀ, ਅਸੀਂ ਪੈਸੇ ਦੇ ਦਿੰਦੇ ਹਾਂ। ਸੋ I would say that people should slow down a little, have a little time for themselves, family ਲਈ time ਹੋਏ, ਔਰ ਥੋੜਾ ਜਿਹਾ ਉਹ ਸੋਚ ਬਦਲਣੀ ਪਏਗੀ ਉਹਨੂੰ, ਤਾਂ ਅੱਗੇ ਸਸਟੇਨ ਕਰ ਸਕਾਂਗੇ, ਨਹੀਂ ਤੇ ਫਿਰ ਵਾਪਸ ਉਹੀ ਹੋ ਜਾਣਾ ਜੀ ਜੋ ਪਹਿਲੇ ਚੱਲ ਰਿਹਾ ਸੀ। ਸੋ ਸਾਡੀਆਂ ਜਿੱਥੇ ਸ਼ੁਭ ਕਾਮਨਾਵਾਂ ਨੇ ਤੁਹਾਡੇ ਲਈ, ਫੀਡਿੰਗ ਹੈਂਡਸ, ਤੁਸੀਂ ਆਪਣੀ ਸੋਚ ਜਿਹੜੀ ਆ ਉਹ ਬਰਕਰਾਰ ਉਹੀ ਉਸੇ ਤਰੀਕੇ ਨਾਲ ਰੱਖਿਓ। ਸੋ ਇਸ ਉਮੀਦ ਦੇ ਨਾਲ ਮੈਂ ਤੁਹਾਨੂੰ, ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬੈਸਟ ਵਿਸ਼ੇਸ, ਔਰ ਜਿਹੜੇ ਐਫਰਟਸ ਨੇ ਪਰਮਾਤਮਾ ਇਹਨਾਂ 'ਚ ਹੋਰ ਵਾਧਾ ਕਰੇ, ਔਰ ਤੁਹਾਡੀ ਟੀਮ ਜਿਹੜੀ ਆ ਹੋਰ ਵੱਡੀ ਹੋਵੇ। ਸੋ ਹਾਂਜੀ, ਥੈਂਕ ਯੂ। ਤੁਸੀਂ ਕੀ ਕਹਿਣਾ ਚਾਹੋਗੇ ਜਸਮੀਤ? ਮੈਂ 3 ਚੀਜ਼ਾਂ ਨੂੰ ਹਾਈਲਾਈਟ ਜ਼ਰੂਰ ਕਰਨਾ ਚਾਹੁੰਦੀ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਸ਼ੁਡ ਟੇਕ ਰਿਸਪੌਂਸਿਬਿਲਿਟੀ ਟੁਵਰਡਸ ਆਰ ਲਾਈਵਸ। ਜਦੋਂ ਅਸੀਂ ਆਰ ਕਹਿੰਦੇ ਹਾਂ ਤੇ ਆਰ ਸਰਾਊਂਡਿੰਗ ਗੈਟਸ ਇਨਕਲੂਡਡ ਇਨਟੂ ਇਟ, ਯੂ ਨੋ। ਤੇ ਮੈਂ ਕਹਿੰਦੀ ਹਾਂ ਮੇਰਾ ਇੱਕ ਥਾਟ goes back to the universe and bounces back to me। ਤੇ ਸਾਡੇ ਵਿੱਚ ਇੰਨੀ ਪੋਟੈਂਸ਼ੀਅਲਿਟੀ ਹੈਗੀ ਹੈ ਅੰਦਰੋਂ, ਜੇ ਅਸੀਂ ਸੋਚ ਲਈਏ ਕਿ ਅਸੀਂ ਆਪਣੇ ਘਰ ਦੇ ਆਸ-ਪਾਸ ਮੈਸ ਨਹੀਂ ਹੋਣ ਦੇਵਾਂਗੇ, ਅਸੀਂ ਆਪਣੇ ਘਰ ਦੇ ਆਸ-ਪਾਸ ਦੁੱਖ ਨਹੀਂ ਆਉਣ ਦੇਵਾਂਗੇ ਕਿਸੇ ਨੂੰ, ਜਿਹੜਾ ਡੀਲ ਹੋ ਸਕਦਾ ਹੈ, ਨਾਟ ਇੰਟਰਪਰਸਨਲ ਬਟ ਇੰਟਰਾਪਰਸਨਲ ਐਂਡ ਟਾਕਿੰਗ। ਤੇ ਇੱਕ ਇਹ ਕਮਿਟਮੈਂਟ ਸਾਨੂੰ ਆਪਣੇ ਆਪ ਨੂੰ ਕਰਨੀ ਬਹੁਤ ਜ਼ਰੂਰੀ ਹੈਗੀ, ਬਿਕਾਜ਼ ਅਸੀਂ ਇਹ ਵੀ ਫੇਸ ਕੀਤਾ ਚੈਲੰਜ ਕਿ ਜਦੋਂ ਸਾਡੇ ਨੰਬਰਸ ਬਾਹਰ ਗਏ, ਬਿਕਾਜ਼ ਵੀ ਵਰ ਅਵੇਲੇਬਲ, ਤੇ ਸਾਡੇ ਨੰਬਰਸ ਮਿਸਯੂਜ਼ ਵੀ ਹੋਏ। You know, there were times that we got midnight calls and we were told कि हमें राशन चाहिए, and you know there was no courtesy. We felt bad also, and this is the harsh reality, and we should talk about it. That we felt like we are not departmental store. You know, कि तुसी कभी भी call करके you can say. So we saw people who can even help their maids, or who could help their you know people around themselves। ਉਹਨਾਂ ਨੇ ਵੀ ਸਾਡਾ ਨੰਬਰ ਦੇ ਦਿੱਤਾ ਕਿ ਉਹ ਤਾਂ ਜਾ ਕਰ ਦੇ ਰਹੇ ਨੇ, ਉਹਨਾਂ ਨੂੰ ਹੀ ਕਾਲ ਕਰ ਦਿਓ, you know। so I think the lack of social responsibility and ਸਾਡੇ ਟਾਈਮ ਤੇ ਸਾਡੇ ਸਕੂਲ ਤੇ moral science, EVS ਇਹ ਸਬਜੈਕਟਸ ਹੁੰਦੇ ਸੀਗੇ। I don't see these subjects anymore in schools that we are talking about, and I think this is the awakening of the universe right now। This is the time of awakening, ਜਿੱਥੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਖਾਲੀ ਖਿਲਾ ਕੇ ਸੋਲੂਸ਼ਨ ਨਹੀਂ ਮਿਲਦਾ। ਤੁਸੀਂ ਖਿਲਾਈ ਜਾਓ, ਉਹ ਮੰਗੀ ਜਾਣਗੇ, ਖਿਲਾਈ ਜਾਓ, ਮੰਗੀ ਜਾਣਗੇ। ਤੁਸੀਂ ਇਹ ਗਲਤ ਪੈਟਰਨ ਬਣਾ ਰਹੇ ਹੋ ਉਹਨਾਂ ਲਈ ਕਿ ਖਾਣਾ ਖਰੀਦਾ ਮਿਲਦਾ ਹੈ। ਤੁਸੀਂ ਉਹਨਾਂ ਨੂੰ ਇਹ ਸਮਝਾਓ ਕਿ ਅਸੀਂ ਇੱਕ ਟਾਈਮ ਡਿਊਰੇਸ਼ਨ ਨਾਲ ਆਏ ਹਾਂ ਤੁਹਾਡੇ ਕੋਲ, ਤੁਸੀਂ ਸਿੱਖ ਲਓ ਕਿ ਤੁਸੀਂ ਹੁਣ ਅਸੀਂ we have to get plans more aggressively, as aggressive we are in feeding people। You know, we have to tell them. There were people who were hoarding stuff at home. When we went we always started calling people and saying, "Asi police office station ko call kar rahe hain, asi nahi ki asi andan to call kar rahe hain to verify that ਤੁਹਾਡੇ ਕੋਲ ਖਾਣਾ ਪਹੁੰਚਿਆ ਕਿ ਨਹੀਂ।" ਜਦੋਂ ਉਹ ਸੁਣਦੇ ਸੀ ਪੁਲਿਸ ਵਾਲੇ ਹੈਗੇ ਨੇ ਤੇ ਉਹ ਆਟੋਮੈਟਿਕ ਹਾਂਜੀ ਆ ਗਿਆ ਸੀ ਲਾਸਟ ਆ ਗਿਆ ਜੀ। ਓਕੇ, ਤੇ ਅਸੀਂ ਜਾਂਦੇ ਸੀ ਤੇ ਉਹ ਉਦਾਂ ਹੀ ਖੜੇ ਹੁੰਦੇ ਸੀ ਕਿ ਜਿੱਦਾਂ ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਮਿਲਿਆ ਨਹੀਂ ਹੈ ਖਾਣਾ। ਸੋ very important one, social responsibility, awakening of one person and celebrating them, which is not happening। We have to celebrate people who can take care of their surroundings। We have to make it like the in thing, the fad, you know, the fashionable thing is to help people। I think that is the only way our generation understands, you know। Second thing I feel is very importantly we need to mobilize। We cannot, I think government has to take a very strong conduct how the NGOs are going to be operating। All the NGOs which are feeding people have to be given a structure that the city, if Chandigarh has 30 NGOs feeding people, then those 30 NGOs have to be divided into 4 parts। That the northern part of Chandigarh has to be taken care of by you, the southern part, everything is possible। Lack of planning is what is making it a pandemic। Whether it was China not telling us on time about the problem, if we were planned, we would have not suffered today। If we knew that this is happening, I think it's like we conceal the plan, we mess it up, and then we become heroes dealing with it, you know। So it's time for that। And the third very important thing is always feel abundant। ਜੇ ਸਾਡੇ ਕੋਲ ਇੰਨਾ ਹੈਗਾ ਤੇ ਉਹਦਾ 10ਵਾਂ ਨਿਕਾਲਣਾ practically, ਚਾਹੇ ਉਹ ਤੁਹਾਡੀ ਸੋਚ ਦਾ 10ਵਾਂ ਹੋ, ਚਾਹੇ ਉਹ ਤੁਹਾਡਾ ਕੰਮ ਕਰਨ ਦਾ 10ਵਾਂ ਹੋ, ਜਾਂ ਤੁਹਾਡੇ ਦਿਨ ਦਾ time 10ਵਾਂ ਹੋਏ, ਉਹ ਨਿਕਾਲਣਾ should become a habit for us so that we can still connect
to the universal consciousness, and that will derive us to do more and above than just doing actions. ਬਹੁਤ ਅੱਛੇ ਸੋ ਥੈਂਕ ਯੂ ਵੈਰੀ ਮਚ ਔਰ ਤੁਹਾਡੇ ਲਈ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਸੁਖਵਿੰਦਰ ਵੀਰ ਜੀ, ਤੁਸੀਂ ਕੁਝ ਅਖੀਰ 'ਚ ਕੁਝ ਕਹਿਣਾ ਚਾਹੋ? ਹਾਂਜੀ, ਅਖੀਰ 'ਚ ਮੈਂ ਇਹੀ ਕਹਿਣਾ ਚਾਹਾਂਗਾ ਜੀ ਕਿ ਜਿਸ ਤਰ੍ਹਾਂ ਆਪਾਂ ਇਸੇ ਚੀਜ਼ ਤੇ ਰੈਪ ਅਪ ਕਰ ਰਹੇ ਹਾਂ ਕਿ ਸਾਰੀਆਂ ਆਰਗੇਨਾਈਜੇਸ਼ਨਸ ਨੂੰ, ਸਾਰੀਆਂ NGOs ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ। ਸੋ ਜਿੰਨਾ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ, ਜਿਸ ਤਰ੍ਹਾਂ ਆਪਾਂ ਆਮ ਕਹਾਵਤ ਸੁਣੀ ਹੈ ਕਿ ਕੱਲਾ 1 ਤੇ 2 11 ਤੇ ਇੱਕ ਮੁੱਠੀ ਦੀ ਵੀ ਤਾਕਤ ਜ਼ਿਆਦਾ ਬਣ ਜਾਂਦੀ ਹੈ। ਸੋ ਆਪਸ ਦੇ ਵਿੱਚ ਰਲ ਮਿਲ ਕੇ ਕੰਮ ਕਰਨਾ, ਉਹਦੇ ਨਾਲ ਪਲੈਨਿੰਗ ਦੇ ਵਿੱਚ ਵੀ ਅੱਛਾਈ ਰਹੇਗੀ ਤੇ ਸਸਟੇਨੇਬਿਲਿਟੀ ਵੀ ਰਹੇਗੀ। ਤੇ ਪਲੱਸ ਇਹ ਕਿ ਇਸ ਪੈਂਡੈਮਿਕ ਨੇ ਸਾਨੂੰ ਬਹੁਤ ਸਾਰੇ ਲੈਸਨ ਦੇਣੇ ਨੇ ਤੇ ਸਾਡੇ ਕੋਲੇ ਇੱਕ ਬਹੁਤ ਲੰਬਾ ਪੈਂਡਾ ਤੈਅ ਕਰਨ ਵਾਲਾ ਪਿਆ, ਕਿਉਂਕਿ ਇਹ ਵਰਲਡ ਵਾਈਡ ਸਾਰਾ ਕੁਝ ਜੋ ਹੈਪਨ ਹੋਇਆ ਤੇ ਸਾਨੂੰ ਸਾਰਿਆਂ ਨੂੰ ਹੋਰ ਜੋਸ਼ ਦੇ ਨਾਲ ਰਲ ਮਿਲ ਕੇ ਕੰਮ ਕਰਨਾ ਪਏਗਾ। ਤੇ ਯੂਨਾਈਟਿਡ 6 ਇੱਕ ਕਹਿ ਲਓ ਵੀ ਵੋਲੰਟੀਅਰ ਬੇਸਡ ਆਰਗੇਨਾਈਜੇਸ਼ਨ ਹੈ। ਇੱਥੇ ਕੋਈ ਵੀ ਪੇਡ EMPLOYEES ਨਹੀਂ ਹੁੰਦੇ। ਅਸੀਂ ਜਿੰਨੇ ਵੀ ਸਾਰੇ ਆਪਣਾ ਟਾਈਮ ਕਹਿ ਲਓ ਹੋਰ ਪ੍ਰੋਫੈਸ਼ਨਸ ਕਰ ਰਹੇ ਹਾਂ, ਪਰ ਨਾਲ ਵੋਲੰਟੀਅਰਲੀ ਕੰਮ ਕਰ ਰਹੇ ਹਾਂ। ਸੋ ਇੱਕ ਸਿਸਟਮ ਦੇ ਜ਼ਰੀਏ ਕੰਮ ਕਰਦਾ ਤੇ ਤੁਸੀਂ ਯੂਨਾਈਟਿਡ 6 ਨੂੰ ਫੇਸਬੁੱਕ ਤੇ ਜਾਂ ਕਿਤੇ ਵੀ ਤੁਸੀਂ ਲਾਈਕ ਕਰੋ, ਉਹਨੂੰ ਜੁਆਇਨ ਕਰੋ। ਸਾਨੂੰ ਹੋਰ ਵੋਲੰਟੀਅਰਸ ਚਾਹੀਦੇ ਨੇ ਤੇ ਪਲੱਸ ਜੋ ਸਾਡੇ ਇਸ ਟਾਈਮ ਦੇ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਸਿਰਫ ਲੰਗਰ ਵਰਤਾਉਣ ਲਈ ਹੀ ਵੋਲੰਟੀਅਰਾਂ ਦੀ ਨਹੀਂ ਲੋੜ, ਸਾਨੂੰ ਇੰਜੀਨੀਅਰਸ ਵੀ ਚਾਹੀਦੇ ਨੇ, ਸਾਨੂੰ ਮੈਡੀਕਲ ਪ੍ਰੋਫੈਸ਼ਨਲ ਚਾਹੀਦੇ ਨੇ, ਸਾਨੂੰ ਡਾਕਟਰ ਚਾਹੀਦੇ ਨੇ, ਸਾਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਚਾਹੀਦੇ ਨੇ, ਜਿਸ ਤਰ੍ਹਾਂ ਸੰਜੀਵ ਵੀਰ ਜੀ ਵਰਗੇ ਨੇ, ਜਿਹੜੇ ਕਿ ਵਰਕਸ਼ਾਪਸ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕਰ ਸਕਣ, ਕਿਉਂਕਿ ਇਸ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਮੈਂਟਲੀ ਕਿਸ ਤਰ੍ਹਾਂ ਪ੍ਰਿਪੇਅਰ ਕਰਨਾ। ਤੇ ਸਾਨੂੰ ਬਲੌਗਰਸ ਚਾਹੀਦੇ ਨੇ, ਸਾਨੂੰ PR ਰਾਈਟਰ ਚਾਹੀਦੇ ਨੇ, ਸਾਨੂੰ ਲਾਅ ਮੇਕਰਸ ਚਾਹੀਦੇ ਨੇ। ਸੋ ਇਸ ਕਰਕੇ ਪਲੀਜ਼ ਵਿਜ਼ਿਟ ਯੂਨਾਈਟਿਡ 6 ਵੈਬਸਾਈਟ, ਵਿਜ਼ਿਟ ਯੂਨਾਈਟਿਡ 6 ਫੇਸਬੁੱਕ ਪੇਜ, ਕਿਉਂਕਿ ਅੱਜ ਮੇਜਰ ਵੀਰ ਜੀ ਨੇ ਕੋਸ਼ਿਸ਼ ਕੀਤੀ ਹੈ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ, ਤੇ ਬਹੁਤ ਸਾਰੀਆਂ ਹੋਰ ਗੱਲਾਂ ਕਰਨ ਵਾਲੀਆਂ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਵੀਰ ਜੀ ਨੂੰ ਕਹਾਂਗੇ ਕਿ ਕਰਦੇ ਰਹਿਣ, ਤਾਂ ਕਿ ਆਪਾਂ ਹੋਰ ਕਿਸ ਤਰੀਕੇ ਦੇ ਨਾਲ ਆਪਾਂ, ਕਿਉਂਕਿ ਦੇਖੋ ਆਪਾਂ ਸਾਰੇ ਸੇਵਾਦਾਰ ਹੈ, ਸੇਵਾ ਤੇ ਲੱਗੇ ਹੋਏ ਆ। ਕੋਈ ਚੰਡੀਗੜ੍ਹ 'ਚ ਲੱਗਿਆ, ਕੋਈ ਦਿੱਲੀ 'ਚ ਹੈ, ਕੋਈ ਜੈਪੁਰ 'ਚ ਹੈ, ਕੋਈ ਕੈਨੇਡਾ ਦੇ ਵਿੱਚ ਬੈਠਾ ਹੈ। ਸੋ ਪਰ ਮੇਨ ਪਰਪਸ ਹੈ ਹਿਊਮੈਨਿਟੀ ਦੀ ਸੇਵਾ, ਤੇ ਆਪਾਂ ਇਕੱਠੇ ਰਲ ਮਿਲ ਕੇ ਹੋਰ ਜ਼ਿਆਦਾ ਕਰ ਸਕਦੇ ਹਾਂ। ਸੋ ਇੰਨਾ ਹੀ। ਬਹੁਤ ਅੱਛੇ, ਥੈਂਕ ਯੂ ਸੁਖਵਿੰਦਰ ਵੀਰ ਜੀ। ਸੋ ਮੇਰੇ ਖਿਆਲ ਦੇ ਵਿੱਚ ਕੋਈ ਗੱਲ ਕਰਨੀ ਚਾਹੇ ਤਾਂ ਮੋਸਟ ਵੈਲਕਮ ਜੀ। ਸੰਜੀਵ ਮੇਜਰ, ਮੈਂ ਇੱਕ ਗੱਲ ਰੱਖਣਾ ਚਾਹਾਂਗਾ, ਤੁਹਾਡਾ ਹੀ ਕਿਨਾਰਾ ਦਿੱਤਾ ਹੋਇਆ, ਤੁਹਾਡੇ ਕੋਲੋਂ ਸਿੱਖਿਆ ਸੀ, ਤੁਸੀਂ ਸਾਡੇ ਆਈਡਲ ਰਹੇ ਹੋ ਹਮੇਸ਼ਾ। ਹੁਣ ਤਾਂ ਹੁਣੇ, ਫਿਰ ਤਾਂ ਕਦੇ ਨਹੀਂ, ਨਾਓ ਔਰ ਨੈਵਰ। ਹੁਣ ਟਾਈਮ ਨਹੀਂ ਹੈ, ਜਾਂ ਤਾਂ ਅਸੀਂ ਬਿਲਕੁਲ ਕੁੱਜੇ ਲੱਗ ਜਾਾਂਗੇ ਜਾਂ ਫਿਰ ਅਸੀਂ ਬੁਲੰਦੀ ਤੇ ਹੋਵਾਂਗੇ। ਹੁਣ ਟਾਈਮ ਨਹੀਂ ਹੈ, ਹੁਣ ਸਾਨੂੰ ਅੱਗੇ ਆਉਣਾ ਪਏਗਾ। ਅੱਜ ਤੱਕ ਅਸੀਂ ਆਪਣੀਆਂ ਅਰਦਾਸਾਂ ਕਰਦੇ ਰਹੇ, ਲੇਕਿਨ ਸਾਡੀ ਅਰਦਾਸਾਂ ਦੇ ਵਿੱਚ ਜਾਤ ਪਾਤ ਮਜ਼ਹਬ ਵਰਨ ਕਰਕੇ ਵੰਡੀਆਂ ਸੀਗੀਆਂ। ਅਸੀਂ ਭੁੱਲ ਗਏ ਕਿ ਜਿਹੜੇ ਜੀਵ ਜੰਤੂ ਨੇ, ਪੇੜ ਪੌਦੇ ਨੇ, ਉਹ ਵੀ ਚਰਾਚਰ ਦੁਨੀਆ ਚ ਆਉਂਦੇ ਨੇ। ਅੱਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਅਰਦਾਸਾਂ ਸੁਣ ਲਈਆਂ, ਕਿਉਂਕਿ ਇਨਸਾਨ ਉਹਨਾਂ ਤੇ ਅਤਿਆਚਾਰ ਕਰ ਰਿਹਾ ਸੀ, ਇਨਸਾਨ ਉਹਨਾਂ ਨੂੰ ਸ਼ੋਸ਼ਣ ਕਰ ਰਿਹਾ ਸੀ। ਅੱਜ ਉਹਨਾਂ ਦੀਆਂ ਅਰਦਾਸਾਂ ਸੁਣ ਕੇ, ਜਿੱਦਾਂ ਮਾਂ ਬੱਚੇ ਨੂੰ ਡਾਂਟ ਕੇ ਕਮਰੇ ਬੰਦ ਕਰ ਦਿੰਦੀ ਹੈ, ਅੱਜ ਕੁਦਰਤ ਨੇ ਸਾਨੂੰ ਡਾਂਟ ਕੇ ਕਮਰੇ 'ਚ ਬੰਦ ਕਰਤਾ ਹੈ। ਸਾਨੂੰ ਸਮਝਣਾ ਪਏਗਾ, ਅਸੀਂ ਅਧਿਆਤਮ ਨੂੰ ਪਿੱਛੇ ਨਹੀਂ ਰੱਖ ਸਕਦੇ, ਅਸੀਂ ਅਧਿਆਤਮ ਨੂੰ ਭੁੱਲ ਗਏ ਹਾਂ। ਜਿੱਦਾਂ ਮੇਰੀ ਭੈਣ ਨੇ ਹੁਣੇ ਕਿਹਾ ਕਿ ਅਸੀਂ ਖਾਣਾ ਕਦ ਤੱਕ ਖਿਲਾਵਾਂਗੇ, ਸਾਨੂੰ ਮਛਲੀ ਪਕੜਨਾ ਸਿਖਾਉਣਾ ਪਏਗਾ, ਸਾਨੂੰ ਉਹਨਾਂ ਨੂੰ ਸੋਚ ਤੋਂ ਅਮੀਰ ਕਰਨਾ ਪਏਗਾ। ਮੇਰਾ ਵਿਰਸਾ, ਮੇਰਾ ਸਤਿਗੁਰੂ, ਮੇਰੀ ਬਾਣੀ ਬਹੁਤ ਅਮੀਰ ਹੈ, ਸਾਨੂੰ ਉਸ ਅਮੀਰੀਅਤ ਨੂੰ ਲੋਕਾਂ 'ਚ ਵੰਡਣਾ ਪਏਗਾ, ਦੱਸਣਾ ਪਏਗਾ ਜੀ। ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਮਿਲ ਵਰਤਨ ਕੇ ਪੁਲ ਬਣਾਏ, ਜੋ ਬਾंटे वो दीवार गिराए, मिलजुल कर सब रह सकते हैं, दिल जो यदि विशाल बनाए। बहुत अच्छे जी, ब्यूटीफुल। सो थैंक यू वेरी मच ਤੁਹਾਡਾ। सो ਕਟਾਰੀਆ ਮੈਮ जी, मैं एक लास्ट कहना चाहूंगी शायरी दे अंदाज ਦੇ ਵਿੱਚ। कहते मैंने जिंदगी को रंग बदलते देखा है, मैंने जिंदगी को रंग बदलते देखा है, उम्र के साथ जीने का ढंग बदलते देखा है। इतनी तेजी से मत चले जिंदगी, इतनी तेजी से मत चले जिंदगी, एक चलान तो तेरा भी बनता है। ਇਹ ਜਿਹੜਾ ਲੌਕਡਾਊਨ ਲੱਗਿਆ ਸੀਗਾ, ਇੱਕ ਚਲਾਨ ਸੀਗਾ ਜਿਹੜਾ ਜ਼ਿੰਦਗੀ ਦਾ ਕੱਢਦਾ। ਸਪੀਡ ਬਹੁਤ ਜ਼ਿਆਦਾ ਸੀਗੀ, ਔਰ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਸ਼ਾਇਦ COVID-19 ਆ ਗਿਆ। ਬਹੁਤ ਕੁਝ ਸਿਖਾ ਵੀ ਗਿਆ, ਬਹੁਤ ਸਾਰੀ ਨੌਲੇਜ ਔਰ ਬਹੁਤ ਹਿੰਮਤ ਵੀ ਦੇ ਗਿਆ। ਜਿਸਾ ਨਿਊ ਪਲੈਨਿੰਗਸ ਆਉਂਦੀਆਂ ਨੇ, ਫਿਊਚਰ ਪਲੈਨਿੰਗ,
ਸਾਨੂੰ ਆਪਣੀ ਜਿਹੜੀ ਹੈ ਇੱਕ ਸਟਰੈਂਥ ਦਿਖਾ ਗਿਆ ਕਿ ਅਸੀਂ ਕਿਤੇ ਸਟੈਂਡ ਕਰਦੇ ਹਾਂ। ਸੋ ਥੈਂਕ ਯੂ ਸੋ ਮਚ, ਤੁਹਾਡੇ ਸਾਰਿਆਂ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ। ਸੋ ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ, ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਤੁਹਾਡੇ ਜਿਹੜੇ ਸ਼ੁਭ ਕਾਮਨਾਵਾਂ ਤੁਹਾਡੇ ਕਾਰਜਾਂ ਲਈ, ਕੰਮਾਂ ਲਈ। ਸੋ ਇਸੇ ਤਰ੍ਹਾਂ ਲੱਗੇ ਰਹੋ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਆਪਾਂ ਕੁਝ ਹੋਰ ਚੰਗੀਆਂ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ। ਸਾਡੇ ਦਰਸ਼ਕ ਜਿਹੜੇ ਹਨ ਜੀ, ਉਹਨਾਂ ਦਾ ਫੀਡਬੈਕ ਸਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਔਰ ਜਿੰਨੇ ਵੀ ਸਾਡੇ ਗੈਸਟ ਅੱਜ ਪੈਨਲਿਸਟ ਸਨ, ਇਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਐਟ ਦਾ ਐਂਡ ਆਫ ਦਾ ਸ਼ੋ ਜਿਹੜੀ ਉਹ ਸਕਰੋਲ ਹੋ ਜਾਏਗੀ। ਸੋ ਤੁਸੀਂ ਉੱਥੇ ਜਾਂ ਸਾਡੇ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਨਫੋਰਮੇਸ਼ਨ ਸਾਡੇ ਇਹਨਾਂ ਸਾਰੇ ਐਸਟੀਮਡ ਗੈਸਟ ਦੀ ਲੈ ਸਕਦੇ ਹੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਵੈਰੀ ਮਚ ਵਾਂਸ ਅਗੇਨ ਜੀ। ਥੈਂਕ ਯੂ। ਸੋ ਥੈਂਕ ਯੂ ਵੈਰੀ ਮਚ। ਸੋ ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ, ਜੀ ਹਾਂ, ਹੈਲੋ ਕੈਨੇਡਾ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ, ਇਸੇ ਤਰ੍ਹਾਂ ਕੋਈ ਹੋਰ ਵਧੀਆ ਵਿਚਾਰ ਤੇ ਚੰਗੇ ਜਿਹੜੇ ਵਿਚਾਰ ਨੇ ਉਹਨਾਂ ਦੇ ਜ਼ਰੀਏ, ਜਾਂ ਸਾਡੇ ਜਿਹੜੇ ਕੁਝ ਐਸਟੀਮਡ ਗੈਸਟ ਨੇ ਉਹਨਾਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਸੋ ਹੁਣ ਦਿਓ ਇਜਾਜ਼ਤ, ਤੁਹਾਨੂੰ ਸਾਰਿਆਂ ਨੂੰ ਵੀਕਐਂਡ ਦੀਆਂ ਸ਼ੁਭ ਕਾਮਨਾਵਾਂ। ਹੱਸਦੇ ਵਸਦੇ ਰਹੋ ਅਤੇ ਸੇਫ ਐਂਡ ਜਿਵੇਂ ਸੁਰੱਖਿਅਤ ਰਹੋ, ਆਪਣੇ ਆਪ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਬਚਾਓ, ਅਤੇ ਇਸ ਅਜਿਹੀ ਪੈਂਡੇਮਿਕ ਦੇ ਵਿੱਚ ਬਾਹਰ ਨਿਕਲਣ ਤੋਂ ਥੋੜਾ ਜਿਹਾ ਗੁਰੇਜ਼ ਕਰੋ। ਜਿੱਥੇ ਜਿੱਥੇ ਵੀ ਰੈੱਡ ਅਲਰਟਸ ਜਾਂ ਏਰੀਆਜ਼ ਹਨ ਉੱਥੇ ਨਾ ਜਾਓ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੀ ਸੁਰੱਖਿਆ ਦੀ ਸ਼ੁਭ ਕਾਮਨਾਵਾਂ ਤੇ ਅਰਦਾਸ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।